ਉਹ ਬੰਦਾ ਧਰਮੀ ਨਹੀਂ ਹੋ ਸਕਦਾ ਜਿਹਨੂੰ ਕਿਸੇ ਤੇ ਤਰਸ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤੌਲ ਧਰਮ ਦਇਆ ਕਪੂਤ। ਦਇਆ ਧਰਮ ਦਇਆ ਦਾ ਪੁੱਤਰ ਹੈ। ਮਾਂ ਤੋਂ ਬਗੈਰ ਤੇ ਬੱਚੇ ਦਾ ਜਨਮ ਹੀ ਨਹੀਂ ਹੈ। ਤੌਲ ਧਰਮ ਦਇਆ ਕਪੂਤ। ਸਤ ਸੰਗੀਓ, ਕਥਾ ਕੀਰਤਨ ਕਰਨਾ, ਸੁਣਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਸੇਵਾ ਸਿਮਰਨ ਕਰਨਾ, ਇਹ ਧਰਮ ਦੇ ਕਰਮ ਨੇ। ਜ਼ਰੂਰੀ ਨਹੀਂ ਕਿ ਧਰਮ ਦੇ ਕਰਮ ਕਰਦਾ ਹੋਇਆ ਤੂੰ ਧਰਮੀ ਵੀ ਹੋ ਗਿਆ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਔਰੰਗਜ਼ੇਬ ਨੂੰ ਚਿੱਠੀ ਲਿਖਦੇ ਨੇ, ਜਿਹਨੂੰ ਆਪਾਂ ਜ਼ਫਰਨਾਮਾ ਕਹਿੰਦੇ ਹਾਂ, ਉਹ ਕੀ ਲਿਖਦੇ ਨੇ? ਕਹਿੰਦੇ ਤੂੰ ਧਰਮ ਦੇ ਕਰਮ ਕਰਦਾ ਹੈ, ਤੂੰ ਪੰਜ ਨਵਾਜੀ ਏ, ਮੈਨੂੰ ਪਤਾ ਹੈ। ਤੂੰ ਆਪਣੇ ਘਰ ਦਾ ਗੁਜ਼ਾਰਾ ਟੋਪੀਆਂ ਬੁਣ ਕੇ ਕਰਦਾ ਹੈ, ਤੇਰੇ ਹੱਥ ਵਿੱਚ ਸਿਮਰਨਾ ਵੀ ਹੈ, ਪਰ ਤੂੰ ਸਭ ਕੁਝ ਕਰਦਾ ਹੋਇਆ ਫਿਰ ਵੀ ਤੂੰ ਧਰਮੀ ਨਹੀਂ ਹੈ। ਕਿਉਂ? ਕਿਉਂਕਿ ਤੈਨੂੰ ਕਿਸੇ ਤੇ ਤਰਸ ਨਹੀਂ ਆਉਂਦਾ। ਲਓ ਜੀ, ਇਹ ਮੇਰੇ ਕੀਰਤਨ ਦਾ ਵਿਸ਼ਾ ਹੈ, ਤੁਸੀਂ ਅਸੀਸ ਬਖਸ਼ਿਓ। ਦਇਆ। ਦਇਆ ਜਾਣੀ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਦਇਆ ਜਾਣੇ ਜੀ ਕੀ, ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਏ, ਚਾਰ ਦੇ ਸੱਚਾ ਹੋਏ। ਕੂੜ ਕੀ ਮਲ ਉਤਰੈ, ਤਨ ਕਰੀ ਅੱਛਾ ਕੋਏ। ਸੱਚ ਤਾਂ ਪਰ ਜਾਣੀਏ, ਜਾਂ ਸੱਚ ਤਰੇ ਪਿਆਰ। ਨਾਉ ਸੁਣ ਮਨ ਰਹਿ ਸੀਗੇ, ਤਾਂ ਪਾਏ ਮੋਖ ਦੁਆਰ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ।
सच तां पर जानिए जा जुगत जाने जियो, तरत काया साधक बिच दे करता पियो। सच तां पर जानिए जा सिख सच्ची ने, दया जाने जी की किछ पुण्य दान करे, दया जाने जी की किछ पुण्य दान करे, दया जाने दया जाने दे की किछ पुण्य दान करे, दया जाने जी की किछ पुण्य दान करे, दया जाने जी की दया जाने जी की, दया जाने जी दया जाने दे की किछ पुण्य दान करे, दया जाने किछ पुण्य दान करे। सच तां पर जानिए जा आत्म तीर्थ करे निवास, सतगुरु नूं पुछ के बैरे करे निवास, सच सवना होए दारू पाप कड्डे धोए, नानक बखाणे बेनती जिन सच पल्ले होए, दया जाने जी की किछ पुण्य दान करे, दया जाने जी की किछ पुण्य दान करे, दया जाने जी की किछ पुण्य दान करे, दया जाने जी किछ पुण्य दान करे। एक कसवट्टी है, ਆਪਾਂ ਆਪਣੇ ਆਪ ਨੂੰ ਵੀ ਲਾ ਕੇ ਦੇਖ ਸਕਦੇ ਹਾਂ। ਕਿਸੇ ਲੋੜਵੰਦ, ਕਿਸੇ ਗਰੀਬ, ਕਿਸੇ ਜ਼ਰੂਰਤ ਵਾਲੇ ਵੱਲ ਵੇਖ ਕੇ ਤੇਰਾ ਮਨ ਤੜਫਦਾ ਏ ਕਿ ਨਹੀਂ, ਤੈਨੂੰ ਤਰਸ ਆਉਂਦਾ ਏ ਕਿ ਨਹੀਂ। ਜੇ ਨਹੀਂ ਤਰਸ ਆਉਂਦਾ, ਕਿਸੇ ਦੁਖੀ ਵੱਲ ਵੇਖ ਕੇ ਤੇਰਾ ਨਹੀਂ ਦਿਲ ਦੁਖਦਾ, ਅਜੇ ਤੇਰੀ ਸੇਵਾ ਤੇ ਸਿਮਰਨ ਪ੍ਰਵਾਨ ਨਹੀਂ ਹੋਈ, ਅਜੇ ਤੂੰ ਧਰਮੀ ਨਹੀਂ ਹੋਇਆ। ਵਿਦਵਾਨ ਲੋਕਾਂ ਨੇ 3 ਯੁਕਤੀਆਂ ਦੱਸੀਆਂ ਨੇ ਵੀ ਇਸ ਤਰ੍ਹਾਂ ਤਰਸ ਹੋ ਸਕਦਾ ਹੈ। ਧਨ ਨਾਲ ਵੀ ਦਇਆ ਕੀਤੀ ਜਾ ਸਕਦੀ ਹੈ, ਕਿਸੇ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਤੂੰ ਆਖੀ ਮੇਰਾ ਆਪਣਾ ਨਹੀਂ ਸਰਦਾ, ਮਨ ਨਾਲ ਤੇ ਕਰ ਸਕਦਾ ਹੈ ਨਾ, ਕਿਸੇ ਦਾ ਦੁੱਖ ਤੇ ਵੰਡਾ ਸਕਦਾ ਹੈ ਨਾ। ਹੋ ਸਕਦਾ ਹੈ ਤੂੰ ਇਹ ਵੀ ਨਾ ਕਰੇ, ਤਨ ਕਰਕੇ ਤੇ ਕਰ ਸਕਦਾ ਹੈ ਨਾ, ਕਿਸੇ ਲੋੜਵੰਦ ਵਾਲੇ ਦੇ ਨਾਲ ਤੇ ਖੜ ਸਕਦਾ ਹੈ ਨਾ, ਉਹਦੇ ਨਾਲ ਤੇ ਟੁਰ ਸਕਦਾ ਹੈ ਨਾ। ਲਓ ਜੀ, ਬਾਣੀ ਵਿੱਚੋਂ ਪ੍ਰਮਾਣ ਦੇ ਕੇ 3 ਜੁਗਤੀਆਂ ਮੈਂ ਤੁਹਾਨੂੰ ਸੁਣਾਵਾਂ। ਪਹਿਲਾਂ ਸੁਣਿਓ ਮਨ ਕਰਕੇ,
ਮਨ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਭਇਆ। ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਉਮਰ ਕੋਈ 4-5 ਸਾਲ ਦੀ ਹੋਏਗੀ। ਉਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ। ਮਾਂ ਨਾਨਕੀ ਨੇ ਸੋਹਣੇ ਸੋਹਣੇ ਕੱਪੜੇ ਪਵਾਏ ਨੇ, ਹੱਥਾਂ ਵਿੱਚ ਪਾ ਦਿੱਤੇ ਕੰਗਣ। ਲਾਲ ਜੀ, ਤੁਸੀਂ ਬਰਾਤ ਦੇ ਨਾਲ ਜਾਣਾ ਹੈ, ਤੁਸੀਂ ਬਰਾਤ ਨਾਲ ਜਾਣਾ ਹੈ। ਬਰਾਤ ਤੁਰੀ ਹੈ। ਆਪਾਂ ਵੇਖਿਆ ਜਦੋਂ ਪਿੰਡਾਂ ਸ਼ਹਿਰਾਂ 'ਚ ਬਰਾਤਾਂ ਤੁਰਦੀਆਂ ਨੇ ਹੁਣ ਵੀ, ਤੇ ਜਿਹੜੇ ਗਰੀਬ ਲੋਕ ਹੁੰਦੇ ਨੇ ਨਾ, ਉਹ ਆਸੇ-ਪਾਸੇ ਰਸਤਿਆਂ 'ਚ ਖਲੋ ਜਾਂਦੇ ਨੇ ਤੇ ਫਿਰ ਬਰਾਤੀਆਂ ਵੱਲ ਵੇਖਦੇ ਨੇ। ਸ਼ਾਇਦ ਇਹਨਾਂ ਵਿੱਚ ਕੋਈ ਦਇਆਵਾਨ ਹੋਏਗਾ ਤੇ ਸਾਡੀ ਤਲੀ ਤੇ ਕੁਝ ਰੱਖੇਗਾ। ਇਸੇ ਤਰ੍ਹਾਂ ਬਰਾਤ ਜਾ ਰਹੀ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਲ ਅਵਸਥਾ, ਉਹ ਵੀ ਮਗਰ ਟੁਰੇ ਜਾਂਦੇ ਨੇ। ਜਦੋਂ ਸੱਜੇ ਹੱਥ ਝਾਤ ਮਾਰੀ, ਕੀ ਵੇਖਿਆ? ਇੱਕ ਗਰੀਬੜੀ ਜਿਹੀ ਮਾਂ ਛੋਟੇ ਜਿਹੇ ਬੱਚੇ ਨੂੰ ਉਂਗਲ ਲਾਈਏ, ਉਸ ਬੱਚੇ ਦੇ ਤਨ ਦੇ ਉੱਪਰ ਕੱਪੜੇ ਵੀ ਨਹੀਂ ਹਨ। ਠੰਡ ਉਹਨੂੰ ਬਹੁਤ ਲੱਗਦੀ ਹੈ। ਆਪਣੀ ਮਾਂ ਦੀਆਂ ਲੱਤਾਂ ਨੂੰ ਚਿਬੜੀ ਜਾਂਦਾ ਹੈ। ਸਤ ਸੰਗੀਓ, ਜਦੋਂ ਗੁਰੂ ਤੇਗ ਬਹਾਦਰ ਜੀ ਨੇ ਵੇਖਿਆ ਨਾ, ਤੇ ਮਹਾਰਾਜ ਜੀ ਦੇ ਕਦਮ ਰੁਕ ਗਏ। ਇਹਨੂੰ ਕਹਿੰਦੇ ਦਇਆ। ਕਦਮ ਰੁਕ ਗਏ। ਕਿਉਂ ਵੀਰਾ, ਤੂੰ ਕੱਪੜੇ ਕਿਉਂ ਨਹੀਂ ਪਾਏ? ਉਹ ਕਹਿੰਦਾ, ਮੇਰੇ ਕੋਲ ਕੱਪੜੇ ਹੈ ਹੀ ਨਹੀਂ, ਮੇਰੇ ਕੋਲ ਕੱਪੜੇ ਨਹੀਂ ਹੈ। ਆਪਣੀ ਮਾਂ ਨੂੰ ਕਹਿ ਤੈਨੂੰ ਕੱਪੜੇ ਲੈ ਦੇਵੇ। ਮੇਰੀ ਮਾਂ ਕੋਲ ਪੈਸੇ ਨਹੀਂ ਹਨ, ਸਮਰੱਥਾ ਨਹੀਂ ਹੈ। ਫਿਰ ਕੀ ਕੀਤਾ? ਹਾਣੀ ਸੀ। ਸਤ ਸੰਗੀਓ, ਆਪਣੇ ਕੱਪੜੇ ਮਹਾਰਾਜ ਜੀ ਨੇ ਉਤਾਰ ਲਏ ਤੇ ਉਤਾਰ ਕੇ ਉਹਨੂੰ ਕਹਿੰਦੇ, ਲੈ ਤੂੰ ਪਾ ਲੈ। ਵਾਹਿਗੁਰੂ। ਆਪਣੇ ਕੱਪੜੇ ਉਤਾਰ ਕੇ ਦੇ ਦਿੱਤੇ, ਤੂੰ ਪਾ ਲਾ। ਕੰਗਣ ਦੋਨੋਂ ਹੱਥਾਂ ਵਿੱਚੋਂ ਲਾ ਕੇ ਉਸ ਗਰੀਬਣੀ ਦੇ ਹੱਥਾਂ ਰੱਖ ਦਿੱਤੇ। ਠੰਡ ਬਹੁਤ ਏ, ਤੂੰ ਵੀ ਸੂਟ ਸੰਭਾਲ ਲਈ। ਬਰਾਤ ਨਾਲ ਤਾਂ ਨਾ ਗਏ, ਘਰ ਨੂੰ ਮੁੜ ਗਏ। ਜਦੋਂ ਮਾਂ ਨੇ ਵੇਖਿਆ, ਲਾਲ ਜੀ ਤੁਸੀਂ ਤਾਂ ਬਰਾਤ ਨਾਲ ਗਏ ਸੀ, ਤੁਹਾਡੇ ਕੱਪੜੇ ਕਿਹਨੇ ਲਾ ਲਏ? ਮਾਂ, ਇਸ ਤਰ੍ਹਾਂ ਇੱਕ ਲੋੜਵੰਦ ਖਲੋਤਾ ਸੀ, ਮੈਨੂੰ ਵੇਖ ਕੇ ਦਇਆ ਆ ਗਈ। ਰਿਹਾ ਨਹੀਂ ਗਿਆ, ਉਹਨੂੰ ਦੇ ਆਇਆ ਮੈਂ ਕੱਪੜੇ। ਇੱਕ ਗੱਲ ਆਪਣੀ ਮਾਂ ਨੂੰ ਕਹਿੰਦੇ ਨੇ। ਕੀ ਕਹਿੰਦੇ? ਕਹਿੰਦੇ, ਮਾਂ ਮੈਨੂੰ ਤਾਂ ਤੂੰ ਹੁਣੇ ਹੀ ਹੋਰ ਕੱਪੜੇ ਪਵਾ ਦੇਣੇ ਨੇ, ਮੇਰੀ ਤਾਂ ਤੂੰ ਹੁਣੇ ਹੀ ਲੋੜ ਪੂਰੀ ਕਰ ਦੇਣੀ ਏ, ਹੁਣੇ ਹੋਰ ਚੋਲਾ ਪਵਾ ਦੇਵੇਂਗੀ। ਉਹਦੀ ਤਾਂ ਮਾਂ ਕੋਲ ਵੀ ਸਮਰੱਥਾ ਨਹੀਂ ਸੀ। ਮੈਨੂੰ ਤਰਸ ਆ ਗਿਆ। ਹਿਰਦੇ ਝਾਤ ਮਾਰ, ਜੇ ਲੋੜਵੰਦ ਵੱਲ ਵੇਖ ਕੇ ਤੇਰਾ ਹਿਰਦਾ ਤੜਫਦਾ ਏ, ਫਿਰ ਤੂੰ ਧਰਮੀ ਹੋਇਆ ਹੈ। ਤਾਂ ਹੀ ਮਹਾਰਾਜ ਕਹਿੰਦੇ ਨੇ, ਦੇ ਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦੇ ਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਜਪੋ ਜੀ, ਦੇ ਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ।
ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ, ਕਿਛ ਪੁੰਨ ਦਾਨ ਕਰੇ। ਧਰਮ ਦੇ ਕਰਮ ਤਾਂ ਆਪਾਂ ਸਾਰੇ ਹੀ ਕਰਦੇ ਹਾਂ, ਪਰ ਧਰਮੀ ਕੋਈ ਕੋਈ ਹੁੰਦਾ ਹੈ। ਦਇਆ ਕਿਸੇ ਕਿਸੇ ਨੂੰ ਆਉਂਦੀ ਹੈ, ਕਿਹਨੂੰ ਆਉਂਦੀ? ਲੋ ਬਾਣੀ ਚੋਂ ਪ੍ਰਮਾਣ ਦੇ ਦੇਵਾਂ ਤੇ ਇੱਕ ਉਦਾਹਰਣ ਮੰਨ ਕਰਕੇ ਦਇਆ ਦੀ ਹੋਰ ਸੁਣਾ ਦੇਵਾਂ। ਉਹਨਾਂ ਨੂੰ ਦਇਆ ਆਉਂਦੀ ਏ ਜਿਨ੍ਹਾਂ ਦੀ ਭਗਤੀ ਪ੍ਰਵਾਨ ਹੋ ਜਾਂਦੀ ਹੈ, ਉਹਨਾਂ ਨੂੰ ਆਉਂਦੀ ਹੈ, ਸਾਰਿਆਂ ਨੂੰ ਥੋੜ੍ਹੀ ਆਉਂਦੀ ਹੈ। ਨਹੀਂ ਤੇ ਤੁਸੀਂ ਕਹਿੰਦੇ ਹੋ ਲੈ ਫਲਾਨਾ ਬੰਦਾ ਇੰਨਾ ਕਥਾ ਕੀਰਤਨ ਕਰਦਾ, ਸੁਣਦਾ, ਸੇਵਾ ਕਰਦਾ, ਰੱਤੀ ਜਿੰਨੀ ਕਿਸੇ ਤੇ ਦਇਆ ਨਹੀਂ ਆਉਂਦੀ। ਉਹ ਪ੍ਰਵਾਨ ਨਹੀਂ ਹੋਈ। ਜਿੱਦਣ ਭਗਤੀ ਪ੍ਰਵਾਨ ਹੋ ਗਈ, ਕੀ ਕਹਿੰਦੇ ਮਹਾਰਾਜ? ਸੁਖ ਸਹਿਜ ਦਇਆ ਕਾ ਪੋਤਾ, ਹਰ ਭਗਤਾ ਹਵਾਲੇ ਹੋਤਾ। ਇਹ ਬਖਸ਼ਾਂ ਭਗਤਾਂ ਤੇ ਹੁੰਦੀਆਂ ਨੇ। ਸਵੇਰ ਦਾ ਵਕਤ ਸੀ, ਨਾਮਦੇਵ ਜੀ ਘਰੋਂ ਨਿਕਲੇ ਤੇ ਇਕਾਂਤ ਵੱਲ ਨੂੰ ਟੁਰੇ ਜਾਂਦੇ ਨੇ। ਜਦੋਂ ਮੰਦਰ ਦੇ ਮੋਹਰ ਦੀ ਲੰਘਣ ਲੱਗੇ ਤੇ ਇੱਕ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿੱਚ ਪਈ। ਕਦਮ ਰੁਕ ਗਏ। ਜਦੋਂ ਮੰਦਰ ਵੱਲ ਵੇਖਿਆ ਤਾਂ ਬਹੁਤ ਸਾਰੇ ਲੋਕ ਮੰਦਰ ਦੇ ਬਾਹਰ ਬੈਠੇ ਸੀ। ਹੁਣ ਵੀ ਬਹਿੰਦੇ ਨੇ। ਕਿਉਂ ਬੰਦੇ ਨੇ? ਮੰਦਰ ਗੁਰਦੁਆਰਿਆਂ ਦੇ ਬਾਹਰ ਲੋੜਵੰਦ ਲੋਕ ਬਹਿ ਜਾਂਦੇ ਨੇ। ਕਿਉਂ? ਸ਼ਾਇਦ ਮੰਦਰ ਗੁਰਦੁਆਰੇ ਦੇ ਵਿੱਚੋਂ ਕੋਈ ਦਇਆਵਾਨ ਨਿਕਲੇਗਾ, ਸਾਡੇ ਪੱਲੇ ਕੁਝ ਪਾ ਜਾਵੇਗਾ। ਪਰ ਸਤ ਸੰਗੀਓ, ਮੰਦਰ ਗੁਰਦੁਆਰਿਆਂ ਦੇ ਵਿੱਚ ਸਾਰੇ ਦਇਆ ਕਰਨ ਵਾਲੇ ਥੋੜੀ ਆਉਂਦੇ ਨੇ। ਕੀ ਵੇਖਿਆ? ਬਹੁਤ ਸਾਰੇ ਲੋਕ ਬਾਹਰ ਬੈਠੇ ਨੇ ਤੇ ਇੱਕ ਬਜ਼ੁਰਗ ਜਿਹੀ ਗਰੀਬੜੀ ਜਿਹੀ ਮਾਂ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠੀ ਤੇ ਉਹਦਾ ਬੱਚਾ ਰੋ ਰਿਹਾ ਹੈ। ਕੋਲ ਚਲੇ ਗਏ, ਕਹਿੰਦੇ ਭੈਣਾ ਇਹ ਬੱਚੇ ਨੂੰ ਚੁੱਪ ਕਿਉਂ ਨਹੀਂ ਕਰਾਉਂਦੀ ਤੂੰ? ਉਹ ਕਹਿੰਦੀ ਵੀਰਾ 2 ਦਿਨ ਹੋ ਗਏ ਦੁੱਧ ਨਹੀਂ ਮਿਲਿਆ, ਪੇਟ ਤੋਂ ਭੁੱਖਾ ਹੈ। ਰੋਂਦਾ ਆਂਦਰਾਂ ਮੇਰੀਆਂ ਵੀ ਤੜਫਦੀਆਂ ਨੇ, ਨਹੀਂ ਚੁੱਪ ਕਰਦਾ। ਨਾਮਦੇਵ ਜੀ ਕੀ ਵੇਖਦੇ ਨੇ? ਬਾਜ਼ਾਰੀ ਨੇ ਦੁੱਧ ਦਾ ਕਟੋਰਾ ਭਰਿਆ ਹੋਇਆ ਏ ਤੇ ਮੂਰਤੀ ਦੇ ਅੱਗੇ ਖਲੋਤਾ ਕੀ ਜੋਦੜੀਆਂ ਕਰ ਰਿਹਾ ਏ? ਭਗਵਾਨ ਭੋਗ ਲਗਾਓ। ਵਾਹਿਗੁਰੂ। ਇਸ ਤਰ੍ਹਾਂ ਕਹਿ ਰਿਹਾ ਏ, ਭੋਗ ਲਗਾਓ। ਜਦੋਂ ਉਹਦੀ ਪੂਜਾ ਖਤਮ ਹੋ ਗਈ ਤੇ ਭਗਤ ਜੀ ਨੇ ਆਵਾਜ਼ ਮਾਰੀ ਹੈ, ਪੁਜਾਰੀ ਜੀ ਬੱਚਾ ਭੁੱਖਾ ਹੈ, 2-4 ਚਮਚੇ ਦੁੱਧ ਦੇ ਇਹਦੇ ਮੂੰਹ ਵਿੱਚ ਪਾ ਦਿਓ। ਉਹਨੂੰ ਤਾਂ ਗੁੱਸਾ ਚੜ ਗਿਆ। ਤੂੰ ਨੀਵੀਂ ਜਾਤ ਦਾ ਬੰਦਾ ਮੰਦਰ ਅੱਗੇ ਖਲੋਗੇ, ਉਹ ਤੂੰ ਮੈਨੂੰ ਮੱਤਾਂ ਦਿੰਦਾ ਏ, ਮੈਨੂੰ ਸਮਝਾਉਂਦਾ ਏ। ਫਿਰ ਤਰਲਾ ਕੀਤਾ, ਪੁਜਾਰੀ ਜੀ ਇਹਦਾ ਰੋਣਾ ਵੇਖਿਆ ਨਹੀਂ ਗਿਆ, ਮੇਰੇ ਕਦਮ ਰੁਕ ਗਏ ਨੇ, ਪਿਲਾ ਦੇ ਦੁੱਧ। ਜੇ ਤੂੰ ਨਾ ਪਿਲਾਇਆ ਮੈਂ ਤੇਰੇ ਕੋਲੋਂ ਦੁੱਧ ਦਾ ਕਟੋਰਾ ਖੋਹ ਲੈਣਾ ਹੈ। ਮੇਰੇ ਕੋਲ ਇਹਦਾ ਰੋਣਾ ਨਹੀਂ ਵੇਖਿਆ ਜਾਂਦਾ, ਉਹ ਤਾਂ ਕਬੂਲ ਬੋਲੀ ਜਾਂਦਾ ਹੈ। ਸੱਚੀ ਪਿਆਰਿਓ, ਨਾਮਦੇਵ ਜੀ ਨੇ ਦੁੱਧ ਦਾ ਕਟੋਰਾ ਖੋਹ ਕੇ ਨਾ ਗਰੀਬ ਬੱਚੇ ਦੇ ਮੂੰਹ ਨੂੰ ਲਾ ਦਿੱਤਾ। ਉਹਨੇ ਬਹੁਤ ਕਬੂਲ ਬੋਲੇ ਨਾਮਦੇਵ ਜੀ ਨੂੰ। ਤੇ ਨਾਮਦੇਵ ਕੀ ਕਹਿੰਦੇ ਨੇ? ਕਹਿੰਦੇ ਓਏ ਭਲਿਆ, ਕਿੰਨੇ ਚਿਰ ਦਾ ਖਲੋਤਾ ਜੋਦੜੀਆਂ ਕਰੀ ਜਾਂਦਾ ਏ, ਭਗਵਾਨ ਭੋਗ ਲਗਾਓ, ਭਗਵਾਨ ਭੋਗ ਲਗਾਓ। ਕਹਿੰਦਾ ਵੇਖ ਗਰੀਬ ਬੱਚੇ ਵੱਲ, ਤੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਜਿਵੇਂ ਭਗਵਾਨ ਨੇ ਭੋਗ ਲਾ ਦਿੱਤਾ ਹੋਵੇ? ਵਾਹਿਗੁਰੂ।
ਤੈਨੂੰ ਲੱਗਦਾ ਨਹੀਂ ਇਸ ਤਰ੍ਹਾਂ ਵੀ ਪੀ ਲਿਆ ਭਗਵਾਨ ਨੇ। ਹੁਣ ਲੱਗੇ ਤੇ ਉਹਨੂੰ ਜਿਹਨੂੰ ਦਇਆ ਆਉਂਦੀ ਹੋਵੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਸਿਮਰੋ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਤੇ ਨਰ ਕਿਆ ਪ੍ਰਾਨ ਸੁਨ ਕੀਨਾ ਅਨ ਪਾਵਨੀ ਭਗਤ ਨ ਕੀਨੀ। ਭੁੱਖੇ ਦਾਨ ਨ ਦੀਨਾ। ਸ਼ਬਦ ਸੁਣਿਓ ਜੀ। ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਭਗਤ ਪਰਮਾਨੰਦ ਜੀ। ਉਹ ਜਾਤ ਦੇ ਬ੍ਰਾਹਮਣ ਨੇ, ਇਸ ਲਈ ਉਹ ਆਪਣੇ ਤਰੀਕੇ ਨਾਲ ਗੱਲ ਕਰਦੇ ਨੇ। ਗੱਲ ਇਹੋ ਹੀ ਕਰਦੇ ਨੇ। ਕਹਿੰਦੇ ਮੈਨੂੰ ਦੱਸ ਤੂੰ ਕਥਾ ਪੁਰਾਣ ਵੇਦਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਪੜ੍ਹ ਕੇ ਕੀ ਖਟਿਆ ਹੈ? ਕਦੀ ਤੂੰ ਕਿਸੇ ਭੁੱਖੇ ਨੂੰ ਪ੍ਰਸ਼ਾਦਾ ਨਹੀਂ ਛਕਾਇਆ, ਕਦੀ ਕਿਸੇ ਲੋੜਵੰਦ ਦੇ ਮਗਰ ਨਹੀਂ ਟੁਰਿਆ, ਕਦੀ ਕਿਸੇ ਦੁਖੀ ਵੱਲ ਵੇਖ ਕੇ ਤੇਰਾ ਦਿਲ ਨਹੀਂ ਦੁਖਿਆ। ਦੱਸ ਤੂੰ ਖਟਿਆ ਕੀ ਹੈ ਇੰਨਾ ਕੁਝ ਕਰਕੇ? ਕੁਝ ਵੀ ਨਹੀਂ। ਤੇ ਨਰ ਕਿਆ ਪ੍ਰਾਨ ਸੁਨ ਕੀਨਾ। ਤੇ ਨਰ ਕਿਆ ਪ੍ਰਾਨ ਸੁਨ ਕੀਨਾ। ਅਨ ਪਾਵਨੀ ਭਗਤ ਨਾ ਉਪਜੀ। ਭੁੱਖੇ ਦਾਨ ਨਾ ਦੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਪਲ ਪਈ ਸਭ ਸੇਵਾ। ਅਨ ਪਾਵਨੀ ਭਗਤ ਨਾ ਉਪਜੀ। ਭੁੱਖੇ ਦਾਨ ਨਾ ਦੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਬਾਟ ਪਾਰ ਕਰ ਮੂਸ ਬੇਰਾ ਨੂੰ, ਪੇਟ ਭਰੇ ਅਪਰਾਧੀ। ਜੈ ਪਰ ਲੋਕ ਜਾਏ ਅਪਕੀਰਤ, ਸੋਈ ਅਵਿਦਿਆ ਸਾਦੀ। ਅਨ ਪਾਵਨੀ ਭਗਤ ਨਾ ਉਪਜੀ। ਭੁੱਖੇ ਦਾਨ ਨਾ ਦੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਅਨ ਪਾਵਨੀ ਭਗਤ ਨਾ ਉਪਜੀ। ਭੁੱਖੇ
ਭੁੱਖੇ ਦਾਨ ਨਾ ਦੀਨਾ, ਤੈ ਨਰ ਕਿਆ ਪ੍ਰਾਨ ਸੁਨ ਕੀਨਾ। ਹਿੰਸਾ ਤੂੰ ਮਨ ਤੇ ਨਹੀਂ ਛੂਟੀ, ਜੇ ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨ ਚਾਲੀ। ਛਾੜ ਮਨ ਹਰ ਬੇਮੁਖਨ ਕੋ ਸੰਗ, ਦਇਆ ਜਾਣ ਜੀ ਕੀ। ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ। ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ। ਕਿਛ ਪੁੰਨ ਦਾਨ ਕਰੇ, ਦਇਆ ਜਾਣ ਜੀ ਕੀ। ਕਿਛ ਪੁੰਨ ਦਾਨ ਕਰੇ। ਅਗਲੀ ਬਾਤ, ਤਨ ਕਰਕੇ ਦਇਆ। ਤਨ ਕਰਕੇ ਵੀ ਦਇਆ ਹੋ ਸਕਦੀ ਹੈ। ਕੋਈ ਟੀਚਰ ਹੈ, ਐਨੇ ਬੱਚਿਆਂ ਨੂੰ ਪੜ੍ਹਾਉਂਦਾ ਹੈ ਤੇ 2-4 ਗਰੀਬ ਦੇ ਬੱਚਿਆਂ ਵੱਲ ਵੀ ਵੇਖ ਸਕਦਾ ਹੈ। ਕੋਈ ਡਾਕਟਰ ਹੈ, ਐਨੇ ਮਰੀਜ਼ਾਂ ਨੂੰ ਵੇਖਦਾ ਹੈ ਤੇ 2-4 ਗਰੀਬਾਂ ਵੱਲ ਵੀ ਨਜ਼ਰ ਮਾਰ ਸਕਦਾ ਹੈ। ਭਾਵ ਅਸੀਂ ਕੋਈ ਵੀ ਕੰਮ ਕਰਦੇ ਹਾਂ, ਆਪਣੇ ਕੰਮ ਕਰਦਿਆਂ ਕਰਦਿਆਂ ਕਿਰਤ ਵਿੱਚੋਂ ਆਪਾਂ ਦਇਆ ਕਰ ਸਕਦੇ ਹਾਂ। ਵਾਹਿਗੁਰੂ। ਤਾਂ ਲਓ, ਐਸੀ ਉਦਾਹਰਣ ਤੁਹਾਨੂੰ ਇਤਿਹਾਸ ਵਿੱਚੋਂ ਦੇਵਾਂ। ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪੁਰਬ ਮਨਾ ਰਹੇ ਹਾਂ, ਉਹਨਾਂ ਦੇ ਇਤਿਹਾਸ ਵਿੱਚੋਂ ਲੈ ਲਈਏ ਤੇ ਪਹਿਲਾਂ ਬਾਣੀ ਵਿੱਚੋਂ ਤੁਹਾਨੂੰ ਪੰਕਤੀ ਸੁਣਾ ਦੇਵਾਂ, ਮੋਹਰ ਲੱਗ ਜਾਵੇ। ਦਇਆ ਦਿਵੰਗਰ ਦੇਹੀ ਵਿਚਾਰੀ, ਆਪ ਮਰੇ ਅਵਰੇ ਨਹੀਂ ਮਾਰੀ। ਦਇਆ ਦਿਵੰਗਰ ਦੇਹੀ ਵਿਚਾਰੀ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਮੇਰਾ ਵਰਤਾ ਰਹੇ ਨੇ, ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਣਗੇ। ਭਾਵਨਾ ਦੀ ਅੱਖ ਨਾਲ ਦਰਸ਼ਨ ਕਰਿਓ। ਆਨੰਦਪੁਰ ਦੀ ਧਰਤੀ, ਸੰਗਤਾਂ ਆਉਂਦੀਆਂ ਨੇ ਤੇ ਮੱਥਾ ਟੇਕ ਕੇ ਬੈਠੀ ਜਾਂਦੀਆਂ ਨੇ। ਇੱਕ ਗੁਰਮੁਖ ਨੇ ਮੱਥਾ ਟੇਕਿਆ ਏ, ਉਹ ਮੱਥਾ ਟੇਕ ਕੇ ਬੈਠਾ ਨਹੀਂ, ਮਹਾਰਾਜ ਜੀ ਵੱਲ ਵੇਖੀ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੁਜਾਨ ਸਿੰਘਾ ਮੇਰੇ ਵੱਲ ਕੀ ਵੇਖੀ ਜਾਂਦਾ ਹੈ? ਉਹ ਕਹਿੰਦਾ, ਮਹਾਰਾਜ ਤੁਹਾਡੇ ਦਰਸ਼ਨ ਕਰਕੇ ਰੱਜ ਨਹੀਂ ਆਉਂਦਾ, ਜੀ ਕਰਦਾ ਵੇਖੀ ਜਾਵਾਂ। ਸੁਜਾਨ ਸਿੰਘਾ ਦਰਸ਼ਨ ਕਰਨੇ ਤੈਨੂੰ ਅਜੇ ਵੀ ਨਾ ਆਏ, ਆਉਂਦੇ ਨਹੀਂ ਤੈਨੂੰ ਦਰਸ਼ਨ ਕਰਨੇ। ਕੀ ਕੰਮ ਕਰਦਾ ਹੈ? ਮਹਾਰਾਜ ਮੈਂ ਵੈਦ ਹਾਂ, ਉਹ ਇੰਨੇ ਮਰੀਜ਼ਾਂ ਨੂੰ ਵੇਖਦਾ, ਕਦੀ 2-4 ਗਰੀਬਾਂ ਵੱਲ ਵੀ ਨਜ਼ਰ ਮਾਰ ਲੈਂਦਾ। ਨਹੀਂ ਆਉਂਦੇ ਤੈਨੂੰ ਦਰਸ਼ਨ ਕਰਨੇ। ਉਹ ਗੁਰੂ ਜੀ ਦਾ ਇਸ਼ਾਰਾ ਸਮਝ ਗਿਆ ਸੀ। ਉਹਨੇ ਮੱਥਾ ਟੇਕਿਆ ਤੇ ਆਨੰਦਪੁਰ ਸਾਹਿਬ ਵੱਲ ਤੋਂ ਕੀਰਤਪੁਰ ਵੱਲ ਨੂੰ 20 ਕਿਲੋਮੀਟਰ ਆ ਗਿਆ। ਰਸਤੇ ਦੇ ਵਿੱਚ ਉਹਨੇ ਝੁੱਗੀ ਪਾ ਲਈ ਏ। ਪਹਾੜੀ ਇਲਾਕਾ, ਹੁਣ ਵੀ ਪਹਾੜੀ ਇਲਾਕਾ ਏ, ਉਦੋਂ ਤੋਂ ਬਹੁਤ ਪਹਾੜੀਆਂ। ਕਿਤੇ ਵੀ ਲੋੜ ਪੈਂਦੀ ਦੁਆ ਦਾਰੂ ਦੀ ਝੋਲਾ ਚੁੱਕ ਕੇ ਦੌੜਾ ਹੀ ਜਾਂਦਾ ਉਧਰ ਨੂੰ। ਕਿਸੇ ਨੂੰ ਰਸਤੇ ਵਿੱਚ ਲੋੜ ਪੈ ਜਾਵੇ, ਉਧਰ ਨੂੰ ਦੌੜਦਾ ਹੈ। ਆ ਇੱਕ ਦਿਨ ਸੰਗਤਾਂ ਆਈਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਣ, ਤੇ ਉਹ ਕੀ ਦੱਸਦੀਆਂ ਨੇ, ਪਾਤਸ਼ਾਹ ਜੀ ਉਹ ਜਿਹੜਾ ਰਸਤੇ ਦੇ ਵਿੱਚ ਇੱਕ ਵੈਦ ਬਹਿੰਦਾ ਹੈ ਨਾ, ਉਹ ਬੜਾ ਦਇਆਵਾਨ ਹੈ।
ਗਰੀਬਾਂ ਤੇ ਲੋੜਵੰਦਾਂ ਦਾ ਖਿਆਲ ਬਹੁਤ ਰੱਖਦਾ ਹੈ, ਕਿਤੇ ਲੋੜ ਪਵੇ ਪਹੁੰਚਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ? ਕਹਿੰਦੇ ਚੰਗਾ ਬਈ, ਹੁਣ ਜਦੋਂ ਤੂੰ ਵਾਪਸ ਜਾਏਗਾ ਉਹਨੂੰ ਮੇਰਾ ਸੁਨੇਹਾ ਦੇਵੀਂ ਵੀ ਕੱਲ ਨੂੰ ਗੋਬਿੰਦ ਸਿੰਘ ਨੇ ਤੇਰੇ ਘਰ ਆਉਣਾ ਹੈ। ਵਾਹਿਗੁਰੂ। ਸਿੱਖ ਉਹ ਹੈ ਜਿਹੜਾ ਸਿੱਖੀ ਦੀਆਂ ਬਰੀਕੀਆਂ ਨੂੰ ਸਮਝੇ। ਕੀ ਬਰੀਕੀ ਹੈ ਇਸ ਸਾਖੀ ਦੀ? ਪਹਿਲਾਂ ਦਇਆ ਆਈ ਏ ਤੇ ਬਾਅਦ ਵਿੱਚ ਗੁਰੂ ਚੱਲੇ ਨੇ। ਜੇ ਤੈਨੂੰ ਦਇਆ ਨਹੀਂ ਨਾ ਆਈ, ਗੁਰੂ ਨੇ ਕੋਈ ਨਹੀਂ ਆਉਣਾ ਤੇਰੇ ਹਿਰਦੇ ਤੇ। ਪਹਿਲਾਂ ਦਇਆ, ਹੁਣ ਬਾਅਦ ਵਿੱਚ ਮਹਾਰਾਜ ਨਜ਼ਰ ਮਾਰਨ ਲੱਗੇ ਨੇ। ਉਹਨੇ ਜਾ ਕੇ ਸੁਨੇਹਾ ਦੇ ਦਿੱਤਾ, ਉਹਨੂੰ ਤਾਂ ਚੜ ਗਿਆ ਚਾਹ। ਅੱਜ ਉਹ ਦਿਨ ਆ ਗਿਆ ਸੀ ਜਿੱਦਣ ਗੁਰੂ ਗੋਬਿੰਦ ਸਿੰਘ ਜੀ ਨੇ ਇਹਦੇ ਘਰ ਆਉਣਾ ਸੀ। ਸਾਡੇ ਘਰ ਵੀ ਕਿਸੇ ਨੇ ਆਣਾ ਹੋਵੇ ਆਪਾਂ ਤਿਆਰੀ ਕਰਦੇ ਹਾਂ। ਉਹਨੇ ਵੀ ਵਿਛਾਈਆਂ ਕਰ ਦਿੱਤੀਆਂ ਸੀ, ਉਹਦੇ ਘਰ ਤੇ ਗੁਰੂ ਨੇ ਆਉਣਾ। ਸੋਚਣ ਲੱਗਾ ਵੀ ਮਹਾਰਾਜ ਜੀ ਨੂੰ ਅਗਾਂਹ ਜਾ ਕੇ ਲੈ ਆਵਾਂ। ਸਾਰੀ ਤਿਆਰੀ ਕਰਕੇ ਜਦੋਂ ਅਗਾਂਹ ਲੈਣ ਵਾਸਤੇ ਘਰੋਂ ਦਰਵਾਜ਼ਾ ਖੋਲ ਕੇ ਝੁੱਗੀ ਚੋਂ ਬਾਹਰ ਨਿਕਲਿਆ ਨਾ, ਕੀ ਵੇਖਦਾ ਹੈ? ਇੱਕ ਬਜ਼ੁਰਗ ਮਾਤਾ, ਉਹਨੇ ਦੋਨੋਂ ਪੈਰ ਫੜ ਲਏ। ਵੈਦ ਜੀ, ਮੇਰੀ ਨੌਂ ਦੇ ਪੇਟ ਵਿੱਚ ਦਰਦ ਹੁੰਦਾ ਹੈ। ਭਾਈ ਵੀਰ ਸਿੰਘ ਹੁਰੀ ਇਹ ਸਾਖੀ ਲਿਖਦੇ ਨੇ ਕਲਗੀਧਰ ਚਮਤਕਾਰ ਵਿੱਚ। ਮੇਰੀ ਨੌਂ ਦੇ ਪੇਟ ਵਿੱਚ ਦਰਦ ਹੁੰਦਾ ਏ, ਜੇ ਤੁਸੀਂ ਮੇਰੇ ਨਾਲ ਨਾ ਗਏ ਮੇਰੇ ਬੱਚੇ ਦਾ ਘਰ ਉਜੜ ਜਾਣਾ ਹੈ। ਵਾਹਿਗੁਰੂ। ਸਾਰੀ ਰਾਤ ਤੜਫਦੀ ਰਹੀ ਹੈ, ਚਲੋ ਮੇਰੇ ਨਾਲ। ਉਹ ਹੁਣ ਮਹਾਰਾਜ ਜੀ ਨੂੰ ਲੈਣ ਚੱਲਾ ਹੈ। ਇਧਰੋਂ ਬਿਰਧ ਮਾਤਾ ਤਰਲੇ ਕਰੀ ਜਾਂਦੀ, ਮੇਰੇ ਨਾਲ ਚੱਲ। ਕਿੱਧਰ ਜਾਵਾਂ? ਜਦੋਂ ਉਹਨੇ ਬਹੁਤ ਤਰਲੇ, ਅੱਖਾਂ 'ਚ ਹੰਝੂ ਭਰ ਕੇ ਆਖਿਆ ਨਾ, ਘਰ ਉਜੜ ਜਾਣਾ ਮੇਰੇ ਬੱਚੇ ਦਾ, ਤਰਸ ਆ ਗਿਆ। ਚੁੱਕ ਲਿਆ ਦਵਾਈਆਂ ਵਾਲਾ ਝੋਲਾ, ਚੱਲ ਤੇਰੇ ਨਾਲ ਚੱਲਦਾ ਹਾਂ। ਚਲਾ ਗਿਆ, ਜਾ ਕੇ ਬੱਚੀ ਨੂੰ ਦਵਾ ਦਾਰੂ ਦਿੱਤਾ। ਜਿੰਨਾ ਚਿਰ ਉਹ ਠੀਕ ਨਾ ਹੋਈ ਕੋਲ ਬੈਠਾ ਰਿਹਾ। ਜਦੋਂ ਕੋਈ ਸਾਹ ਸੌਖਾ ਆਇਆ ਤੇ ਉਹ ਵਾਪਸ ਮੁੜ ਆਇਆ ਸੀ। ਸੋਚਦਾ ਆਉਂਦਾ ਹੈ ਮਹਾਰਾਜ ਆਏ ਹੋਣਗੇ, ਘਰ ਖਾਲੀ ਵੇਖ ਕੇ ਮੁੜ ਗਏ ਹੋਣੇ ਨੇ। ਪਰ ਜਦੋਂ ਘਰ ਦੇ ਕੋਲ ਆਇਆ, ਇੱਥੇ ਤੇ ਬਹੁਤ ਲੋਕੀ ਖਲੋਤੇ ਨੇ। ਕਿਉਂ ਬਈ? ਮੇਰੇ ਘਰ ਦੇ ਆਲੇ ਦੁਆਲੇ ਇੰਨੇ ਕਿਉਂ ਖੜੋਤੇ ਹੋ? ਉਹ ਤੈਨੂੰ ਨਹੀਂ ਪਤਾ ਸੁਜਾਨ ਸਿੰਘਾ, ਤੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਆਏ ਹੋਏ ਨੇ। ਤੂੰ ਕਿਤੇ ਗਿਆ ਸੀ? ਉੱਥੇ ਬੈਠੇ ਉਡੀਕਦੇ ਨੇ ਕਦੋਂ ਦੇ। ਝੱਟ ਦੇਣੀ ਜਾ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ, ਚਰਨਾਂ ਨੂੰ ਪਕੜਿਆ। ਕਹਿੰਦਾ ਕਲਗੀਆਂ ਵਾਲਿਆ, ਇਸ ਤਰ੍ਹਾਂ ਇੱਕ ਬਿਰਧ ਮਾਤਾ ਮੈਨੂੰ ਨਾਲ ਲੈ ਗਈ, ਮੈਨੂੰ ਤਰਸ ਆ ਗਿਆ, ਮੈਨੂੰ ਜਾਣਾ ਪੈ ਗਿਆ। ਮੈਨੂੰ ਤਰਸ ਆ ਗਿਆ। ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ? ਕਹਿੰਦੇ ਸੁਜਾਨ ਸਿੰਘਾ, ਤੂੰ ਦਇਆ ਦੇ ਪਰਚੇ ਵਿੱਚੋਂ ਪਾਸ ਹੋ ਗਿਆ। ਤੂੰ ਪਾਸ ਹੋ ਗਿਆ। ਕਿਵੇਂ ਮਹਾਰਾਜ? ਓਏ ਤੂੰ ਕਿਸੇ ਬੁੱਢੀ ਮਾਈ ਦੇ ਨਾਲ ਨਹੀਂ ਗਿਆ, ਤੂੰ ਮੇਰੇ ਨਾਲ ਹੀ ਗਿਆ ਸੀ। ਤੂੰ ਮੇਰੇ ਨਾਲ ਹੀ ਗਿਆ ਸੀ, ਕਿਸੇ ਬੁੱਢੀ ਮਾਈ ਨਾਲ ਨਹੀਂ ਗਿਆ। ਆ ਦਵਾਈ ਦੀਆਂ ਬੂੰਦਾਂ ਤੂੰ ਮੇਰੇ ਮੁਖ ਹੀ ਪਾਉਂਦਾ ਪਿਆ ਸੀ। ਪਾਸ ਹੋ ਗਿਆ ਤੂੰ। ਸੱਚੀ ਪਿਆਰਿਓ, ਪਹਿਲਾਂ ਦਇਆ ਆਏਗੀ, ਬਾਅਦ ਵਿੱਚ ਗੁਰੂ ਆਏਗਾ। ਜੇ ਦਇਆ ਨਾ ਆਈ, ਗੁਰੂ ਨੇ ਵੀ ਨਹੀਂ ਆਉਣਾ। ਨਿਤਨੇਮ ਸੇਵਾ ਸਿਮਰਨ ਜਪ ਤਪ, ਕਸਵੱਟੀ ਲਾਲ ਹੈ, ਥਾਂ ਵੀ ਪੈ ਰਹੇ ਨੇ ਕਿ ਕਿਤੇ ਕੋਈ ਕਮੀ ਹੈ। ਦਇਆ ਜਾਣੀ ਜੀ ਕੀ,
किछ पुण्य दान करे, दया जान जी की। किछ पुण्य दान करे, जपो दया जान जी की। किछ पुण्य दान करे, सिमरो दया जान जी की। किछ पुण्य दान करे, दया जाने जी की। दया जाने जी की। दया जाने जी की। दया जान जी की। किछ पुण्य दान करे, दया जान जी की। किछ ਪੁੰਨ ਦਾਨ ਕਰੇ। ਧੰਨ ਕਰਕੇ ਦਇਆ। ਇਸਲਾਮ ਧਰਮ ਵਿੱਚ ਇੱਕ ਸਾਖੀ ਬੜੀ ਪ੍ਰਸਿੱਧ ਹੈ, ਜਿਵੇਂ ਕੁਝ ਸਾਖੀਆਂ ਆਪਣੇ ਧਰਮ ਵਿੱਚ ਪ੍ਰਸਿੱਧ ਨੇ। ਇੱਕ ਹਾਜੀ ਮੱਕੇ ਕਾਬੇ ਹਜ ਕਰਨ ਗਿਆ ਤੇ ਉਹ ਰਾਤ ਨੂੰ ਸੁੱਤਾ, ਕੀ ਸੁਣਦਾ ਵੀ ਦੋ ਫਰਿਸ਼ਤੇ ਆਪਸ ਵਿੱਚ ਗੱਲਾਂ ਕਰਦੇ ਨੇ। ਸਾਖੀ ਉਹਨਾਂ ਦੇ ਧਰਮ ਦੀ। ਆਪਾਂ ਇਹਦੇ ਚੋਂ ਸਿੱਖਿਆ ਲੈਣੀ ਕੇਵਲ ਦਇਆ ਦੀ, ਕਿਉਂਕਿ ਪ੍ਰਮਾਣ ਆਪਾਂ ਕੋਈ ਵੀ ਲੈ ਸਕਦੇ ਹਾਂ। ਦੋ ਫਰਿਸ਼ਤੇ ਆਪਸ ਵਿੱਚ ਗੱਲਾਂ ਕਰਦੇ ਨੇ। ਪਹਿਲਾ ਪੁੱਛਦਾ ਹੈ, ਕਹਿੰਦਾ ਕਿੰਨੇ ਹਾਜੀ ਆਏ ਇਸ ਵਾਰ ਹਜ ਕਰਨ। ਦੂਜਾ ਕਹਿੰਦਾ 6 ਲੱਖ। ਪਹਿਲਾ ਫਿਰ ਪੁੱਛਦਾ, ਕਹਿੰਦਾ ਹਜ ਪ੍ਰਵਾਨ ਕਿੰਨਿਆਂ ਦਾ ਹੋਇਆ ਹੈ। ਦੂਜਾ ਕਹਿੰਦਾ ਆਏ ਤਾਂ 6 ਲੱਖ ਨੇ, ਪਰ ਪ੍ਰਵਾਨ ਨਹੀਂ ਕਿਸੇ ਦਾ ਹੋਇਆ। ਉਹ ਫਲਾਨੇ ਸ਼ਹਿਰ ਵਿੱਚ ਇੱਕ ਮੋਚੀ ਰਹਿੰਦਾ ਸੀ, ਉਹ ਆਇਆ ਨਹੀਂ, ਪਰ ਉਹਦਾ ਹਜ ਪ੍ਰਵਾਨ ਹੋ ਗਿਆ। ਉਹ ਕਹਿੰਦਾ ਉਹ ਤੇ ਆਇਆ ਹੀ ਨਹੀਂ, ਆਉਣਾ ਕਿਵੇਂ ਪ੍ਰਵਾਨ ਹੋ ਗਿਆ। ਇਸ ਤਰ੍ਹਾਂ ਹੋ ਗਿਆ। ਉਸ ਮੋਚੀ ਨੇ ਪੈਸੇ ਜੋੜ ਕੇ ਰੱਖੇ ਸੀ, ਜਦੋਂ ਮੈਂ ਹੱਜ ਤੇ ਜਾਵਾਂਗਾ ਇਹ ਮੈਂ ਖਰਚਾਂਗਾ। ਆਪਾਂ ਵੀ ਰੱਖਦੇ ਆ, ਮੈਂ ਯਾਤਰਾ ਤੇ ਜਾਣਾ, ਇੱਥੇ ਮੱਥਾ ਟੇਕਣਾ, ਮੇਰਾ ਖਰਚਾ ਏ, ਮੈਂ ਇੱਧਰ। ਇਸ ਤਰ੍ਹਾਂ ਉਹਨੇ ਵੀ ਜੋੜੇ ਸੀ। ਜਦੋਂ ਘਰੋਂ ਟੁਰਨ ਲੱਗਾ, ਉਹਦੇ ਖਿਆਲ ਵਿੱਚ ਕੀ ਆ ਗਿਆ, ਆ ਜਿਹੜਾ ਮੇਰਾ ਗੁਆਂਢੀ ਪਰਿਵਾਰ ਹੈ ਨਾ, ਇਹਦਾ ਹੱਥ ਕਈ ਦਿਨਾਂ ਤੋਂ ਤੰਗ ਹੈ। ਦੀਵਾਰ ਸਾਂਝੀ ਏ, ਕਈ ਵਾਰ ਸੁਣਿਆ ਰੋਟੀ ਤੋਂ ਵੀ ਲੜਦੇ ਰਹਿੰਦੇ ਨੇ। ਤੰਗੀ ਆ ਗਈ ਇਹਨੂੰ। ਉਹ ਹੱਜ ਕਰਨ ਤੇ ਨਾ ਗਿਆ, ਉਹਨੇ ਗੁਆਂਢੀ ਦਾ ਦਰਵਾਜ਼ਾ ਖੜਕਾ ਦਿੱਤਾ। ਕਹਿੰਦਾ ਵੀਰਾ ਆ ਚੁੱਕ ਪੈਸੇ। ਪਹਿਲਾਂ ਤੇ ਆਪਣੇ ਬੱਚਿਆਂ ਨੂੰ ਰੱਜਵੀਂ ਰੋਟੀ ਖਵਾ, ਅੱਜ ਆਪਣੇ ਬੱਚਿਆਂ ਨੂੰ ਬਦਿਆਲੇ ਭੇਜ, ਆ ਲੈ ਮੇਰੇ ਪੈਸੇ। ਹੱਜ ਕਰਨ ਨਹੀਂ ਆਇਆ, ਗੁਆਂਢੀ ਦੀ ਲੋੜਵੰਦ ਦੀ ਤਲੀ ਤੇ ਪੈਸੇ ਰੱਖ ਦਿੱਤੇ। ਆਇਆ ਤੇ ਨਹੀਂ, ਚੰਗਾ ਸੁਭਾਅ ਵੇਖ ਕੇ ਅੱਲਾਹ ਤਾਲਾ ਨੇ ਉਹਦਾ ਹੱਜ ਪ੍ਰਵਾਨ ਕਰ ਲਿਆ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਕਹਿ ਰਹੇ ਨੇ, ਬਾਣੀ 'ਚ ਇਸ਼ਾਰਾ ਕਰ ਰਹੇ ਨੇ, ਹਿੰਸਾ ਤੋਂ ਮਨ ਤੇ ਨਹੀਂ ਛੂਟੀ ਦੀ, ਦਇਆ ਨਹੀਂ ਪਾਲੀ। ਪਰਮਾਨੰਦ ਸਾਧ ਸੰਗਤ ਮਿਲ, ਕਥਾ ਪੁਨੀਤ ਨ ਚਾਲੀ। ਜਿਹਨੂੰ ਦਇਆ ਨਹੀਂ ਆਂਦੀ, ਦਇਆਹੀਣ ਮਨੁੱਖ ਬੇਸ਼ੱਕ ਧਰਮ ਦੇ ਜਪ ਤਪ ਕਰਦਾ ਹੈ, ਉਹ ਸੁੱਕੇ ਦਰਖਤ ਦੀ ਤਰ੍ਹਾਂ ਹੈ। ਸੁੱਕਾ ਦਰਖਤ ਨਾ ਕਿਸੇ ਨੂੰ ਛਾਂ ਦਿੰਦਾ ਏ, ਨਾ ਕਿਸੇ ਨੂੰ ਫਲ ਦਿੰਦਾ ਹੈ। ਉਹ ਪੱਥਰ ਦੀ ਤਰ੍ਹਾਂ ਏ,
ਕਠੋਰ ਹੈ, ਸਭ ਕੁਝ ਕਰਦਾ ਹੋਇਆ ਠੋਕਰਾਂ ਹੀ ਮਾਰੀ ਜਾਂਦਾ ਹੈ। ਆਖਰੀ ਉਦਾਹਰਣ, ਇੱਕ ਪੱਥਰ ਘਾੜਾ ਤੁਰਿਆ ਜਾਂਦਾ ਸੀ। ਤੁਰਦਿਆਂ ਤੁਰਦਿਆਂ ਨਾ ਉਹਦੇ ਪੈਰ ਨੂੰ ਪੱਥਰ ਵੱਜ ਗਿਆ, ਸੱਟ ਲੱਗੀ। ਰਸਤੇ 'ਚ ਫਕੀਰ ਬੈਠਾ ਸੀ, ਕਹਿੰਦਾ ਪੁੱਤਰ ਪੱਥਰ ਕਠੋਰ ਹੋ ਰਹੇ ਨੇ, ਤੈਨੂੰ ਸੱਟ ਬਹੁਤ ਲੱਗੀ ਹੋਣੀ ਹੈ। ਤੁਸੀਂ ਵੇਖਿਆ ਹੈ ਧਰਮ ਦੀ ਦੁਨੀਆ 'ਚ ਧਰਮ ਦੇ ਕਰਮ ਕਰਦਾ ਬੰਦਾ ਕਈ ਵਾਰੀ ਮਾਰਦੇ ਨੇ ਠੋਕਰਾਂ, ਸੱਟ ਬਹੁਤ ਲੱਗੀ ਹੋਣੀ ਹੈ, ਕਠੋਰ ਹੁੰਦੇ ਨੇ ਇਹ। ਉਹ ਕਹਿੰਦਾ ਬਾਬਾ ਮੈਂ ਪੱਥਰ ਘਾੜਾ ਹਾਂ, ਮੈਂ ਪੱਥਰ ਘਾੜਾ ਹਾਂ, ਮੈਂ ਇਹਨੂੰ ਘੜਾਂਗਾ। ਜੇ ਦੀ ਮੂਰਤੀ ਬਣ ਗਈ, ਇਹਨੇ ਬਾਜ਼ਾਰ ਵਿੱਚ ਵਿਕਣਾ, ਇਹ ਚੰਗੀ ਲੱਗੀ, ਹੋ ਸਕਦਾ ਲੋਕ ਇਹਨੂੰ ਮੱਥਾ ਵੀ ਟੇਕਣਾ। ਮੈਂ ਘੜ ਕੇ ਇਸ ਤਰ੍ਹਾਂ ਬਣਾਵਾਂਗਾ, ਪੱਥਰ ਨੂੰ ਤਾਂ ਮੈਂ ਘੜ ਦੇਵਾਂਗਾ, ਜਿਹੜੇ ਕਠੋਰ ਹਿਰਦੇ ਵਾਲੇ ਲੋਕ ਨੇ ਉਹਨਾਂ ਨੂੰ ਕੌਣ ਘੜੇਗਾ? ਜਿਹੜੇ ਠੋਕਰਾਂ ਮਾਰ ਕੇ ਕਈਆਂ ਨੂੰ ਤੋੜਦੇ ਉਹਨਾਂ ਨੂੰ ਕੌਣ ਸਵਾਰੇਗਾ? ਤੇ ਉਹਨੇ ਕੀਤੀ ਸੀ ਗੁਰੂ ਨਾਨਕ ਦੇ ਘਰ ਦੀ ਸੰਗਤ, ਕਹਿੰਦੇ ਉਹਨਾਂ ਨੂੰ ਸਵਾਰੇਗੀ ਮੇਰੇ ਗੁਰੂ ਨਾਨਕ ਦੀ ਬਾਣੀ। ਵਾਹਿਗੁਰੂ। ਪੰਕਤੀ ਸੁਣਾਵਾਂ, ਗੁਰੂ ਨਾਨਕ ਦਾ ਘਰ ਟਕਸਾਲ ਹੈ, ਇੱਥੇ ਕਠੋਰ ਹਿਰਦੇ ਘੜੇ ਜਾਂਦੇ ਨੇ, ਪਰ ਉਹਨਾਂ ਦੇ ਜਿਹੜੀਆਂ ਆਪਣੀਆਂ ਅਕਲਾਂ ਸਿਆਣਪਾਂ ਜੋੜੇ ਖਾਨੇ ਵਿੱਚ ਲਾ ਕੇ ਆ ਕੇ ਨਾ ਆਪਣਾ ਆਪਾ ਗੁਰੂ ਨਾਨਕ ਦੀ ਥਾਲੀ ਵਿੱਚ ਟਿਕਾ ਦਿੰਦੇ ਨੇ, ਆਪਣੀ ਮਤ ਉਹਦੀ ਥਾਲੀ 'ਚ ਟਿਕਾ ਦਿੰਦੇ ਨੇ। ਤੇ ਜਦੋਂ ਫਿਰ ਗਿਆਨ ਰੂਪੀ ਚੋਟਾਂ ਗੁਰੂ ਨਾਨਕ ਦੇ ਘਰੋਂ, ਹੁਣ ਤੁਸੀਂ ਕਿੰਨਾ ਸੁਣਿਆ ਹੈ, ਜਿਹਨੇ ਅਕਲ ਛੱਡ ਕੇ ਤਿਆਗ ਕੇ ਆਪਣੀ ਅਕਲ ਤੇ ਗੁਰੂ ਨਾਨਕ ਦੇ ਹਿਰਦੇ ਥਾਲੀ 'ਚ ਹਿਰਦਾ ਟਿਕਾਇਆ, ਤੇ ਜ਼ਰੂਰ ਚੋਟਾਂ ਵੱਜਣਗੀਆਂ, ਸਵਾਰ ਦੇਵੇਗੀ ਉਹਨਾਂ ਨੂੰ ਬਾਬਾ ਜੀ ਦੀ ਬਾਣੀ। ਜਤ ਪਹਾਰਾ ਤੀਰਜ ਸੁਨਿਆਰ, ਅਹਰਣ ਮਤ ਬੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਕੜੀਏ ਸ਼ਬਦ ਸੱਚੀ ਟਕਸਾਲ। ਇਹ ਟਕਸਾਲ ਹੈ, ਇਹ ਸਕੂਲ ਹੈ। ਇੰਨੇ ਪ੍ਰਮਾਣ, ਇੰਨੀਆਂ ਉਦਾਹਰਨਾਂ ਹੁਣ ਤੁਸੀਂ ਸ਼ਰਧਾ ਤੇ ਪਿਆਰ ਨਾਲ ਸੁਣੀਆਂ। ਇਹ ਬਾਣੀ ਇਸ਼ਾਰਾ ਕਰ ਰਹੀ ਏ, ਜੇ ਕੋਈ ਇਸ ਤਰ੍ਹਾਂ ਸ਼ਰਧਾ ਤੇ ਪਿਆਰ ਨਾਲ ਸੁਣ ਕੇ ਹਿਰਦੇ ਵਿੱਚ ਵਸਾ ਲਵੇਗਾ, ਇਹ ਚੋਟਾਂ ਪੱਥਰ ਦਿਲ ਨੂੰ ਵੀ ਕੱਢ ਦੇਣਗੀਆਂ। ਘੜੀਏ ਸ਼ਬਦ ਸੱਚੀ ਟਕਸਾਲ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਦਇਆ ਜਾਣੇ ਜੀ ਕਿਛ ਪੁੰਨ ਦਾਨ ਕਰੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਕਰੋ ਕਿਰਪਾ ਦਇਆ ਜਾਣੇ ਜੀ ਕਿਛ ਪੁੰਨ ਦਾਨ ਕਰੇ, ਦਇਆ ਜਾਣੇ ਜੀ ਕੀ, ਦਇਆ ਜਾਣੇ ਜੀ, ਦਇਆ ਜਾਣੇ ਜੀ ਕੀ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ। ਦਇਆ ਜਾਣੇ ਜੀ ਕਿਛ ਪੁੰਨ ਦਾਨ ਕਰੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਵਾਹਿਗੁਰੂ 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 ਅੱਜ ਦੀ ਇੰਨੀ ਕੀਰਤਨ ਸੇਵਾ ਪ੍ਰਵਾਨ ਕਰਨਾ। ਕੱਲ ਨੂੰ ਫਿਰ ਇਸੇ ਤਰ੍ਹਾਂ 7 ਵਜੇ ਦਸਰੇ ਤੁਹਾਡੇ ਚਰਨ ਪਰਸਣਗੇ। ਮਹਾਰਾਜ ਮਿਹਰ ਕਰਨ, ਸਾਰਿਆਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਅਤੇ ਏਕ ਸਕੇ ਹਮਬਾਰਕ ਸੁਸਾਇਟੀ ਜਿਨ੍ਹਾਂ ਸੋਹਣਾ ਉਦਮ ਕੀਤਾ ਹੈ, ਆਪਾਂ ਰਲ ਮਿਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਪੁਰਬ ਮਨਾਉਣਾ ਕਰ ਰਹੇ ਹਾਂ। ਮਹਾਰਾਜ ਸਾਰਿਆਂ ਦੀਆਂ ਸੇਵਾਵਾਂ ਥਾਂ ਪਾਉਣ। ਆਓ ਆਨੰਦ ਸਾਹਿਬ ਜੀ ਦਾ ਪਾਠ ਫਿਰ ਸਮਾਪਤੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸੇਨ ਸਿੱਧੀ ਪਰਮ ਦੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਕਟਾਉ ਕਰੇ ਤੇਰਾ ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰੂਪ ਨਾਲੇ। ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕਰੇ ਤੇਰਾ ਕਰ ਸਭ ਸਵਾਰਨਾ। ਸਭਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਵਹਿ ਨਾਨਕ ਮਨ ਮੇਰੇ ਸਦਾ ਰੂਪ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੇ ਮਨ ਵਸਿਆ ਬਚ ਸ਼ਬਦ ਤੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ। ਸਾਚਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ। ਸਦਾ ਪਿਤਾ ਗੁਰ ਮਿਟੋ ਜਿਸ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਮਲਾ ਪੰਜ ਦੂਤ ਤੁਧ ਬਸ ਕੀਤੇ ਕਾਲ ਕੰਟ ਕੁਮਾਰਿਆ। ਵਰਨ ਪਾਇਆ ਤੁਝ ਤੁਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈਸ ਕੋ ਆਦਿਤ ਘਰ ਅਨਹਦ ਬਾਜੇ। ਮਤ ਸਰੋੜ ਪਾਈਓ ਸਗਲ ਮਨੋਰਥ ਪੂਰੇ। ਪਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਕਰੇ ਸੁਣੀ ਸੱਚੇ ਬਾਣੀ। ਸੰਤ ਸਾਜਨ ਭਏ ਸੱਚੇ ਪੂਰੇ ਗੁਰ ਤੇ ਜਾਣੀ। ਸੁਤੇ ਪ੍ਰੀਤ ਕਰਤੇ ਪੁਰਖ ਸਤਿਗੁਰ ਆਪਰ ਪੂਰੇ। ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੁਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਨ। ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਾਈਆਂ ਬਾਜੇ ਧਰਮ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਈ ਨਾ ਜਾਣੇ
ਉੱਚੇ ਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ। ਤੁਮ ਤੇ ਹੋਏ ਸੋ ਤੁਮਰੀ ਗਾਤ ਮਿਤ ਤੁਮ ਹੀ ਜਾਨੀ। ਤੁਮਰੀ ਗਾਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਏ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਦਿਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਆਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਬਾਈ ਦੇਖ ਕੇ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਧਿਆਨ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ। ਬੰਦ ਬੰਦ ਘਟਾਏ। ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚਿਤਾਵਨ ਕਸਦ ਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗ ਅਟਲ ਧਰਮ ਕਾ ਜੈਕਾਰ ਭਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਸ਼੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਧਾਮ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ। ਖੁੱਲੇ ਦਰਸ਼ਨ ਦਰਾਰ ਸੇਵਾ ਸੰਭਾਲ ਪੰਥ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਅੰਦਰ ਸੰਧਿਆ ਸਮੇਂ ਵਿਸ਼ੇਸ਼ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਗੁਰਬਾਣੀ ਸ਼ਬਦ ਕੀਰਤਨ ਕਥਾ ਵਿਚਾਰ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਆਗੂ ਵਾਸਤੇ ਸਮਤ ਬਖਸ਼ਣੀ ਪੜ੍ਹੀ ਸੁਣੀ ਗੁਰਬਾਣੀ ਵਿਚਾਰਾਂ ਦੇ ਭਾਵ ਸੰਗਤਾਂ ਸੇਵਕਾਂ ਦੇ ਹਿਰਦਿਆਂ 'ਚ ਵਸਾਵਣੇ। ਸਰਬੱਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ। ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸ਼ੁਮਨ ਭਾਵਨਾ ਪੂਰਨ ਕਰਨੀਆਂ। ਜੀ ਜੁੜੀ ਸਰਬੱਤ ਸੰਗਤ ਵੱਲੋਂ ਅਰਦਾਸ ਬੇਨਤੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਦੇ ਮਵਾਕਾਂ ਅਨੁਸਾਰ। ਕਰੋਨਾ ਵਾਇਰਸ ਤੋਂ ਪੀੜ ਜਗਤ ਦੀ ਲੁਕਾਈ ਦੀ ਤੰਦਰੁਸਤੀ ਦੇ, ਅਰੋਗਤਾ ਲਈ ਬੇਨਤੀ। ਸਰਬੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ।
ਦੇ ਅਰੋਗਤਾ ਬਖਸ਼ਿਸ਼ ਕਰੋ ਜੀ। ਸਮੂਹ ਸੰਗਤ ਵੱਲੋਂ ਕੜਾਹ ਪ੍ਰਸਾਦ ਦੀ ਦੇਗ ਹਾਜ਼ਰੇ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਦੇਗ ਸਰਬਾ ਸੰਗਤ ਵਰਤੇ, ਜੋ ਜੀ ਸਕੇ ਆਪ ਜੀ ਕਾ ਨਾਮ ਜਪੇ। ਸਰਬੱਤ ਦੀਆਂ ਸ਼ੁਭ ਮਨੋਭਾਵਨਾ ਪੂਰਨ ਕਰਨੀਆਂ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ, ਕਿਰਤ ਕਮਾਈਆਂ ਚ ਬਰਕਤਾਂ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਮਿਲਨਪ੍ਰੀਤ ਸਿੰਘ ਹਰਗੰਦੀ ਦੇ ਅਰੋਗਤਾ, ਤੰਦਰੁਸਤੀ, ਚੜ੍ਹਦੀ ਕਲਾ ਲਈ ਬੇਨਤੀ। ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਦਰੋਂ ਕਰੋਂ ਦੇ ਅਰੋਗਤਾ ਬਖਸ਼ਿਸ਼ ਕਰਨੀ। ਬੱਚੀ ਆਰਿਆ ਕੁਲਾਰਦੀ ਦੇ ਅਰੋਗਤਾ ਲਈ ਪਰਿਵਾਰ ਵੱਲੋਂ ਬੇਨਤੀ ਹੈ। ਬੱਚੀ ਨੂੰ ਦੇ ਅਰੋਗਤਾ ਬਖਸ਼ਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਕਿਰਪਾ ਕਰੋ ਪਾਵਨ ਹੁਕਮਨਾਮਾ ਬਖਸ਼ ਕੇ ਸਮੂਹ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਏ। ਖੁਆਰੋਏ ਸਭ ਮਿਲेंगे, ਖੁਆਰੋਏ ਸਭ ਮਿਲेंगे। ਬਚੇ ਸ਼ਰਨ ਜੋ ਹੋਏ, ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। हम अवगुण भरे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਚੌਥਾ ਪੰਚੁਪਦਾ। ਆਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਆਚਾਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ। ਗੁਰਮਤਿ ਰਾਮ ਨਾਮ ਪ੍ਰਗਾਸੋ ਸਦਾ ਰਹੋ ਸ਼ਰਨਾਈ। ਰਹਾਉ
ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਹਰ ਜੀਓ ਕਿਰਪਾ ਕਰੋ, ਗੁਰ ਮੇਲੋ ਤਾਂ ਹਰ ਨਾਮ ਸਮਾਣਾ। ਜਿਸ ਕੀ ਵਤ ਸੋਈ ਪ੍ਰਭ ਜਾਣੈ, ਜਿਸਨੂੰ ਦੇ ਸੋ ਪਾਏ। ਵਸਤ ਅਨੂਪ ਅਤ ਅਗਮ ਅਗੋਚਰ, ਗੁਰ ਪੂਰਾ ਅਲਖ ਲਖਾਏ। ਜਿਨ ਏ ਚਾਖੀ ਸੋਈ ਜਾਣੈ, ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੁਕੈ ਨਾਈ, ਜੇ ਕੋ ਰਖੈ ਲੁਕਾਈ। ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋ ਦਾਤ ਕਰੈ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਸਭ ਕਿਛ ਤੇਰਾ ਤੂੰ ਅੰਤਰਜਾਮੀ, ਤੂੰ ਸਭਨਾ ਕਾ ਪ੍ਰਭ ਸੋਈ। ਜਿਸਨੋ ਦਾਤ ਕਰੈ ਸੋ ਪਾਏ, ਜਨ ਨਾਨਕ ਅਵਰ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿ ਆਖੀਐ, ਕਰਤੇ ਕਹੈ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਵੇਰੋ ਸਿਰਜਣਹਾਰੂ। ਤੁਮ ਗਾਵੋ ਮਿਨ ਨਿਰਭਉ ਕਾ ਸੋਹਿਲਾ, ਹਉ ਵਾਰੀ ਸੋਹਿਲਾ ਸਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸਮਾਲਨ ਦੇਖੀਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ। ਤਿਸ ਦਾਤੇ ਕਮਨ ਸਮਾਰ, ਸੰਭਵ ਸਾਹ ਲਿਖਿਆ। ਮਿਲ ਕਰ ਪਾਵੋ ਤੇਲ, ਦੇਹੁ ਸਜਣਿਆ ਸੀਸੜੀਆਂ। ਜੋ ਹੋਵੈ ਸਹਿਬ ਸੁਮੇਲ, ਘਰ ਘਰੇ ਹੋ ਪਹੁੰਚਾ ਸਦਲੇ ਨਿਤ ਪਵਨ। ਸੱਜਣਹਾਰਾ ਸਿਮਰਿਐ ਨਾਨਕ, ਸੇ ਦੇਵਨ ਰਾਗਾ ਸਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜਾ ਕਰ ਕਰਤੇ ਕੀਰਤ ਹੋਏ, ਸੁਕਰ ਰਾਖ ਵਡਾਈ ਤੋਏ ਰਹਾਉ। ਵਿਸਚ ਸੇ ਕੜਿਆ ਪੈਰਾ ਥਿੱਤੀ ਵਾਰੀ, ਮਾਹੋ ਹੋਵਾ ਸੂਰਜੇ ਕੋ ਰੋਤਾ ਅਨੇਕ। ਨਾਨਕ ਕਰਤੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਮਲ ਜਨਕ ਮੋਤੀ। ਧੂਪ ਮਾਲਾਂ ਲੋ ਪਵਨ ਚਵਰੂ, ਕਰੇ ਸਗਲ ਬੁਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖੰਡਨਾ ਤੇਰੀ, ਆਰਤੀ ਅਨਹਤਾ। ਸ਼ਬਦ ਵਜੰਤ ਭੇਰੀ ਰਹਾਉ, ਸਹਿਸਤਾਵ ਨੈਨਨ ਨੈਨ ਹੈ ਤੋਹਿ ਕੋ। ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ। ਪਦ ਗੰਧ ਮਿਨ ਸਹਿਸ, ਤਵ ਗੰਧ ਵਿਚਲਤ ਮੋਈ। ਸਮੈ ਜੋ ਜੋਤ ਹੈ ਸੋਏ, ਤਿਸ ਦਾ ਚਾਨਣ ਸਮੈ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਦੋਸ ਭਾਵੈ ਸੁਵਾਰਤੀ ਵਿਰ ਚਰਨ। ਕਮਲ ਮਕਰੰਦ ਲੋਭਿਤ ਮਨੁ, ਆਨੰਦ ਰਮਹਿ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰ ਕੋ, ਹੋ ਜਨ ਤੇਰੇ ਨਾਮ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕਰੋ ਨਗਰ ਵਾਪਰਿਆ ਮਿਲ, ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀਪਨ ਵੱਡਾ ਹੈ, ਕਰਨੌਤਪਨ ਵੱਡਾ ਹੈ। ਰਹਾਉ ਸਾਖਤ ਰਸਾਨ ਨਾ ਜਾਣਿਆ, ਤਨੰਤਰ ਹਉਮੈ ਕੰਡਾਏ। ਜਿਉ ਜਿਉ ਚਲੈ ਚੁਬੈ ਦੁਖ ਭਾਵਹਿ, ਜਮ ਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਏ। ਵਿਨਾਸੀ ਪੁਰਖ ਪੈ ਪਰਮੇਸ਼ਰ, ਬਹੁ ਸੋਭ ਖਾਨ ਬ੍ਰਹਮੰਡ ਆਏ। ਹਮ ਗਰੀਬ ਮਸਕੀਨ ਭਵ ਤੇਰੀ, ਹਰ ਰਾਖ ਰਾਖ ਬੜ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕਾ, ਨਾਮੇ ਸੁਖ ਮੰਡਾਏ। ਰਾਗ ਗੋੜੀ ਪੂਰੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣ ਰੇ ਮੀਤਾ, ਸੰਤਹਿਲ ਕੀ ਬੇਲਾ। ਆਈਆਂ ਖਾਟ ਚਲੋ ਹੱਲਾ, ਹਾਗੇ ਬਰਸਨ ਸੁਹੇਲਾ। ਔਦ ਕਟੈ ਦਿਨ ਸਰੈਣਾ ਰਿਮਾਨ, ਗੁਰ ਮਿਲ ਕਾਜ ਸਵਾਰੇ। ਰਹੋ ਸੰਸਾਰ ਵਕਾਰ, ਸੰਸੈ ਮਿਤਰੁ ਬ੍ਰਹਮ ਗਿਆਨੀ। ਜਿਸੈ ਦਿਗਾਏ ਪਿਓ ਰਸ, ਕਥ ਕਥਾ ਤਨ ਜਾਨੀ। ਜਾਂ ਕੋ ਆਈ ਸੋਈ ਬਿਹਾਜੁ, ਹਰ ਗੁਰ ਤੇ ਮਨਿ ਬਸੇਰਾ। ਨਿਜ ਕਰ ਮਹਲ ਪਾਓ ਸੁਖ ਸਹਜੇ, ਬੌਰ ਨ ਹੋਏ ਕੋ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸ਼ਰਦਾ ਮਨ ਕੀ। ਨਾਨਕ ਦਾਸ ਇਹ ਸੁਖ ਮੰਗੈ, ਮੁਖ ਕਰ ਸੰਤਨ ਕੀ।
ਅੰਤਰਜਾਮੀ ਪੁਰਖ ਬਿਦਾਤੇ ਸ਼ਰਦਾ ਮਨ ਕੀ। ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗੇ ਅਰਦਾਸ ਹਮਾਰੀ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਸਾਧ ਸੰਗਤ ਜੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਈ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨ ਤੇ ਆਵੇ ਧਾਏ। ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਨਿਮਾਣੀਆਂ ਦੀ ਮਾਨ ਨੀ ਤਾਣੀਆਂ ਦੀ ਤਾਨ ਨੀ ਉਟਿਆਂ ਦੀ ਓਟ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਤ ਦੇ ਦੀਵਾਨ ਦੀ ਸਮਾਪਤੀ ਆਪ ਜੀ ਦੇ ਸੁਖ ਆਸਣ ਜੀ ਦੀ ਸੇਵਾ ਸੋਹਿਲਾ ਬਾਣੀ ਦਾ ਜਾਪ ਹੋਇਆ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਅਗੋਂ ਵਾਸਤੇ ਸਮਤ ਬਖਸ਼ਣੀ। ਕਿਰਪਾ ਕਰੋ ਸੁਖ ਆਸਣ ਤਿਆਰੇ ਆਸਨਾਂ ਦੀ ਬਿਰਾਜਮਾਨ ਹੋ। ਸੰਗਤਾਂ ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਦਿਨ ਭਾਣੇ ਚ ਬਤੀਤ ਹੋਇਆ ਰਾਤ ਆਪਣੀ ਯਾਦ ਚ ਬਤੀਤ ਕਰਾਵਣੀ ਜੀ। ਸਰਬੱਤ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਫੇਰ ਅੰਮ੍ਰਿਤ ਵੇਲੇ ਦਰਸ਼ਨ ਦਿਦਾਰ ਬਖਸ਼ ਕੇ ਨਿਹਾਲ ਕਰਨਾ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਤਨ ਸੁਹਾਵਾ। ਰਾਮ ਰਾਜੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਤਨ ਸੁਹਾਵਾ। ਰਾਮ ਰਾਜੇ ਗੁਰ ਸਿੱਖੀ ਸੋ ਤਨ ਪਾਲਿਆ ਲੈ ਤੁਰਮੁਖ ਲਾਵਾ। ਤੁਰਮੁਖ ਲਾਵਾ ਗੁਰ ਸਿੱਖਾਂ ਕੀ ਸਾਲ ਥਾਏ ਪਈ। ਜਿਨ ਹਰ ਨਾਮ ਤੇ ਆਵਾ ਨਾਮ ਤੇ ਆਵਾ। ਜਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜਕ ਰਾਵਾ। ਪੂਜਕ ਰਾਵਾ ਜਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜਕ ਰਾਵਾ। ਪੂਜਕ ਰਾਵਾ ਬਿਸਰ ਨਾਹੀ ਦਾਤਾਰ ਬਿਸਰ ਨਾਹੀ ਦਾਤਾਰ। ਆਪਣਾ ਨਾਮ ਦਿਓ ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੇ ਓ ਨਾਨਕ ਚਾਹੇ ਓ। ਵਾਹਿਗੁਰੂ 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 ਵਾਹਿਗੁਰੂ। ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਸਾਰੇ ਕੰਮ ਐਸੇ ਜੋ ਹਨੇਰੇ 'ਚ ਕਰਦੇ ਆ, ਤੇ ਬਹੁਤ ਸਾਰੇ ਕੰਮ ਐਸੇ ਜਿਹੜੇ ਰਾਹ ਪਰਵਾਨੋ। ਕੁਦਰਤ ਦੇ ਨਿਜ਼ਾਮ ਦੇ ਵਿੱਚ ਜਨਮ ਤੇ ਮਰਨ ਦੋ ਕਿਰਿਆਵਾਂ ਨੇ। ਮਹਾਰਾਜ ਕਹਿੰਦੇ ਇੱਥੇ ਬੰਦੇ ਦਾ ਕੋਈ ਬਹੁਤਾ ਜ਼ੋਰ ਨਹੀਂਗਾ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਨਾ ਤੁਸੀਂ ਕਿਸੇ ਨੂੰ ਆਪਣੀ ਸਮਰੱਥਾ ਤੇ ਤਾਕਤ ਨਾਲ ਜੀਵਨ ਦੇ ਸਕਦੇ ਹੋ, ਨਾ ਸਮਰੱਥਾ ਤੇ ਤਾਕਤ ਨਾਲ ਜੀਵਨ ਲੈ ਸਕਦੇ ਹੋ। ਇਹ ਜੋ ਕੁਝ ਵੀ ਹੁੰਦਾ ਮਦਰ ਨੇਚਰ ਦੇ ਗਿਵਨ ਸਰਕਮਸਟੈਂਸਸ ਦੇ ਵਿੱਚ ਹੁੰਦਾ। ਉਹਦੇ ਜਿਹੜੇ ਹਾਲਾਤ ਬਣਦੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਤੱਤਾਂ ਦਾ ਸੰਜੋਗ ਹੁੰਦਾ, ਤੱਤ ਜੁੜ ਜਾਂਦੇ। ਕਿਸੇ ਕਾਰਨ ਦੇ ਵਿੱਚ, ਕਿਸੇ ਖਾਸ ਸਪੈਸੀਫਿਕ ਸਿਚੁਏਸ਼ਨ ਦੇ ਵਿੱਚ ਕੋਈ ਸਪੈਸੀਫਿਕ ਰੀਜ਼ਨ ਬਣਦਾ ਤੇ ਤੱਤਾਂ ਦਾ ਵਿਜੋਗ ਹੋ ਜਾਂਦਾ, ਤੱਤਾਂ ਦਾ ਖੁੜਾ ਹੋ ਜਾਂਦਾ। ਦ ਲਾਈਫ which we actually enjoy here, it's evolution of 5 elements. This is actually when the 5 elements get some sort of, you can say, evolution or evolve. That means life is happening. Once that evolution is happening in different way, you can say the mother nature's law is actually wishing or having some sort of will that now I want to do dismantle of these 5 elements. Then the evolution is coming on different level. ਉਹ ਵੀ ਇੱਕ ਐਵੋਲੂਸ਼ਨ ਹੀ ਹੈ, ਪਰ ਇਹ ਤਰਤੀਬ ਇਸ ਰੂਪ ਵਿੱਚ ਚੱਲਦੀ ਹੈ। ਪਰ ਹਾਂ, ਕੁਦਰਤ ਨੇ ਮਨੁੱਖ ਨੂੰ ਇੱਕ ਐਕਸਟਰਾ ਚੀਜ਼ ਦਿੱਤੀ ਹੈ, ਉਹ ਹੈਗੀ ਕੌਨਸ਼ੀਅਸ, ਜਿਹਨੂੰ ਅਸੀਂ ਕਹਿੰਦੇ ਹਾਂ ਚੇਤਨਾ। ਚੇਤਨਾ ਦੇ ਪਰਿਪੇਖ ਦੇ ਵਿੱਚ ਬੰਦੇ ਨੂੰ ਜਿਸ ਚੀਜ਼ ਦਾ ਸਭ ਤੋਂ ਵੱਡਾ ਗਿਆਨ ਆਉਂਦਾ ਹੈ ਉਹ ਹੈਗਾ ਹਨੇਰੇ ਤੇ ਚਾਨਣ ਦਾ। ਇਹ ਰੌਸ਼ਨੀ ਹੈ, ਇਹ ਅਗਿਆਨ ਜਾਂ ਹਨੇਰਾ ਹੈ ਉਸ ਰੂਪ ਦੇ ਵਿੱਚ। ਇਸ ਤਰ੍ਹਾਂ ਕਹਿ ਲਓ ਕਿ ਜਿਹੜਾ ਹਨੇਰਾ ਤੇ ਚਾਨਣ ਹੈ ਸਿਰਫ ਬਾਹਰ ਨਹੀਂ ਹੁੰਦਾ, ਬੰਦੇ ਦੇ ਅੰਦਰ ਵੀ ਹੁੰਦਾ ਆ, ਤੇ ਇਹ ਅਸੀਂ ਰੋਜ਼ ਵਰਤਦੇ ਹਾਂ। ਬਹੁਤ ਸਾਰੇ ਕੰਮ ਐਸੇ ਜੋ ਹਨੇਰੇ 'ਚ ਕਰਦੇ ਹਾਂ, ਤੇ ਬਹੁਤ ਸਾਰੇ ਕੰਮ ਐਸੇ ਜਿਹੜੇ ਰੌਸ਼ਨੀ 'ਚ ਕਰਦੇ ਹਾਂ। ਜਦੋਂ ਅਸੀਂ ਰੌਸ਼ਨ ਦਿਮਾਗ ਹੋ ਕੇ ਕੰਮ ਕਰਦੇ ਹਾਂ, ਆਪਣੀ ਹੋਂਦ ਤੇ, ਆਪਣੀ ਹੋਣੀ ਤੇ, ਆਪਣੇ ਆਪੇ ਤੇ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ, ਇੱਕ ਹਸ਼ਰ ਮਹਿਸੂਸ ਹੁੰਦਾ ਆ। ਤੇ ਜਦੋਂ ਅਸੀਂ ਕਿਸੇ ਹਨੇਰੇ 'ਚ ਕਰ ਰਹੇ ਹੁੰਦੇ ਆ ਚਾਨਣ ਦੀ ਬਜਾਏ, ਫਿਰ ਆਪਣੇ ਆਪ ਤੇ ਗਮ ਵੀ ਮਹਿਸੂਸ ਹੁੰਦਾ ਆ। ਇਹੀ ਬਾਬਾ ਜੀ ਨੇ ਕਿਹਾ, ਇੱਥੋਂ ਹੀ ਕੁਦਰਤ ਦੀ ਸਜ਼ਾ ਤੇ ਕੁਦਰਤ ਦਾ ਨਿਯਮ ਸ਼ੁਰੂ ਹੋ ਜਾਂਦਾ ਆ। ਖੈਰ, ਇਹ ਸਾਰੀ ਬਾਤ ਕਹਿਣ ਤੋਂ ਮੁਰਾਦ ਇਹ ਹੈ ਕਿ ਅਸੀਂ ਇਤਿਹਾਸਕ ਰੂਪ ਦੇ ਵਿੱਚ ਦ੍ਰਿਸ਼ ਵੇਖ ਰਹੇ ਸੀਗੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੁਆਰਾ ਕੱਚੀ ਗੜੀ ਦੀ ਉਸ ਜੰਗ ਦਾ ਵਿਟਨੈਸ ਕਰਨਾ, ਜਿਹਦੇ ਵਿੱਚ 40 ਤੋਂ ਥੋੜ੍ਹੀ ਜਿਹੀ ਗਿਣਤੀ ਵੱਧ ਥੋੜ੍ਹੇ ਜਿਹੇ ਸਾਜੋ ਸਮਾਨ ਦੇ ਨਾਲ ਭੁੱਖਣ ਭਾਣੇ ਕਿੱਡੀ ਵੱਡੀ ਜੰਗ ਲੜਦੇ ਨੇ। ਰੀਸੈਂਟਲੀ ਜੇ ਐਵੀਡੈਂਸ ਦੇਖਦੇ ਆ, ਹੁਣ ਤੇ ਖੈਰ ਲੋਕਾਂ ਨੇ ਮੂਵੀਜ਼ ਬਣਾ ਦਿੱਤੀਆਂ ਉਹਨਾਂ 'ਤੇ ਸਾਰਾ ਕੁਝ। ਮੈਂ ਕੋਈ ਮੂਵੀ ਦਾ ਪ੍ਰਮੋਸ਼ਨ ਨਹੀਂ ਕਰ ਰਿਹਾ, ਪਰ ਜਿਵੇਂ ਕੇਸਰੀ ਜਾਂ ਉਸ ਤਰੀਕੇ ਦੇ ਨਾਲ, ਹਾਲਾਂਕਿ ਉਹਨਾਂ ਦਾ ਜਿਹੜਾ ਆਪਣਾ ਪਰਪਸ ਹੈ ਉਹ ਬਿਜ਼ਨਸ ਪੁਆਇੰਟ ਆਫ ਵਿਊ ਹੈ, ਸਾਡੀ ਵਿਰਾਸਤ ਨੂੰ ਪ੍ਰਮੋਟ ਕਰਨਾ ਨਹੀਂ ਹੈਗਾ। ਇਹ ਪੱਕਾ ਯਾਦ ਰੱਖਿਓ, ਕੋਈ ਵੀ ਮੂਵੀ ਹੋ ਸਕਦੀ। ਪਰ ਜਿਹੜੀ ਬੇਨਤੀ ਕਰ ਰਿਹਾ ਕਿ ਉਹਦੇ 'ਚ ਸਾਰਾ ਗਰੀ ਦਾ ਤੁਸੀਂ ਰੰਗ ਦੇਖਿਆ, ਤੇ ਇਹ ਤੇ ਅਜੇ ਹਾਲਾਂਕਿ 300 ਸਾਲ ਦਾ ਇਤਿਹਾਸ ਵੀ ਕੋਈ ਬਹੁਤਾ ਪੁਰਾਣਾ ਇਤਿਹਾਸ ਨਹੀਂ ਹੁੰਦਾ। ਇਟਸ ਨਾਟ ਅ ਹਿਸਟਰੀ। in historical way, if we actually try to check these data and these information, that is just yesterday. ਇਹ ਕੱਲ੍ਹ ਆ, ਤੇ ਜਦੋਂ ਇਹ ਸਾਰਾ ਗਰੀ ਵਾਪਰ ਰਹੀ ਆ, ਇਹ ਕੱਲ੍ਹ ਵੀ ਨਹੀਂ, ਇਹ ਤੇ ਅੱਜ ਦੀ ਸਵੇਰ ਹੀ ਸਮਝੋ ਹਿਸਟਰੀ ਦੇ ਵਿੱਚ। ਇਹਦਾ ਤੇ ਸਾਰੇ ਦਾ ਸਾਰਾ ਹੀ ਡਾਟਾ ਜਿਹੜਾ ਆ ਉਹ ਰਿਟਨ 'ਚ ਪਿਆ ਆ, ਬਲੈਕ ਐਂਡ ਵਾਈਟ ਦੇ ਵਿੱਚ। ਬ੍ਰਿਟਿਸ਼ ਜਿਹੜਾ ਸਾਰਾ ਉਸ ਚੀਜ਼ ਨੂੰ ਕਲਮਬੱਧ ਕਰਦਾ, ਤੇ ਕੀ ਕੀ ਚੀਜ਼ ਕਿਸ ਕਿਸ ਢੰਗ ਨਾਲ ਵਾਪਰੀ, ਸਾਰੇ ਦੀ ਸਾਰੀ A to Z ਮਿੰਟ ਬੁੱਕ ਪਈ ਪੂਰੇ ਦੀ ਪੂਰੀ ਉਹਨਾਂ ਦੇ ਕੋਲ। ਈਵਨ ਜੇ ਆਪਾਂ 1604 ਦੇ ਨੇੜੇ ਚਲੇ ਜਾਈਏ, ਜਦੋਂ ਗੁਰੂ ਅਰਜਨ ਸਾਹਿਬ ਜਾਮੇ ਸ਼ਹਾਦਤ ਪੀਂਦੇ ਨੇ, ਉਸ ਵਕਤ ਈਸਟ ਇੰਡੀਆ ਕੰਪਨੀ ਇੰਡੀਆ ਸੀਗੀ। ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦਾ ਚੇਨਈ ਦਾ ਜਿਹੜਾ ਮਿਊਜ਼ੀਅਮ ਉਹ ਦੇਖੋ ਜਾ ਕੇ, ਤੇ ਉਹਦੇ 'ਚ ਪਤਾ ਲੱਗਦਾ ਆ ਕਿ ਉਸ ਸਮੇਂ ਦੀਆਂ ਮਿੰਟ ਬੁੱਕਸ ਪਈਆਂ ਨੇ, ਮੀਟਿੰਗਸ ਹੁੰਦੀਆਂ ਸੀ ਜਿਹੜੀਆਂ। ਤੇ ਥੋੜ੍ਹਾ ਹੋਰ ਡਿਟੇਲ ਜਾਓਗੇ ਤੇ ਉਹਦੇ 'ਚ ਬਹੁਤ ਸਾਰਾ ਸਾਡੇ ਬਾਬਤ ਜਿਹੜਾ ਡਿਟੇਲ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਰੀਸੈਂਟਲੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਬ੍ਰਿਟਿਸ਼ ਨੇ ਥੋੜ੍ਹੇ ਪੇਪਰ ਰਿਲੀਜ਼ ਕੀਤੇ, ਉਹਨਾਂ ਦੇ ਚੋਂ ਚੀਜ਼ਾਂ ਕੱਢ ਕੇ ਲੈ, ਤੁਹਾਡੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਪੇਪਰ ਨੇ, ਲੋਕੀ ਥੋੜ੍ਹਾ ਬਹੁਤਾ ਕੰਮ ਕਰਕੇ ਵਿੱਚੋਂ ਇਨਫੋਰਮੇਸ਼ਨ ਗੈਦਰ ਕਰ ਰਹੇ ਨੇ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀ ਉਹਦੇ 'ਤੇ ਐਮਫਸਾਈਜ਼ ਕਰਾਂ। ਮਹਾਰਾਜ ਜੀ ਨੇ ਇੱਕ ਐਸਾ ਮੰਜ਼ਰ ਦਿਖਾਇਆ, ਜਿਸ ਮੰਜ਼ਰ ਨੂੰ ਹਿਸਟਰੀ ਦੇ 'ਚ ਅਸੀਂ ਦੇਖੀਏ ਤੇ ਬੰਦਾ ਕਈ ਵਾਰੀ ਕਹੇਗਾ ਇਟਸ ਟੂ ਗੁੱਡ ਟੂ ਬਿਲੀਵ, ਵੀ ਇਵੇਂ ਵੀ ਵਿਸ਼ਵਾਸ ਕਰਨਾ ਮੁਸ਼ਕਲ ਆ।
ਵੀ ਐਡੀ ਵੱਡੀ ਨਫ਼ਰੀ ਤੇ ਐਡੀ ਛੋਟੀ ਜਿਹੀ ਗਿਣਤੀ ਤੇ ਐਡਾ ਵੱਡਾ ਜੰਗ ਦਾ ਰੰਗ ਸਾਰੇ ਦਾ ਸਾਰਾ। ਫਿਰ ਗੁਰੂ ਸਾਹਿਬ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਤੋਰਦੇ ਤੇ ਸਭ ਚੀਜ਼ਾਂ ਹੁੰਦੀਆਂ। ਇਸ ਬਾਬਤ ਇੱਕ ਐਜ਼ ਏ ਸਟੋਰੀ ਟੈਲਰ, ਐਜ਼ ਏ ਕਥਾ ਵਾਰਤਾ ਕਹਿਣ ਦੇ ਰੂਪ ਦੇ ਵਿੱਚ ਜੇ ਮੈਂ ਬਾਤ ਕਹਾ, ਤੇ ਗੁਰੂ ਮਹਾਰਾਜ ਨੇ ਜਿਹੜੀ ਤਿਆਰੀ ਕਰਵਾਈ ਸੀ ਉਸ ਮਨੁੱਖ ਦੀ, ਜਿਸ ਮਨੁੱਖ ਦੇ 'ਚ ਹਰ ਗੁਣ ਭਰਿਆ ਸੀਗਾ, ਤੇ ਸਭ ਤੋਂ ਵੱਡਾ ਜਿਹੜਾ ਗੁਣ ਉਸ ਖਿੱਤੇ ਦੇ 'ਚ ਖਤਮ ਹੋ ਗਿਆ ਸੀਗਾ, ਉਹ ਸੀਗੀ ਗੈਰਤ, ਬਹਾਦਰੀ। ਮਤਲਬ ਇਹ ਕਿ ਜੇ ਤੁਸੀਂ ਲਿਟਰੇਚਰ ਪੜ੍ਹਦੇ ਹੋ ਨਾ, ਤਾਂ ਲਿਟਰੇਚਰ 'ਚ ਇਹ ਪਤਾ ਲੱਗਦਾ ਹੈ ਕਿ ਜਿਹੜਾ ਇਸ ਖਿੱਤੇ ਦਾ ਵਸਨੀਕ ਆ, ਹੁਣ ਤੇ ਇੱਕ ਸਪੈਸੀਫਿਕਲੀ ਹਿੰਦੂ ਵਰਡ ਜਿਹੜਾ ਆ, ਇੱਕ ਧਰਮ ਨਾਲ ਉਹ ਉਸ ਨੂੰ ਐਸੋਸੀਏਟ ਕਰਕੇ ਵੇਖਦੇ ਨੇ ਇਸ ਰੂਪ ਦੇ ਵਿੱਚ। ਹਾਲਾਂਕਿ ਜਿਹੜਾ ਧਰਮ ਆ ਉਹ ਹੈ ਸਨਾਤਨ, ਉਹ ਹੈਗਾ ਉਹਨਾਂ ਦਾ ਆਪਣਾ ਜਿਹੜਾ ਕਹਿ ਲਓ ਕਿ ਕੁਝ ਖਾਸ ਬ੍ਰਾਹਮਣੀ ਮਤ, ਵੱਖਰੇ ਵੱਖਰੇ ਮਤਾਂਤਾਂ ਦੇ ਰੂਪ ਦੇ ਵਿੱਚ। ਪਰ ਚਲੋ ਉਸ ਖਿੱਤੇ ਦੇ ਵਸਨੀਕ ਨੂੰ, ਜਿਹੜਾ ਹਿੰਦ ਦਾ ਵਸਨੀਕ, ਉਸ ਖਿੱਤੇ ਦਾ ਵਸਨੀਕ ਉਸ ਰੂਪ ਵਿੱਚ ਉਸ ਨੂੰ ਲਿਆ ਜਾਂਦਾ ਸੀਗਾ। ਤੇ ਜਦੋਂ ਆਪਾਂ ਲਿਟਰੇਚਰ ਪੜ੍ਹੀਏ ਤੇ ਲਿਟਰੇਚਰ 'ਚ ਕਿਹਾ ਜਾਂਦਾ ਸੀਗਾ ਜਿਹੜਾ ਇਸ ਖਿੱਤੇ ਦਾ ਆਮ ਮਾਰਵਾੜੀ ਵਪਾਰੀ ਸੀਗਾ, ਜਿਹੜਾ ਮੇਨ ਤੌਰ 'ਤੇ ਸਾਰਾ ਸਰਮਾਇਆ ਤੇ ਸਭ ਪੈਸੇ ਧੇਲੇ ਨਾਲ ਡੀਲ ਕਰਦਾ ਸੀਗਾ, ਉਹਦੇ ਨਾਲ ਹੀ ਲੋਕੀ ਆਰ ਵਪਾਰ ਕਰਦੇ ਸੀ। ਅੰਗਰੇਜ਼ਾਂ ਦਾ ਵੀ ਵਾਸਤਾ ਉਹਦੇ ਨਾਲ ਹੀ ਪਿਆ, ਮੁਗਲਾਂ ਦਾ ਵੀ ਵਾਸਤਾ ਉਸੇ ਜਮਾਤ ਨਾਲ ਪਿਆ ਜਿਹੜੀ ਉਸ ਰੂਪ ਦੇ ਵਿੱਚ ਸੀ। ਜਿਹੜਾ ਐਲੀਟ ਦੇ ਵਿੱਚ ਰਹਿੰਦਾ ਸੀਗਾ ਤੇ ਮੋਸਟਲੀ ਉਹੀ ਸਾਰੇ ਕਾਸੇ ਨੂੰ ਡੀਲ ਕਰਦਾ ਸੀਗਾ। ਖੈਰ, ਤੇ ਉਸਨੂੰ ਕਿਸੇ ਨੇ ਆ ਕੇ ਕਿਹਾ ਕਿ ਇਹ ਜਿਹੜੇ ਯਵਨ ਨੇ, ਮੁਗਲ ਨੇ, ਤੁਹਾਡੇ ਸਿਰਾਂ 'ਤੇ ਬੈਠੇ ਨੇ। ਮਤਲਬ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ, ਮਹਾਰਾਜ ਬਿਆਨ ਕਰਦੇ ਕਿ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਹਾਰੀ, ਖੱਤਰੀ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਮੋਸਟਲੀ ਖੱਤਰੀ ਜਮਾਤ ਰੱਖੀ ਸੀ ਉਹਨਾਂ ਨੇ, ਸਾਰਾ ਰੈਵਨਿਊ ਗਰਾਉਣ ਵਾਸਤੇ, ਸਾਰੇ ਕਾਸੇ ਵਪਾਰ ਨੂੰ ਚਲਾਉਣ ਵਾਸਤੇ, ਸਭ ਕਾਸੇ ਨੂੰ ਕਰਨ ਵਾਸਤੇ। ਤੇ ਉਹੀ ਖੱਤਰੀ ਜਿਸ ਬ੍ਰਾਹਮਣ ਤੋਂ ਸਾਰੀ ਕਿਰਿਆਕਲਾਪ ਕਰਾਉਂਦਾ ਆ, ਜਨਮ ਤੋਂ ਲੈ ਕੇ ਮਰਨ ਤੱਕ, ਵਿਆਹ ਸ਼ਿਆ ਸਭ ਚੀਜ਼ਾਂ ਹੁੰਦੀਆਂ, ਉਹਦੇ ਕੋਲੋਂ ਧਾਰਮਿਕ ਚਿੰਨ੍ਹ ਪਵਾਉਂਦਾ, ਉਹ ਸਭ ਉਸੇ ਨੂੰ ਟੈਕਸ ਲੱਗਦਾ। ਉਹਦੇ ਜਨੇਊ 'ਤੇ ਟੈਕਸ ਸੀ, ਉਹਦੀ ਸਾਰੇ ਮਤਲਬ ਧਰਮ ਦੀ ਰਹੋ ਰੀਤ ਤੇ ਸਾਰੀ ਤੇ ਟੈਕਸ ਸੀਗਾ। ਤੇ ਉਹ ਟੈਕਸ ਕੋਈ ਹੋਰ ਨਹੀਂ ਐਕਚੁਅਲੀ ਗੁਰਾਂ ਦਾ, ਹੋਰ ਨਹੀਂ ਕੋਈ ਜਿਹੜਾ ਹੈਗਾ ਕਲੈਕਟ ਕਰਕੇ ਲੈ ਕੇ ਆਉਂਦਾ, ਉਹ ਖੱਤਰੀ ਕਲੈਕਟ ਕਰਕੇ ਲਿਆਉਂਦਾ। ਖੱਤਰੀ ਬ੍ਰਾਹਮਣ ਕੋ ਕਰ ਲਾਵੋ, ਉਹਨੂੰ ਟੈਕਸ ਲਾਉਂਦਾ ਤੇ ਫਿਰ ਆਪਣੇ ਘਰ ਦੇ 'ਚ ਕਿਸੇ ਕਾਰਨਰ ਦੇ ਚੌਂਕਾ ਲਿਪ ਕੇ ਤੇ ਸੋਚਦਾ ਮੈਨੂੰ ਮੁਕਤੀ ਮਿਲ ਜਾਏਗੀ। ਸਭ ਕਹਿੰਦੇ ਗੋਬਰ ਤਰਨ ਨਾ ਜਾਈ। ਇਹ ਕਿਹੜੀਆਂ ਗੱਲਾਂ ਕਰਦਾ ਤੂੰ? ਆਪਣੇ ਜੀਵਨ ਦੀ ਜਾਂਚ ਤੇ ਵੇਖ, ਤੇ ਤੇਰੇ 'ਚ ਇੰਨੀ ਦਲੇਰੀ ਨਹੀਂ ਗੀ ਕਿ ਤੂੰ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇ ਕਿ ਬਿਲਕੁਲ ਨਹੀਂ, ਗਲਤ ਹੈ, ਮੇਰਾ ਵਿਸ਼ਵਾਸ ਹੈ, ਮੈਂ ਤੇ ਅਕੀਦਤ ਕਰਦਾ ਹਾਂ ਤੇ ਮੈਂ ਇਹ ਕੰਮ ਨਹੀਂ ਕਰ ਸਕਦਾ। ਉਹ ਕਰੇਜ ਕਿੱਥੋਂ ਲਿਆਵੇ? ਬਹਾਦਰੀ ਕਿੱਥੋਂ ਲਿਆਵੇ? ਦਲੇਰੀ ਕਿੱਥੋਂ ਲਿਆਵੇ? ਜੇ ਕੋਈ ਕਹੇ ਵੀ ਭਾਈ ਤੂੰ ਐਵੇਂ ਥੋੜ੍ਹਾ ਬਹੁਤਾ ਤਗੜਾ ਤੇ ਹੋ, ਲੱਤਾਂ ਤੇ ਭਾਰ ਤੇ ਸਾਇਆ ਆਪਣੀਆਂ ਤੇ ਉਹ ਕਹਿੰਦਾ ਸੀ ਹਮ ਵਿਉਪਾਰੀ ਤੋਲੇ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ। ਆਪਾਂ ਤੇ ਜੀ ਬਸ ਕਾਰੋਬਾਰ ਕਰਨ ਵਾਲੇ ਬੰਦੇ ਆ, ਵਪਾਰੀ ਜੇ ਬੰਦੇ ਆ, ਪੈਸਾ ਧੇਲਾ ਸੰਭਾਲਣ ਵਾਲੇ ਬੰਦੇ ਆ, ਇਹ ਆਪਣੇ ਵੱਸੋਂ ਬਾਹਰ ਆ। ਕਹਿਣ ਲੱਗੇ ਹਮ ਵਿਉਪਾਰੀ ਤੋਲੇ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਏ। ਦਿਲ ਤੇ ਇੰਨਾ ਕੋਈ ਹੈ ਕਿ ਜੇ ਕਿਤੇ ਜ਼ੋਰ ਲਾ ਕੇ ਚਿੜੀ ਦਾ ਕੋਲੋਂ ਜਿਹੜਾ ਹੈਗਾ ਉੱਡਣਾ ਹੋ ਜੇ ਨਾ, ਤੇ ਪੰਛੀ ਦੇ ਫਰਾਂ ਦੀ ਆਵਾਜ਼ ਨਾਲ ਹਾਰਟ ਅਟੈਕ ਆ ਜਾਂਦਾ। ਦਿਲ ਇੰਨਾ ਕਮਜ਼ੋਰ ਹੈ। ਇਸ ਰੂਪ ਦੇ ਵਿੱਚ ਬਾਤ ਹੋ ਰਹੀ ਹੈ। ਕਹਿਣ ਲੱਗੇ ਹਮ ਵਿਉਪਾਰੀ ਤੋਲੇ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਏ। ਇਨ ਤੁਰਕਨ ਸੇ ਕੈਸੇ ਲੜ ਪਾਏ? ਇਹਨਾਂ ਤੁਰਕਾਂ ਨਾਲ ਲੜਨਾ? ਨਾ ਨਾ ਨਾ, ਤੌਬਾ ਤੌਬਾ ਤੌਬਾ। ਤੁਰਕਾਂ ਦੇ ਸਾਹਮਣੇ ਤੇ ਬੰਦਾ ਸਾਹ ਨਹੀਂ ਲੈਂਦਾ। ਇਹ ਰੂਪ ਹੁੰਦੀ। ਇਸ ਤਰੀਕੇ ਦੀ ਬਾਤ ਸਾਡੇ ਸ਼ਹਿਰ ਦੇ ਨੇੜੇ ਹੀ ਸ਼ਾਹਬਾਦ ਕਿਲ੍ਹਾ ਆ ਛੋਟਾ ਜਿਹਾ, ਤੇ ਮੁਗਲ ਹਮਲਾਵਰ ਹੋਇਆ ਤੇ ਜਦੋਂ ਕਿਲ੍ਹੇ ਦੇ ਨੇੜੇ ਆਏ ਤੇ ਸੱਚਾਈ ਹੈ ਕਿਲ੍ਹੇਦਾਰ ਨੇ ਲੜਨਾ ਤੇ ਕੀ ਸੀਗਾ, ਉਹ ਕਿਲ੍ਹੇ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਛੱਡ ਕੇ, ਕਿਲ੍ਹਾ ਖਾਲੀ ਛੱਡ ਕੇ ਵਿੱਚੋਂ ਨਫ਼ਰ ਹੋ ਗਏ, ਦੌੜ ਗਏ। ਇਸ ਤਰੀਕੇ ਦੇ ਨਾਲ ਮੁਗਲਾਂ ਦਾ ਕਬਜ਼ਾ ਹੁੰਦਾ ਗਿਆ। ਹੋਰ ਰੰਗ ਦੇਖੋ, ਮੈਂ ਛੋਟੀ ਜਿਹੀ, ਕਿਉਂਕਿ ਮੈਂ ਕਿਹਾ ਇਹਨੂੰ ਜਿਹੜਾ ਤੁਸੀਂ ਜਿਹੜਾ ਇਹਦੀ ਸਿਗਨੀਫਿਕੇਸ਼ਨ ਤੇ ਝਾਤ ਮਾਰੀਏ। ਭਾਰਤੀ ਸਾਰੇ ਖਿੱਤੇ ਦੇ ਉੱਤੇ ਯੂਰਪ ਦੀ ਸਭ ਤੋਂ ਵੱਡੀ ਤਾਕਤ ਬ੍ਰਿਟਿਸ਼ ਆ ਕੇ ਕਾਬਜ ਹੋਏ। ਉਹ ਬ੍ਰਿਟਿਸ਼ ਕਾਬਜ ਹੋਏ ਪੰਜਾਬ ਦੀ ਬਰੂਹਾਂ ਦੇ ਉੱਤੇ। ਕੋ ਗਾਲਬਨ ਉਹ 50 ਸਾਲ ਵੇਟ ਕਰਦੇ ਰਹੇ। 50 ਸਾਲਾਂ ਦੇ ਵਿੱਚ ਵੀ ਉਹਨਾਂ ਤੋਂ ਵਾਸਤੇ ਜਿਹੜਾ ਦਰਿਆ ਸਤਲੁਜ ਪਾਰ ਕਰਨਾ ਨਾਮੁਮਕਿਨ ਸੀਗਾ। ਪਰ ਕਰੀਏ ਕਿ ਉਰਲੇ ਪਾਸੇ ਫੂਲਕੀਆਂ ਰਿਆਸਤਾਂ ਪਿੱਠ ਠੋਕਰੀਆਂ ਸੀ ਉਹਨਾਂ ਦੀਆਂ। ਉਸ ਤੋਂ ਟੌਪ ਆਫ ਦੈਟ ਸਾਡਾ ਸ਼ੇਰੇ ਪੰਜਾਬ ਕੇਸਰੀ, ਇਸ ਲਈ ਲਫ਼ਜ਼ ਇਹ ਪੰਜਾਬ ਕੇਰੀ ਮਹਾਰਾਜਾ ਰਣਜੀਤ ਸਿੰਘ ਵਾਸਤੇ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹ ਐਕਚੁਅਲੀ ਉਹਨਾਂ ਦੇ ਸਾਹਮਣੇ ਪਹਾੜ ਬਣ ਕੇ ਖੜਾ ਹੈ। ਤਾਂ ਇਕੱਲਾ ਨਹੀਂ, ਪੂਰੇ ਦਾ ਪੂਰਾ ਪਿਛਲਾ ਨਿਜ਼ਾਮ ਵੀ ਹੈ।
ਕੀਤਾ ਕੀ ਗਿਆ? ਹਾਲਾਂਕਿ ਐਵੀਡੈਂਸ ਤੇ ਉਸ ਲੈਵਲ ਤੇ ਉਸ ਤਰੀਕੇ ਨਾਲ ਉਹਨਾਂ ਨੇ ਰਹਿਣ ਨਾ ਦਿੱਤੇ, ਪਰ ਸੱਚਾਈ ਇਹ ਹੈ ਫਿਰੋਜ਼ਪੁਰ ਚੌਂਕੀ ਦੇ ਵਿੱਚ ਉਹਨੂੰ ਸ਼ਰਾਬ ਦੇ ਰੂਪ ਦੇ ਵਿੱਚ ਜ਼ਹਿਰ ਦਿੱਤਾ ਗਿਆ ਤੇ ਉਸ ਜ਼ਹਿਰ ਦੇ ਸਦਕੇ ਉਹਨੂੰ ਅਧਰੰਗ ਹੋ ਗਿਆ। ਤੇ ਅੰਗਰੇਜ਼ ਜਿਹੜਾ ਅਜੇ ਤੱਕ ਰੂਲ ਆਫ ਲਾਅ ਦੀ ਗੱਲ ਕਰਦਾ ਸੀਗਾ, ਉਹ ਬਿਲਕੁਲ ਬੇਈਮਾਨੀ ਤੇ ਉਤਰਿਆ ਤੇ ਉਹਨੇ ਦਰਬਾਰੇ ਖਾਲਸਾ ਵਿੱਚ ਕੀ ਕੁਝ ਕੀਤਾ, ਅਸੀਂ ਇਸ ਗੱਲ ਦੀ ਗਵਾਹੀ ਭਰਦੇ ਹਾਂ ਸਭ ਰੂਪਾਂ ਦੇ ਵਿੱਚ। ਪਰ ਹਕੀਕਤ ਇਹ ਹੈ, ਉਸ ਅੰਗਰੇਜ਼ ਨੂੰ ਉਸ ਖਿੱਤੇ ਦੇ ਵਿੱਚ ਕਾਬਜ ਹੋਣ ਵਾਸਤੇ ਪਹਿਲੀ ਲੜਾਈ ਜਿਹੜੀ ਲੜਨੀ ਪਈ ਨਾ, ਬਹਾਦਰ ਸ਼ਾਹ ਰੰਗੀਲਾ ਹਿੰਦੁਸਤਾਨ ਦਾ ਬਾਦਸ਼ਾਹ ਸੀਗਾ, ਉਹਦੀ ਕਮਾਂਡ ਸੀ, ਤੇ ਦੂਸਰੇ ਪਾਸੇ ਈਸਟ ਇੰਡੀਆ ਕੰਪਨੀ ਇੱਕ ਕੰਪਨੀ ਬਹਾਦਰ ਦੇ ਰੂਪ ਵਿੱਚ ਜੰਗ ਲੜ ਰਹੀ ਸੀ। ਪਲਾਸੀ ਦੀ ਲੜਾਈ, ਇੱਕ ਆਮ ਐਕਸੀਡੈਂਟ ਦੇ ਵਿੱਚ ਜਿੰਨੀਆਂ ਕੁ ਕੈਜੂਅਲਟੀਜ਼ ਹੋ ਜਾਂਦੀਆਂ ਨੇ ਨਾ, ਕੋਈ ਵੱਡਾ ਐਕਸੀਡੈਂਟ ਹੋ ਜੇ, ਇੰਨੀਆਂ ਕੁ ਕੈਜੂਅਲਟੀਜ਼ ਹੋਈਆਂ ਸੀ ਸਾਰੀਆਂ ਉਸ ਪਲਾਸੀ ਦੀ ਲੜਾਈ ਦੇ ਵਿੱਚ। ਦੈਟਸ ਇਟ, ਡਾਟਾ ਆ ਸਾਰਾ। ਤੇ ਅੰਗਰੇਜ਼ ਈਸਟ ਇੰਡੀਆ ਕੰਪਨੀ ਇੱਕ ਵਪਾਰ ਕਰਨ ਵਾਲੀ ਕੰਪਨੀ, ਸਾਰੇ ਅਵਧ, ਸਾਰੇ ਬੰਗਾਲ ਤੇ ਸਾਰਾ ਬਿਹਾਰ, ਇਹ ਸਾਰਾ ਇਲਾਕਾ ਇਹਦੇ ਉੱਤੇ ਕਾਬਜ ਹੋ ਗਈ ਸੀ ਬਿਲਕੁਲ ਸੇਮ ਟਾਈਮ ਦੇ, ਸੇਮ ਪੀਰੀਅਡ ਆਫ ਟਾਈਮ ਦੇ ਵਿੱਚ। ਦੂਸਰੇ ਪਾਸੇ ਅਫਗਾਨ ਐਡੀ ਵੱਡੀ ਕੁਮਕ ਲੈ ਕੇ ਚੜੇ ਅਬਦਾਲੀ ਦੇ ਰੂਪ ਦੇ ਵਿੱਚ, ਸਿੱਖਾਂ ਨੇ ਉਹਦੇ ਰਾਹ ਰੋਕੇ, ਸਭ ਚੀਜ਼ਾਂ ਹੋਈਆਂ। ਅਖੀਰ ਬਾਤ ਇਹ ਹੋਈ, ਅਬਦਾਲੀ ਜਾਣ ਲੱਗਿਆ ਦਰਬਾਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਦਾ ਪਲੀਤਾ ਲਾ ਕੇ ਉਡਾ ਗਿਆ। ਸਿੱਖਾਂ ਨੂੰ ਕੋਈ ਆਲੇ ਦੁਆਲੇ ਤੇ ਸਿੱਖਾਂ ਦੇ ਉੱਤੇ ਬਾਗੀ ਗਰਦਾਨੇ ਗਏ, ਕਤਲੋਗਾਰਤ ਹੋ ਰਹੀ ਉਹਨਾਂ ਦੀ। ਇੱਥੇ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਔਲ ਦਵੇ ਦਮਦਮਾ ਸਾਹਿਬ ਬੈਠਾ, ਕਿਸੇ ਨੇ ਵਗਦੀ ਵਾਹੀ ਦੌੜ ਕੇ ਜਾ ਕੇ ਸੁਨੇਹਾ ਪਹੁੰਚਾਇਆ, ਦਰਬਾਰ ਸਾਹਿਬ ਦੀ ਇਮਾਰਤ ਨੂੰ ਇਸ ਤਰੀਕੇ ਨਾਲ ਬਾਰੂਦ ਦੇ ਪਲੀਤੇ ਨਾਲ ਉਡਾ ਦਿੱਤਾ ਹੈ, ਜਿਹੜਾ ਸਰੋਵਰ ਆ ਉਹਨੂੰ ਪੂਰ ਦਿੱਤਾ ਗਿਆ ਹੈ। ਬੁੱਢੇ ਜਰਨੈਲ ਨੇ 90 ਸਾਲ ਤੋਂ ਵੱਧ ਉਮਰ ਆ, ਤੇ ਜਿੰਨੇ ਮੋਸਟਲੀ ਉਮਰ ਦਾ ਉਹ ਹਿੱਸਾ ਕਲਮ ਚਲਾਉਂਦਿਆਂ, ਕਿਉਂਕਿ ਫਾਰਸੀ ਤੇ ਬ੍ਰਿਜ ਤੇ ਗੁਰਮੁਖੀ ਦੇ ਸਕਾਲਰ ਸੀਗੇ, ਉਹਦੇ 'ਚ ਬਤੀਤ ਕੀਤਾ। ਉੱਠ ਕੇ ਖੜਾ ਹੋ ਗਿਆ, ਉਸ ਵਡੇਰੀ ਉਮਰ ਦੇ ਚੱਖਾਂ ਦੀਆਂ ਭੌਵਾਂ ਚੜ੍ਹ ਗਈਆਂ, ਆਪਣੇ ਖੰਡੇ ਨੂੰ ਹੱਥ ਪਾਇਆ ਤੇ ਤੁਰ ਪਿਆ। ਕਹਿੰਦੇ ਕਿੱਥੇ ਚੱਲਾਂ? ਕਹਿਣ ਲੱਗਾ ਔਲ ਦਵੇ ਦਰਬਾਰ ਸਾਹਿਬ ਚੱਲਾਂ। ਉਹਨੂੰ ਸਿਰਫ ਇਹ ਦੱਸਣ ਵਾਸਤੇ, ਇਸ ਜਗ੍ਹਾ ਨੂੰ ਅਸੀਂ ਇਹਦੀ ਜ਼ਿਆਰਤ ਕਰਦੇ ਹਾਂ, ਇਹ ਮੇਰੇ ਦਿਲ ਦੇ ਵਿੱਚ ਰਹਿੰਦੀ ਹੈ ਚੀਜ਼, ਇਹ ਕਹਿ ਕੇ ਤੁਰਿਆ। ਨਾਲ ਦਾ ਕਹਿੰਦਾ ਮੈਂ ਵੀ ਜਾਵਾਂਗਾ। ਇੱਥੋਂ ਹੀ ਲਕੀਰ ਖਿੱਚ ਦਿੱਤੀ, ਮੌਤ ਦੇ ਮੂੰਹ 'ਚ ਜਾਣਾ, ਕਿਤੇ ਹੋਰ ਨਹੀਂ ਜਾਣਾ, ਲਕੀਰ ਟੱਪ ਜੇ ਤੈਨੂੰ ਮੌਤ ਪਿਆਰੀ ਹੈ। ਤੇ ਇਸ ਰੂਪ ਵਿੱਚ ਅੰਟਿਲ ਦੇ ਕਮ ਟੂ ਦਰਬਾਰ ਸਾਹਿਬ ਇਮਾਰਤ, ਆਪ ਹੈਰਾਨ ਹੋਵੋਗੇ, ਲਕੀਰਾਂ ਖਿੱਚਦੇ 5000 ਆਰਡੀਨਰੀ ਸਿੱਖ, ਆਰਡੀਨਰੀ ਬੰਦਾ ਚਲਾ ਗਿਆ। 30,000 ਜ਼ਾਬਤਾਬੱਧ ਟ੍ਰੇਨਡ ਵੈਲ ਇਕੁਇਪਡ ਬੰਦੇ ਦੇ ਆ ਕੇ ਗਲ ਪੈ ਗਿਆ। ਜਿਹੜਾ ਸ਼ਾਹ ਜ਼ਮਾਨ ਸੀਗਾ ਉਹ ਹੈਰਾਨ ਸੀਗਾ, ਇਹ ਬੰਦੇ ਬਣੇ ਕਿਸ ਲੋਹੇ ਦੇ ਨੇ, ਇਹ ਆਖਰਕਾਰ ਇਹਨਾਂ ਦਾ ਚਮ ਕਿਹੋ ਜਿਹਾ, ਇਹਨਾਂ ਨੂੰ ਦਿਸ ਨਹੀਂ ਰਿਹਾ। ਬਲਦੀ ਦੇ ਮੂੰਹ ਨੂੰ ਆ ਕੇ ਪੈ ਰਹੇ ਨੇ। 5000 ਬੰਦਾ, 30,000 ਵੈਲ ਟ੍ਰੇਨਡ ਇਕੁਇਪਡ ਅਫਗਾਨ ਜਿਹੜਾ ਹੈਗਾ ਫੌਜੀ, ਉਹਦੇ ਗਲ ਪੈ ਗਿਆ। ਪੂਰੀ ਜਿਹੜੀ ਇਹ ਗਹਿ ਗਚਵੀ ਲੜਾਈ ਹੋਈ, ਤੁਹਾਨੂੰ ਸਾਰਿਆਂ ਨੂੰ ਅਹਿਸਾਸ ਇਸ ਗੱਲ ਦਾ। ਸਿਰਲਥ ਯੋਧਿਆਂ ਨੇ ਕਿਹੋ ਜਿਹਾ ਉੱਥੇ ਲੋਹਾ ਖੜਕਾਇਆ। ਅਖੀਰ ਹੋਇਆ ਕਿ ਸ਼ਾਹ ਜ਼ਮਾਨ ਉਸੇ ਰਾਤ ਅੰਮ੍ਰਿਤਸਰ ਤੋਂ ਆਪਣੀ ਚੌਂਕੀ ਚੁੱਕ ਕੇ ਲਾਹੌਰ ਚਲਾ ਗਿਆ। ਇਹ ਜਿਹੜੀ ਤਵਾਰੀਖ ਆ, ਇਹ ਕਿੱਥੋਂ ਆ ਰਹੀ ਹੈ? ਬਸ ਇਹ ਤੁਹਾਡੀ ਇਸ ਕੱਚੀ ਗੜੀ ਦੀ ਸਾਰੀ ਇਬਾਰਤ ਆ। ਸਾਹਿਬ ਮਹਾਰਾਜ ਇੱਕ ਰੰਗ ਹੋਰ ਐਡ ਕਰ ਦੇ, ਕਿਉਂਕਿ ਮੈਂ ਬਾਤ ਤੇ ਕਰ ਰਿਹਾ ਸੀਗਾ ਕਿ ਤੁਸੀਂ ਉਸ ਬਹਾਦਰੀ, ਅੱਜ ਵੀ ਕੋਈ ਸੱਜਣ ਮੈਨੂੰ ਕਾਲ ਕਰਕੇ ਪੁੱਛ ਰਹੇ ਕਿ ਭਾਈ ਸਾਹਿਬ ਇਸ ਰੂਪ ਦੇ ਵਿੱਚ, ਭਾਈ ਗੱਲ ਇਹ ਹੈ ਜੇ ਤੁਸੀਂ ਐਵੀਡੈਂਸ ਹੀ ਦੇਖਣੇ ਨੇ ਤੇ ਫਿਰ ਅੰਗਰੇਜ਼ੀ ਸੇਇੰਗ ਕੀ ਹੈ ਨਾ, ਵੀ ਨੈਵਰ ਟਰਾਈ ਟੂ ਕੰਪੇਅਰ ਐਕਚੁਅਲੀ ਔਰੇਂਜਸ ਵਿਦ ਐਪਲਸ। ਨੋ, ਔਰੇਂਜ ਨੂੰ ਔਰੇਂਜ ਤੇ ਜਿਹੜਾ ਕੰਪੇਅਰ ਕਰੋ, ਐਪਲ ਨੂੰ ਐਪਲ ਤੇ ਕੰਪੇਅਰ ਕਰੋ। ਇੱਕ ਛੋਟੀ ਜਿਹੀ ਕਮਿਊਨਿਟੀ ਜਿਹੜੀ ਗੁਰੂ ਸਾਹਿਬ ਨੇ ਉਸ ਰੂਪ ਵਿੱਚ ਬਿਲਟ ਕੀਤੀ, ਤੇ ਤਵਾਰੀਖ ਹੈ ਇਸ ਗੱਲ ਦੀ। ਹੋਰ ਰੰਗ ਦੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡੇ ਬਾਟੇ ਦੀ ਪਹੁਲ ਤਿਆਰ ਕਰ ਰਹੇ ਨੇ। ਜਿਸ ਖਿੱਤੇ ਦੇ ਵਿੱਚ ਮਹਾਰਾਜ ਨੇ ਜ਼ਾਤ ਪਾਤ ਤੋੜ ਦਿੱਤੀ, ਨੋ ਡਾਊਟ ਬੁੱਧ ਮਤ ਨੇ ਇੱਥੇ ਜ਼ਾਤ ਪਾਤ ਦਾ ਵਿਰੋਧ ਕੀਤਾ। ਹਾਂ, ਕੁਛ ਹੱਦ ਤੱਕ ਹੋਰ ਵੀ ਸਕੂਲ ਆਏ ਇਹੋ ਜਿਹੇ, ਪਰ ਉਹ ਇਸ ਸਾਰੀ ਪ੍ਰੋਪਰਟੀ ਦੇ ਵਿੱਚ ਸੁਸਾਇਟੀ ਨਾ ਬਿਲਡ ਕਰ ਸਕੇ। ਉਹ ਸੁਸਾਇਟੀ, ਜਿਸ ਸੁਸਾਇਟੀ ਦੇ ਵਿੱਚ ਕਦੀ ਕੋਈ ਕਿਸੇ ਨੂੰ ਪੁੱਛਣ ਤੋਂ ਮਤਲਬ ਇਸ ਤਰੀਕੇ ਦੇ, ਖਾਸ ਕਰਕੇ ਧਾਰਮਿਕ ਤੇ ਉਸ ਸਪਿਰਿਚੁਅਲ ਸਾਈਡ ਦੀ ਅਕੀਦਤ ਦੇ ਅੰਦਰ, ਇਹਦਾ ਸਹੀ ਰੂਪ ਵਿੱਚ ਮਜ਼ਮਾ ਦੇਖਣਾ ਹੋਏ। ਆ ਸਟੇਜ ਤੇ ਮੈਂ ਬੈਠਾ ਹਾਂ, ਮੈਨੂੰ ਇੱਥੇ ਸਟੇਜ ਤੇ ਬੈਠਣ ਲੱਗਿਆ, ਗੁਰੂ ਕੀ ਬਾਤ ਕਰਨ ਲੱਗਿਆ, ਮਹਾਰਾਜ ਦੇ ਤਾਬਿਆਂ ਬੈਠਣ ਲੱਗਿਆ, ਕਿਸੇ ਦੀ ਨਾ ਤੇ ਹਿੰਮਤ ਹੈ, ਨਾ ਕਿਸੇ ਦੇ ਖਿਆਲ ਹੈ, ਨਾ ਕਿਸੇ ਸੁਰਤ 'ਚ ਬਾਤ ਆ ਕੋਈ ਮੈਨੂੰ ਇਹ ਆ ਕੇ ਪੁੱਛੇ ਤੇਰੀ ਜ਼ਾਤ ਕੀ ਹੈ। ਪ੍ਰਭ ਵਿਸਰਤ ਨਾਰਕਮ ਹੈ ਪਾਇਆ ਤਹਿ। ਆਪ ਦਰਬਾਰ ਸਾਹਿਬ ਅਸਥਾਨ ਤੇ ਜਾਂਦੇ ਹੋ, ਉੱਥੇ ਜਿਹੜੇ ਸਿੰਘ ਰਾਗ ਕੀਰਤਨ ਕਰਦੇ, ਜਿਹੜੇ ਸਿੰਘ ਦਰਬਾਰ ਸਾਹਿਬ ਬਾਣੀ ਪੜ੍ਹਦੇ, ਸਭ ਰੂਪਾਂ ਦੇ ਵਿੱਚ ਸਾਨੂੰ ਇਤਨਾ ਹੀ ਪਤਾ ਆ ਕਿ ਉਹ ਗੁਰੂ ਕਾ ਉਪਦੇਸ਼ ਸੁਣਾਉਂਦੇ ਨੇ। ਇਹ ਹੈ ਗੁਰਰਸਨਾ ਅੰਮ੍ਰਿਤ ਬੋਲਦੀ, ਸਿਰਫ ਗੁਰੂ ਕੀ ਬਾਣੀ ਉਪਦੇਸ਼ ਹੈ ਸਾਡੇ ਵਾਸਤੇ। ਬੰਦੇ ਦੀ ਜ਼ਾਤ ਬੰਦੇ ਦਾ ਕਰਮ ਹੈ, ਬੰਦੇ ਦੀ ਜ਼ਾਤ ਉਹਦੀ ਸਤਰਤੀ ਦੇ ਉੱਤੇ ਪਾਈ ਜਾ ਰਹੀ ਪੂਰਤੀ ਹੈ। ਇਹ ਗੁਰੂ ਮਹਾਰਾਜ ਨੇ ਇਸ ਰੂਪ ਵਿੱਚ ਬਿਲਟ ਕੀਤਾ। ਜੇ ਆਪਾਂ ਹੋਰ ਰੰਗੇ ਚਲੇ ਜਾਈਏ
ਖੈਰ ਮੈਂ ਉਸ ਪਾਸੇ ਨਾ ਜਾਵਾਂ, ਆਈ ਹੈਵ ਟੂ ਕਮ ਟੂ ਵਰਡ ਐਕਚੁਅਲੀ ਹਿਸਟਰੀ ਸਾਈਡ, ਅਦਰਵਾਈਜ਼ ਆਪਾਂ ਉਸ ਪਾਸੇ ਰਹਿ ਜਾਾਂਗੇ। ਜਿਹੜੀ ਮੈਂ ਛੋਟਾ ਜਿਹਾ ਰੰਗ ਵਿਖਾਉਣ ਲੱਗਾ ਸੀਗਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਗੜੀ 'ਚ ਮੰਜ਼ਰ ਦਿਖਾਇਆ, ਇਹਦੀ ਨੀਮ ਕਿੱਥੇ ਹੈ? ਮਹਾਰਾਜ ਨੇ ਖੰਡੇ ਬਾਟੇ ਦੀ ਪਹਲ ਤਿਆਰ ਕਰਵਾਈ। ਰਾਜਾ ਅਜਮੇਰ ਚੰਦ ਨੂੰ ਪਤਾ ਲੱਗਾ ਵੀ ਇਹ ਸਾਰੀ ਬਾਤ ਹੋ ਰਹੀ ਹੈ, ਮੁਗਲਾਂ ਦੇ ਖਿਲਾਫ ਗੁਰੂ ਮਹਾਰਾਜ ਇੱਕ ਫੌਜ ਇਕੱਠੀ ਕਰ ਰਹੇ ਨੇ, ਜਿਹੜੀ ਅੱਜ ਤੱਕ ਅਸੀਂ ਵੀ ਇੰਟਰਪ੍ਰੀਟੇਸ਼ਨ ਐਵੇਂ ਕਰਦੇ ਰਹੇ ਮੋਸਟਲੀ। ਬਾਤ ਇਹ ਨਹੀਂ ਸੀਗੀ, ਮਹਾਰਾਜ ਇੱਕ ਕਮਿਊਨਿਟੀ ਬਿਲਡ ਕਰ ਰਹੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ। ਗੁਰੂ ਸਾਹਿਬ ਨੇ ਆਪਣੀ ਫੌਜ ਵੀ ਨਹੀਂ ਕਹੀ, ਮਹਾਰਾਜ ਨੇ ਨਹੀਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਆ ਨਾ। ਹਾਲਾਂਕਿ ਕਈ ਵਾਰੀ ਇਹੋ ਜਿਹੇ ਲਫ਼ਜ਼ ਲਿਖ ਦਿੱਤੇ ਗਏ, ਗੁਰੂ ਕੀ ਫੌਜ। ਭਾਈ ਗੁਰੂ ਕੀ ਫੌਜ ਨਹੀਂ, ਅਕਾਲ ਪੁਰਖ ਕੀ ਫੌਜ ਗੁਰੂ ਨੇ ਖੁਦ ਲਿਖਿਆ। ਅਸੀਂ ਅਕਾਲ ਪ੍ਰਸਤਗੀ 'ਚ ਹਾਂ, ਸਾਡਾ ਤਖਤ ਵੀ ਅਕਾਲ ਆ, ਸਾਡਾ ਰਾਖਾ ਵੀ ਅਕਾਲ ਆ, ਤੇ ਅਸੀਂ ਸਤਿ ਸ਼੍ਰੀ ਅਕਾਲ, ਸਾਡੇ ਲਈ ਰਹਿਣ ਵਾਸਤੇ ਵੀ ਅਕਾਲ ਹੀ ਹੈ। ਸੋ ਇਹ ਪ੍ਰਸਤਗੀ ਵੱਖਰੀ ਹੈ, ਅਕਾਲ ਪੁਰਖ ਕੀ ਫੌਜ। ਤੇ ਜੇ ਕੋਈ ਪੁੱਛੇ ਅੱਛਾ ਫਿਰ ਤੁਸੀਂ ਬੜੀ ਮੌਜ 'ਚ ਆ ਕੇ ਰਚਿਆ ਹੋਣਾ ਸਾਰਾ ਕੁਝ, ਮਹਾਰਾਜ ਕਹਿੰਦੇ ਨਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮੌਜ ਵੀ ਉਸ ਪਰਿਪੂਰਨ ਦੀ ਹੈ ਜਿਹੜਾ ਪਰ ਆਤਮ ਹੈ, ਜਿਹਦੀ ਅਜੇ ਤੱਕ ਸਾਡੀ ਆਮ ਕਰਕੇ ਅਕਲ ਕਰਕੇ ਰਸਾਈ ਵੀ ਨਹੀਂ ਹੁੰਦੀ। ਰਾਜਾ ਅਜਮੇਰ ਚੰਦ ਬੌਧਿਕ ਪੱਧਰ ਤੇ ਜੀਣ ਵਾਲਾ ਬੰਦਾ, ਉਹਨੇ ਆਪਣੇ ਪੰਮੇ ਪ੍ਰੋਹਤ ਤੇ ਆਪਣੇ ਏਲਚੀ ਨੂੰ ਭੇਜਿਆ, ਕਹਿਣ ਲੱਗਾ ਜਾ ਕੇ ਗੁਰੂ ਗੋਬਿੰਦ ਸਿੰਘ ਨਾਲ ਗੱਲ ਕਰ ਜਾ ਕੇ, ਤੇ ਉਹਨਾਂ ਨੂੰ ਕਹਿ ਕਿ ਨਾ ਤੁਸੀਂ ਜੇ ਫੌਜ ਹੀ ਸਜਾਣੀ ਹੈ ਤੇ ਸਾਡੀ ਸਜਾਓ, ਅਸੀਂ ਲੜਾਕੇ ਜਨਮਜਾਤ ਰਾਜਪੂਤ ਲੜਨ ਵਾਲੇ ਲੋਕ ਹਾਂ, ਅਸੀਂ ਇਸ ਤਰੀਕੇ ਨਾਲ ਰਾਜੇ ਲੋਕ ਹਾਂ। ਖੈਰ ਉਹਨੇ ਇਸ ਕਿਸਮ ਦੀ ਬਾਤ ਗੁਰੂ ਸਾਹਿਬ ਨਾਲ ਕੀਤੀ, ਤੇ ਗੁਰੂ ਸਾਹਿਬ ਨੇ ਕਿਹਾ ਗੱਲ ਇਹ ਹੈ ਪੰਮੇ ਪ੍ਰੋਹਤ, ਆਪਣੇ ਰਾਜੇ ਨੂੰ ਜਾ ਕੇ ਸੁਨੇਹਾ ਦੇਈ ਕਿ ਅਸੀਂ ਕੋਈ ਫੌਜ ਨਾ ਤੇ ਮੁਗਲਾਂ ਦੇ ਖਿਲਾਫ ਲੜਨ ਵਾਸਤੇ ਬਣਾ ਰਹੇ ਹਾਂ ਤੇ ਨਾ ਕੁਛ, ਇਹ ਤੇ ਹੈ ਇੱਕ ਐਸੀ ਕਮਿਊਨਿਟੀ, ਇੱਕ ਐਸਾ ਸਮਾਜ ਸਿਰਜ ਰਹੇ ਹਾਂ, ਸਿੱਖ ਜਗਤ ਇੱਕ ਸਿੱਖ ਸਮਾਜ ਸਿਰਜ ਰਹੇ ਹਾਂ ਜਿਹੜਾ ਜ਼ੁਲਮ ਦੇ ਖਿਲਾਫ ਸਦਾ ਤੋਂ ਲੈ ਕੇ ਸਦਾ ਤੱਕ ਜੂਝੇਗਾ। ਖੈਰ ਫਿਰ ਵੀ ਅਜਮੇਰ ਚੰਦ ਨੇ ਕਿਹਾ ਕਿ ਨਹੀਂ ਗੱਲ ਇਹ ਅਸੀਂ ਆਉਣ ਲਈ ਤਿਆਰ ਹਾਂ, ਪਰ ਨਾ ਸਿਰਫ ਦੋ ਕੁਛ ਕੰਡੀਸ਼ਨਸ ਨੇ ਸਾਡੀਆਂ, ਇੱਕ ਤੇ ਬਾਟਾ ਸੋਨੇ ਦਾ ਹੋਏ, ਖੰਡਾ ਇਸ ਕਿਸਮ ਦਾ ਹੋਏ, ਜਿਹੜੀਆਂ ਨੇ ਸ਼੍ਰੇਣੀਆਂ ਬਣਨ ਜਾਤ ਦੇ ਮੁਤਾਬਕ। ਮਹਾਰਾਜ ਕਹਿੰਦੇ ਤੈਨੂੰ ਸੁਨੇਹਾ ਭੇਜਿਆ ਕਿਨੇ ਹੈ? ਇੱਥੇ ਤੇ ਨੰਗੀ ਤਲਵਾਰ ਖਿੱਚ ਕੇ ਸਟੇਜ ਤੇ ਖੜੇ ਹੋ ਕੇ ਸੀਸ ਮੰਗ ਕੇ ਦਾਤ ਦਿੱਤੀ ਜਾ ਰਹੀ ਹੈ। ਇਹ ਕੋਈ ਕਿਸੇ ਨੂੰ ਇਸ ਰੂਪ ਵਿੱਚ ਜਿਹੜਾ ਹੈਗਾ ਅਸੀਂ ਫੁੱਲੜੀਆਂ ਨਹੀਂ ਵੰਡ ਰਹੇ ਜਾਂ ਕਿਸੇ ਨੂੰ ਅਸੀਂ ਨਫਰੀ ਦੇ ਵਿੱਚ ਨਹੀਂ ਲਿਆ ਰਹੇ, ਇੱਥੇ ਤੇ ਪਹਿਲਾ ਮਰਨ ਕਬੂਲ ਦਾ ਕਨਸੈਪਟ ਹੀ ਇਹ ਹੈਗਾ। ਖੈਰ ਅਜਮੇਰ ਚੰਦ ਨੂੰ ਲੱਗਾ ਮੇਰੀ ਇਹਦੇ 'ਚ ਬੜੀ ਹਤਕ ਹੋਈ ਹੈ, ਔਰ ਪੰਮੇ ਪ੍ਰੋਹਤ ਦੇ ਹੱਥ ਸੁਨੇਹਾ ਇੱਕ ਹੋਰ ਭਿਜਵਾਉਂਦਾ ਹੈ। ਉਹ ਕਹਿੰਦਾ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੱਲ ਵੀ ਕਹਿ ਦੀ ਕਿ ਜੇ ਮੁਗਲਾਂ ਦੇ ਖਿਲਾਫ ਹੀ ਲੜਨਾ ਨਾ, ਤੇ ਇਹ ਜੱਟ ਬੂੜ ਅਰੋੜੇ ਕਮਿਆਰ ਝਮਿਆਰ ਇਹ ਸਾਰੇ ਇਕੱਠੇ ਕੀਤੇ ਤੁਸੀਂ ਕਸਿਆਰੇ ਲੋਕ ਨੇ, ਇਹਨਾਂ ਨੂੰ ਕੀ ਪਤਾ ਮੁਗਲਾਂ ਨਾਲ ਲੜਨਾ ਕੀ ਹੁੰਦਾ ਆ। ਇਹਨਾਂ ਨੂੰ ਮਹਾਰਾਜ ਨੂੰ ਜਾ ਕੇ ਗੱਲ ਕਹਿ ਦੇ ਵੀ ਇਹ ਸਾਰੇ ਦੇ ਸਾਰੀਆਂ ਤੁਸੀਂ ਚਿੜੀਆਂ ਇਕੱਠੀਆਂ ਕਰ ਲਈਆਂ, ਮੁਗਲ ਬਾਜ ਨੇ, ਇਹ ਸਾਰੀਆਂ ਭੇਡਾਂ ਇਕੱਠੀਆਂ ਕਰ ਲਈਆਂ, ਮੁਗਲ ਸ਼ੇਰ ਨੇ, ਇਹ ਸਾਰੇ ਰੰਕ ਉਹ ਰਾਠ ਲੋਕ ਨੇ, ਇਹ ਸਾਰੇ ਗਰੀਬ ਉਹ ਭੂਪਤ ਲੋਕ ਨੇ। ਇਸ ਰੂਪ ਵਿੱਚ ਪਤਾ ਲੱਗ ਜੇ ਵੀ ਕਦੀ ਰੰਕ ਰਾਠਾਂ ਅੱਗੇ ਨਹੀਂ ਠਹਿਰਦੇ, ਕਦੀ ਚਿੜੀਆਂ ਬਾਜਾਂ ਅੱਗੇ ਨਹੀਂ ਠਹਿਰਦੀਆਂ। ਇੱਥੇ ਫਿਰ ਪੰਥ ਪ੍ਰਕਾਸ਼ ਦੇ ਕਰਤਾ ਦੇ ਉਹ ਬੋਲਦੇ ਜਿਹੜੇ ਅਸੀਂ ਅਕਸਰ ਪੜ੍ਹਦੇ ਆ। ਮਹਾਰਾਜ ਨੇ ਪੰਮੇ ਪ੍ਰੋਹਤ ਨੂੰ ਕਿਹਾ, ਪੰਥ ਪ੍ਰਕਾਸ਼ ਦਾ ਕਰਤਾ ਫਿਰ ਇਸ ਤਰ੍ਹਾਂ ਲਿਖਦਾ, ਉਹ ਕਹਿੰਦਾ ਵੀ ਮਹਾਰਾਜ ਨੇ ਕਿਹਾ ਪੰਮੇ ਪ੍ਰੋਹਤ ਆਪਣੇ ਫਿਰ ਰਾਜੇ ਨੂੰ ਜਾ ਕੇ ਹੁਣ ਇੱਕ ਗੱਲ ਜ਼ਰੂਰ ਦੱਸ ਦੀ ਵੀ ਹੁਣ ਫਿਰ ਸਮਾਂ ਬਦਲੇਗਾ, ਦੁਨੀਆ ਬਦਲੇਗੀ, ਤਵਾਰੀਖ ਬਦਲ ਜਾਏਗੀ। ਹੁਣ ਕਿਸ ਤਰੀਕੇ ਨਾਲ? ਮਹਾਰਾਜ ਨੇ ਕਿਹਾ ਚਿੜੀਆਂ ਸੇ ਮੈਂ ਸ਼ੇਰ ਬਿਠਾऊं, ਹੁਣ ਚਿੜੀਆਂ ਸੇ ਮੈਂ ਬਾਜ ਤੜਾऊं, ਹੁਣ ਚਿੜੀਆਂ ਦੇ ਨਾਲ ਮੈਂ ਬਾਜਾਂ ਨੂੰ ਤੜਾ ਦਿਆਂਗਾ। ਇਹ ਚੇਤੇ ਰੱਖੀ, ਜਿਹਨੂੰ ਤੂੰ ਚਿੜੀਆਂ ਕਿਹਾ ਨਾ, ਇਹ ਬਾਜਾਂ ਦੇ ਗਲ ਪੈਣਗੀਆਂ ਜਾ ਕੇ। ਚਿੜੀਆਂ ਸੇ ਮੈਂ ਬਾਜ ਤੜਾऊं, ਭੇਡੋਂ ਸੇ ਮੈਂ ਸ਼ੇਰ ਬਿਠਾऊं, ਇਹ ਜਿਹੜੀਆਂ ਭੇਡਾਂ ਨੇ ਇਹ ਸ਼ੇਰਾਂ ਦੇ ਗਲ ਪੈਣਗੀਆਂ। ਸ਼ੇਰਾਂ ਨੂੰ ਜਾ ਕੇ ਜਿਹੜਾ ਉਸ ਰੂਪ ਦੇ ਵਿੱਚ ਉਹ ਵੰਗਾਰਨਗੀਆਂ, ਕਹਿਣਗੇ ਭੂਪ ਗਰੀਬਨ ਕੋ ਕਹਿਲਾऊं, ਰੰਕੋਂ ਕੋ ਮੈਂ ਰਾਠ ਬਣਾऊं। ਜਿਹੜਿਆਂ ਨੂੰ ਤੂੰ ਰੰਕ ਕਹਿ ਰਿਹਾ ਨਾ, ਇਹ ਰਾਠ ਹੋਣਗੇ ਧਰਤੀ ਦੇ ਉੱਤੇ। ਤੇ ਰਾਠ ਬੰਦਾ ਉਹ ਹੁੰਦਾ ਜਿਹੜਾ ਰੱਜ ਜਾਏ, ਜਿਹਨੂੰ ਕੋਈ ਕਮੀ ਨਾ ਹੋਏ। ਇੱਕ ਦਿਨ ਮੁਗਲ ਹਾਕਮ ਨਵਾਬੀ ਦੀ ਖਿੱਲਤ ਭੇਜੇ ਤੇ ਮਨ ਵਿੱਚ ਇਹ ਸੋਚ ਰਿਹਾ ਹੋਏ, ਓ ਹੋ ਇਹ ਬੜਾ ਲੜਨਗੇ, ਹੁਣ ਉਹ ਕਹੇਗਾ ਮੈਂ ਲੈਣੀ ਹੈ, ਮੈਂ ਲੈਣੀ, ਖਿੱਚੋ ਤਾਣ ਪੈ ਜਾਏਗੀ। ਆ ਰੀਸੈਂਟਲੀ ਜੋ ਕੁਛ ਹੋਇਆ ਨਾ ਉੱਥੇ, ਤੇ ਜੋ ਹੋ ਰਿਹਾ ਹੈਗਾ ਹੁਣ ਇਸ ਰੂਪ ਦੇ ਵਿੱਚ, ਆਹੀ ਹੈ ਸਾਰਾ ਕੁਛ। ਮੈਂ ਉਸ ਰੂਪ ਵਿੱਚ ਬਾਤ ਕਰਾਂ ਤੇ ਐਕਚੁਅਲ ਲੈਵਲ ਤੇ ਉਹ ਜਿਹੜਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇਹ ਇਕੱਲੀ ਇਤਿਹਾਸ ਦੀ ਗੱਲ ਨਹੀਂ ਗੀ, ਇੱਥੇ ਵੀ ਐਸੀ ਚੀਜ਼ ਲਾਗੂ ਹੁੰਦੀ ਹੈ। ਬੰਦੇ ਦਾ ਵਧਿਆ ਹੋਇਆ ਲਾਲਚ ਹੀ ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਬੰਦੇ ਦੀ ਹਵਸ ਹੀ ਬੰਦੇ ਨੂੰ ਮਾਰਦੀ ਹੈ। ਕਿਸੇ ਰੂਪ ਦੇ 'ਚ ਬੰਦੇ ਨੂੰ ਕੋਈ ਦੁਸ਼ਮਣ ਨਹੀਂ ਮਾਰ ਸਕਦਾ। ਇਸੇ ਕਰਕੇ ਸਿੱਖੀ ਨੂੰ ਕੋਈ ਦੁਸ਼ਮਣ ਨਹੀਂ ਦਿਸਦਾ। ਉਹ ਕਹਿੰਦਾ ਮੈਂ ਆਪਣੀ ਹਵਸ ਤੇ ਹੀ, ਮੈਂ ਆਪਣੇ ਆਪ ਤੇ ਕੰਮ ਕਰਨਾ ਆ। ਜਦੋਂ ਫਿਰ ਉਹ ਇਸ ਰੂਪ ਵਿੱਚ ਬਾਤ ਆਈ ਕਿ ਰੰਕੋਂ ਕੋ ਮੈਂ ਰਾਠ ਬਣਾऊं, ਉਹ ਨਵਾਬੀ ਦੀ ਖਿੱਲਤ, ਉਹ ਕਹਿੰਦੇ ਲੜਨਗੇ
ਉਹ ਕਹਿੰਦੇ ਨਵਾਬੀ ਚਾਹੀਦੀ ਨਹੀਂ, ਮੰਗੀ ਕਿੰਨੇ ਹੈ, ਲੋੜ ਹੀ ਨਹੀਂ। ਇੱਥੇ ਫਿਰ ਜਨਰਲ ਮੁਰੇ ਪੁੱਛਦਾ ਆ ਸ਼ਹੀਦ ਰਤਨ ਸਿੰਘ ਭੰਗੂ ਨੂੰ, ਆਖਰਕਾਰ ਬਾਤ ਕੀ ਹੈ, ਇਹ ਕਿਉਂ ਨਹੀਂ ਐਵੇਂ ਕਰਦੇ? ਉਹ ਕਹਿੰਦੇ ਤੈਨੂੰ ਨਹੀਂ ਪਤਾ, ਹਮ ਤੋਂ ਰੱਖ ਹੈ ਪਾਤਸ਼ਾਹੀ ਦਾਵਾ। ਸਾਡੇ ਗੁਰੂ ਨੇ ਕਿਹਾ ਸੀ, ਸਿੱਖ ਤੂੰ ਗੁਰੂ ਨਾਲ ਜੁੜਿਆ, ਤੂੰ ਗੁਰੂ ਪਾਤਸ਼ਾਹ ਦਾ ਅਸਲ ਦੇ ਵਿੱਚ ਮੰਨਣ ਵਾਲਾ ਹੈ, ਤੇਰੇ ਹੱਕ ਦੇ ਵਿੱਚ ਪਾਤਸ਼ਾਹੀ ਆਉਂਦੀ ਹੈ, ਤੂੰ ਹੰਨੇ ਹੰਨੇ ਮੀਰੀ ਦਾ ਮਾਲਕ ਆ। ਇਹ ਸੰਕਲਪ ਮਹਾਰਾਜ ਨੇ ਸਾਨੂੰ ਦਿੱਤਾ। ਪਰ ਗੱਲ ਇਹ ਆ ਜਿਹੜੀ ਮੈਂ ਬਾਤ ਤਵਾਰੀਖੀ ਰੰਗ 'ਚ ਬਿਆਨ ਕਰ ਰਿਹਾ ਸੀਗਾ, ਮਹਾਰਾਜ ਨੇ ਕਿਹਾ ਪੰਮੇ ਪੁਰੋਹਿਤ ਇਹ ਗੱਲਾਂ ਤੇ ਤੇਰੇ ਰਾਜੇ ਨੇ ਤੈਨੂੰ ਕਹੀਆਂ ਤੇ ਮੈਂ ਤੈਨੂੰ ਜਵਾਬ ਦਿੱਤਾ ਆ ਕਿ ਚਿੜੀਆਂ ਸੇ ਮੈਂ ਬਾਜ ਲੜਾऊं, भेड़ों से मैं शेर बढ़ाऊं, भूप गरीबन को कहलाऊं, रंकों को मैं राठ बनाऊं। पर ये सारियां कंडीशंस पूरियां हो जान ना, पंमे पुरोहित मेरा दिल नहीं रजदा ना। मैं फिर अपना धरती ते आउणा पूरा नहीं मनदा। असल दे विच सारियां कंडीशन पूरियां भी हो जाण ਤਾਂ ਵੀ ਮੇਰਾ ਹੋਣਾ ਪੂਰਾ ਨਹੀਂਗਾ, ਜਿੰਨੀ ਦੇਰ ਤੱਕ ਆਹ ਕੰਡੀਸ਼ਨ ਪੂਰੀ ਨਹੀਂ ਹੁੰਦੀ। ਉਹ ਕਿਹੜੀ ਹੈ ਜੀ? ਕਹਿਣਗੇ ਰੰਕੋਂ ਕੋ ਮੈਂ ਰਾਠ ਬਣਾऊं, 1.25 लाख से एक लड़ाऊं, तब है गोबिंद सिंह नाम कहाऊं। जिन्नी देर तक 1.25 लाख ਦੇ ਨਾਲ ਕੱਲਾ ਜੂਝਣ ਵਾਸਤੇ ਤਿਆਰ ਨਾ ਹੋ ਜਾਏ, ਮੇਰਾ ਗੁਰੂ ਗੋਬਿੰਦ ਸਿੰਘ ਹੋਣਾ ਪੂਰਾ ਨਹੀਂਗਾ। ਗੜੀ ਦੀ ਇਸ ਜੰਗ ਨੇ ਆ ਤਵਾਰੀਖ ਦਾ ਉਹ ਚੈਪਟਰ ਸਾਡੇ ਸਾਹਮਣੇ ਬਿਆਨ ਕੀਤਾ। ਕੱਲਾ ਕੱਲਾ ਸਿੱਖ ਇਸ ਰੂਪ ਵਿੱਚ ਜੂਝਦਾ ਆ। ਮੁਗਲ ਹਾਕਮ ਆਲਮੋਸਟ ਸਾਰੇ ਦੇ ਸਾਰੇ ਜ਼ਖਮੀ ਹੋ ਜਾਂਦੇ ਨੇ ਐਕਸੈਪਟ ਵਜ਼ੀਰ ਖਾਨ, ਉਹ ਵੀ ਬਹੁਤ ਪਿੱਛੇ ਪਹਿਰੇ ਤੱਕ ਪਿਆ ਆ। ਜੇ ਆਪਨੇ 4 ਸਾਹਿਬਜ਼ਾਦੇ ਮੂਵੀ ਦੇਖੀ ਹੋਏ ਤੇ ਆਪ ਨੂੰ ਅਹਿਸਾਸ ਹੋਏਗਾ ਜਿਸ ਵਕਤ ਸਾਹਿਬਜ਼ਾਦਾ ਜੁਝਾਰ ਸਿੰਘ ਜੂਝਣ ਵਾਸਤੇ ਜਾਂਦੇ, ਡਾਇਰੈਕਟਰ ਨੇ ਕੁਝ ਚੀਜ਼ਾਂ ਇਨਫੋਰਮੇਸ਼ਨ ਦੇ ਲੈਵਲ ਤੇ ਬਿਲਡ ਕੀਤੀਆਂ ਨੇ ਉੱਥੇ, ਤੇ ਵਜ਼ੀਰ ਖਾਨ ਹਾਥੀ ਦੀ ਪਾਲਕੀ ਤੇ ਚੜਿਆ ਆ। ਇੱਕ 14 ਕੁ ਵਰੇ ਦਾ ਬਾਲ ਵਰੇਸ, ਹਾਲਾਂਕਿ ਸਾਰਾ ਉਹ ਐਨੀਮੇਸ਼ਨ 'ਚ ਲਿਆਂਦਾ ਉਸਨੇ, ਤੇ ਉਹ ਬਿਲਕੁਲ ਜਦੋਂ ਸਾਹਮਣੇ ਜਾ ਕੇ ਸ਼ਹਾਦਤ ਪਾਉਂਦਾ ਨਾ ਤੇ ਉਹਦੀਆਂ ਅੱਖਾਂ ਘੂਰ ਕੇ ਇੱਕ ਤਰੀਕੇ ਨਾਲ ਵੇਖਦੀਆਂ ਨੇ ਤੇ ਵਜ਼ੀਰ ਖਾਨ ਨੂੰ ਇੱਕਦਮ ਮੌਤ ਦਾ ਮੰਜ਼ਰ ਦਿਸਦਾ ਇਸ ਰੂਪ ਦੇ ਵਿੱਚ। ਇਹ ਐਕਚੁਅਲੀ ਰਿਐਲਿਟੀ 'ਚ ਵਾਪਰਦਾ ਆ। ਬਿਲਕੁਲ ਸਿੱਖ ਚੀਰਦੇ ਹੋਏ ਰਾਜਾ ਅਜਮੇਰ ਚੰਦ ਜ਼ਖਮੀ ਹੋ ਚੁੱਕਾ ਆ, ख्वाजा महमूद ਜ਼ਖਮੀ ਹੋ ਚੁੱਕਾ ਆ, ਜ਼ਬਰਦਸਤ ਖਾਂ ਜ਼ਖਮੀ ਹੋ ਚੁੱਕਾ ਹੈ। ਇੱਥੋਂ ਤੱਕ ਇਹ ਜੰਗ ਇਸ ਰੂਪ ਵਿੱਚ ਲੈ ਗਏ। ਇਸੇ ਕਰਕੇ ਪੂਰੀ ਦਿਨ ਜੰਗ ਚੱਲੀ, ਰਾਤ ਪੈ ਗਈ, ਸਾਹਿਬਜ਼ਾਦੇ ਦੋਨੋਂ ਜਾਮੇ ਸ਼ਹਾਦਤ ਸਿੱਖਾਂ ਦੇ ਨਾਲ ਪਾ ਕੇ ਉਸ ਰੂਪ ਵਿੱਚ ਬੈਠੇ ਨੇ। ਗੜੀ ਦੇ ਵਿੱਚ ਗਿਣਤੀ ਉਸ ਵਕਤ ਨਫਰੀ ਜਿਹੜੀ ਹੈ 11 ਸਿੱਖ ਨੇ, 12ਵੇਂ ਗੁਰੂ ਪਾਤਸ਼ਾਹ ਨੇ। ਸੋਦਰ ਦਾ ਦੀਵਾਨ ਲੱਗਾ, ਮਹਾਰਾਜ ਨੇ ਆਪ ਅਰਦਾਸ ਕੀਤੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਦਾ ਕੋਟਾਨ ਕੋਟ ਧੰਨਵਾਦ ਕੀਤਾ ਵੀ ਮਾਲਕ ਕਿਤਨਾ ਬੇਅੰਤ ਹੈ ਤੂੰ, ਕਿਆ ਮੰਜ਼ਰ ਦਿਖਾਇਆ ਆ। ਜਿਹਨੂੰ ਤੂੰ ਜਿਸ ਡਿਊਟੀ ਵਿੱਚ ਲਾਇਆ ਸੀ ਉਹ ਡਿਊਟੀ ਪੁੱਗ ਗਈ ਹੈ। ਜਿਉਣਾ ਮਰਨਾ ਤੇ ਅਕਾਲ ਦੇ ਲੇਖੇ ਆ। ਇਹ ਕਿਹੜੀ ਵੱਡੀ ਬਾਤ ਹੋ ਗਈ ਇੱਥੇ? ਤੇ ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ। ਇਹ ਤੇ ਤਮਾਸ਼ਾ ਹੀ ਕਾਲ ਦਾ ਸਾਰਾ। ਕੌਣ ਰਿਹਾ ਸਦੀਵ ਕਾਲੀ ਇੱਥੇ? ਇੱਥੇ ਤੇ ਸਭ ਨੇ ਮਰ ਜਾਣਾ। ਆਖਿਰਕਾਰ ਕੋਈ 4 ਮਣ ਕਣਕ ਵੱਧ ਖਾ ਕੇ ਮਰ ਗਿਆ, ਕੋਈ ਘੱਟ ਖਾ ਕੇ ਮਰ ਗਿਆ, ਕੌਣ ਪੁੱਛਦਾ ਆ? ਜਿਸ ਦਿਨ ਗੜੀ ਦੇ ਵਿੱਚ ਜੰਗ ਹੋ ਰਹੀ ਹੈ, ਕੀ ਆਪ ਸੋਚਦੇ ਹੋ ਭਾਰਤੀ ਖਿੱਤੇ ਦੇ ਵਿੱਚ 6 ਕਰੋੜ ਦੇ ਕਰੀਬ ਪਾਪੂਲੇਸ਼ਨ ਹੈ, ਸਾਰੇ ਸਾਊਥ ਏਸ਼ੀਅਨ ਖਿੱਤੇ ਦੀ। ਸਿਰਫ ਇਹ ਜਿਹੜੇ 29 ਦੇ ਕਰੀਬ ਸਰੀਰ ਨੇ, ਕੇਵਲ ਇਹੀ ਸ਼ਹੀਦ ਹੋਏ ਨੇ ਉੱਥੇ, ਜਾਂ ਇਹੀ ਉਹਨਾਂ ਨੂੰ ਜਿਹੜਾ ਹੈਗਾ ਉਸ ਦਿਨ ਮੌਤ ਆਈ ਹੈ? ਨਾ, ਉਸ ਦਿਨ ਮਰੇ ਹੋਣਗੇ 200, 400, 500, 700, 1000 ਬੰਦਾ ਹੋਰ ਵੀ, ਕੋਈ ਕਿਸੇ ਦਾ ਨਾਂ ਨਹੀਂ ਜਾਣਦਾ। ਟੋਰਾਂਟੋ ਦੇ ਗਿਰਦੇ ਰਵਾਨ ਦੇ ਵਿੱਚ ਬੈਠੇ ਹੋਏ ਇੱਥੇ ਨਾਰਥ ਅਮਰੀਕਨ ਖਿੱਤੇ ਦੇ ਵਿੱਚ ਇੱਕ ਜਜ਼ਬਾਤਾਂ ਦੀ ਰੌਂ ਵਿੱਚ ਵਗੇ ਹੋਏ, ਜਿਨ੍ਹਾਂ ਨੂੰ ਯਾਦ ਕਰਦੇ ਹਾਂ, ਅੱਖਾਂ ਨਮਨ ਕਰਦੇ ਹਾਂ, ਇਹ ਉਹੀ ਸੂਰਮੇ ਨੇ। ਇਹ ਗੁਰੂ ਮਹਾਰਾਜ ਅਹਿਸਾਸ ਦੇ ਇਸ ਗੱਲ ਨੂੰ। ਖੈਰ, ਜਿਹੜਾ ਫਿਰ ਇਹਦੀ ਬਾਤ ਕਰਾਂ ਮੈਂ ਛੋਟੀ ਜਿਹੀ ਹਿਸਟੋਰੀਕਲੀ ਉਸ ਰੂਪ ਦੇ ਵਿੱਚ, ਕਿ ਜਿਹੜੀ ਮਹਾਰਾਜ ਨੇ ਜਦੋਂ ਸਾਰੀ ਬਾਤ ਹੋ ਗਈ ਤੇ ਮਹਾਰਾਜ ਹੁਣ ਇਹ ਬਾਤ ਪਾ ਰਹੇ ਨੇ ਵੀ ਸਿੱਖੋ, ਸਵੇਰੇ ਦਿਨ ਚੜ੍ਹਨਾ ਹੈ ਤੇ ਅਸੀਂ ਇੱਕ ਨਵਾਂ ਮੰਜ਼ਰ ਲਿਖਣਾ ਹੈ। ਮੈਂ ਬੀਤੀ ਕੱਲ ਬਾਤ ਜਿੱਥੇ ਸਮੇਟੀ ਸੀ ਵੀ ਇੱਥੇ ਚਾਹਤ ਤੇ ਪੈਵੰਦ ਕਰੇ ਖਾਕ ਕਾ ਸਭ ਕੋ। ਚਾਹਤ ਇਹੋ ਹੀ ਸੀਗੀ ਕਿ ਸਵੇਰੇ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੂਝਣਗੇ ਉਸ ਰੂਪ ਦੇ ਵਿੱਚ। ਮੋਹ ਮਰਨੇ ਕਾ ਚਾਉ ਹੈ, ਮਰੋਂ ਤਾਂ ਹਰ ਕੇ ਦਵਾਰ, ਬਾਬਾ ਕਬੀਰ ਜੀ ਦਾ ਬਚਨਿਆ। ਬਿਲਕੁਲ ਉਸ ਨੂੰ ਉਸ ਰੂਪ ਦੇ ਵਿੱਚ ਮਹਾਰਾਜ ਆਪਣੀ ਸੁਰਤ 'ਚ ਅਮਾ ਰਹੇ ਨੇ। ਹੋਇਆ ਕੀ, ਬਾਤ ਕੀ ਹੋਈ? ਉਸ ਵਕਤ ਪੰਜਾਂ ਨੇ ਬੈਠ ਕੇ ਪੰਚ ਪ੍ਰਣਾਲੀ ਜਿਹੜੀ ਸਾਡੀ ਉਸ ਪੰਥਕ ਪ੍ਰਵਾਨ ਉਸ ਰੂਪ ਦੇ ਵਿੱਚ ਪਰਪਾਟੀ ਹੈ, ਉਹਦੇ 'ਚ ਗੁਰੂ ਮਹਾਰਾਜ ਤੇ ਹੁਕਮ ਲਾਇਆ। ਬਾਤ ਹਕੀਮ ਅੱਲਾ ਯਾਰ ਖਾਨ ਜੋਗੀ ਲਿਖਦਾ, ਪਿੱਥੇ ਚਾਹਤੇ ਪੈਵੰਦ ਕਰੇ ਖਾਕ ਕਾ ਸਭ ਕੋ, ਆतिफ ने कहा काम में लाना न गजब को। वो गैबी आवाज़ उन्होंने पंजां दे हिरदे चों आई। उन्होंने क्या बिल्कुल नहीं, गजब नहीं करन देंगे तुहानू। कहने लगे आतिफ ने कहा काम में लाना न गजब को, लड़ना नहीं मंजूर है अज आपका रब को। ये सुन के गुरु भूल गए रंजो त्वब को। कहते मोइनन के तेग के हाथ को उठाया, सतगुरु ने वहीं सिजदाए शुक्राना बजाया।
ਮਹਾਰਾਜ ਨੇ ਉਹਨਾਂ ਸਿੱਖਾਂ ਦੇ ਉਸ ਹੁਕਮ ਨੂੰ ਕਿਹਾ, ਠੀਕ ਹੈ ਸਿੱਖੋ, ਮੈਂ ਤੁਹਾਡੇ ਹੁਕਮ ਤੇ ਫੁੱਲ ਚੜਾਉਣਾ। ਮਹਾਰਾਜ ਨੇ ਉੱਚੇ ਕੁਝ ਸ਼ਬਦ ਕਹੇ ਸੀਗੇ, ਉਹਨਾਂ ਸ਼ਬਦਾਂ ਨੂੰ ਕਿਸੇ ਰੂਪ ਵਿੱਚ ਬਹੁਤ ਸਾਰੇ ਸੋਰਸਸ ਨੇ ਕੈਲਕੂਲੇਟ ਜਿਹੜਾ ਹੈਗਾ ਆਪਣੀ ਜਗ੍ਹਾ ਸੰਭਾਲਿਆ ਹੈ। ਮਹਾਰਾਜ ਨੇ ਕਿਹਾ, ਸਿੱਖੋ, ਸਿੱਖ ਨੂੰ ਹਮੇਸ਼ਾ 4 ਓਟਾਂ ਰਹਿੰਦੀਆਂ ਨੇ। ਪਹਿਲੀ ਓਟ ਅਕਾਲ ਦੀ ਹੈ, ਦੂਸਰੀ ਓਟ ਗੁਰੂ ਦੀ ਹੈ, ਤੀਸਰੀ ਓਟ ਸੰਗਤ ਦੀ ਹੈ, ਤੇ ਚੌਥੀ ਓਟ ਸਿੱਖ ਦੀ ਆਪਣੀ ਹੈ। ਇਹਨਾਂ ਓਟਾਂ ਤੇ ਤੁਸੀਂ ਧਿਆਨ ਰੱਖਣਾ ਹੈ। ਮਹਾਰਾਜ ਨੇ ਹੁਕਮ ਕੀਤਾ, ਸਿੱਖ ਜੀ, ਜੰਗ ਕੱਲੀ ਇਹ ਨਹੀਂ, ਤਾ ਉਮਰ ਤੇ ਤਾ ਦੁਨੀਆ ਤੱਕ ਜੰਗਾਂ ਚੱਲਣੀਆਂ ਨੇ। ਹਮੇਸ਼ਾ ਚੇਤੇ ਰੱਖਿਆ ਜੇ ਜੰਗ ਗੜੀ ਤੋਂ ਬਾਹਰ ਹੋਏ, ਗੜੀ ਦੇ ਅੰਦਰ ਨਾ ਹੋਏ। ਇਹ ਇੱਕ ਭਾਵਪੂਰਤ ਮੈਟਾਫੋਰਿਕ ਵੇ ਨਾਲ ਕਹੀ ਗਈ ਬਾਤ ਹੈ। ਅੱਜ ਮੁਸੀਬਤ ਹੈ, ਸਾਡੀ ਸਾਰੀ ਲੜਾਈ ਜਿਹੜੀ ਹੈ ਨਾ, ਖਾਲਸਾ ਸੋ ਜੋ ਕਰੇ ਨਿਤ ਜੰਗ, ਉਹ ਅੰਦਰ ਗੜੀ ਦੇ ਅੰਦਰ ਹੀ ਹੋਈ ਜਾਂਦੀ ਹੈ। ਸਾਡਾ ਉਲਝਣਾ ਉਲਝਾ ਅੰਦਰ ਹੀ ਪਿਆ ਆ। ਅਸੀਂ ਗੜੀ ਤੋਂ ਬਾਹਰ ਜਾ ਕੇ ਤੇ ਦੁਨੀਆ ਜਿਹੜੀ ਹੈ, ਉਹ ਕਹਿੰਦੇ ਨਾ ਕਿ ਦੁਨੀਆ ਬੜੇ ਸ਼ੌਕ ਸੇ ਸੁਣ ਰਹੀ ਥੀ, ਹਮ ਹੀ ਸੋ ਗਏ ਦਾਸਤਾਂ कहते कहते। ਆ ਤੁਹਾਡੇ ਸਾਹਮਣੇ ਆ ਮਾੜਾ ਜਿਹਾ ਜਿਹੜਾ ਉਸ ਰੂਪ ਵਿੱਚ ਤੁਸੀਂ ਖਾਲਸਾਈ ਜਾਹੋ ਜਲਾਲ ਦਾ ਮੰਜ਼ਰ ਦਿਖਾਇਆ, ਦੁਨੀਆ ਦੂਰ ਦੂਰ ਤੱਕ ਸਲਾਮਾ ਕਰਨ ਲੱਗੀ ਵੀ ਭਾਈ ਇਹ ਤੇ ਅਸੀਂ ਲੱਭ ਰਹੇ ਹਾਂ ਜੋ ਤੁਸੀਂ ਲੈ ਕੇ ਬੈਠੇ ਹੋ। ਆ ਜਿਹੜੀ ਚੀਜ਼ ਹੈ ਬੜੇ ਸ਼ੌਕ ਨਾਲ ਸੰਸਾਰ ਸੁਣਨਾ ਚਾਹੁੰਦਾ। ਮਹਾਰਾਜ ਨੇ ਹੁਕਮ ਕੀਤਾ, ਜੰਗ ਗੜੀ ਤੋਂ ਬਾਹਰ ਜਾ ਕੇ ਲੜਨੀ ਹੈ, ਅੰਦਰ ਨਹੀਂ ਲੜਨੀ। ਉੱਥੇ ਫਿਰ ਜੋ ਅਗਲਾ ਉਹਨਾਂ ਨੇ ਪ੍ਰੋਗਰਾਮ ਬਣਾਇਆ, ਤੇ ਇਹ ਲੀਡਰਸ਼ਿਪ ਦਾ ਰੋਲ ਵੀ ਹੈ। ਇੱਥੇ ਸਿੱਖਾਂ ਨੇ ਆਪਣੇ ਹੱਥ 'ਚ ਲੀਡਰਸ਼ਿਪ ਲਈ ਹੈ। ਸਿੱਖ ਗੁਰੂ ਮਹਾਰਾਜ ਦੇ ਕੋਲੋਂ ਲੀਡਰਸ਼ਿਪ ਲੈ ਕੇ ਉਸ ਰੂਪ 'ਚ ਪੁੱਗ ਰਹੇ ਨੇ। ਹੁਕਮ ਇਹ ਹੋਇਆ, ਮਹਾਰਾਜ ਦੀ ਕਲਗੀ, ਮਹਾਰਾਜ ਜੀ ਦਾ ਚੋਲਾ ਸੰਗਤ ਸਿੰਘ ਨੂੰ ਪਵਾਇਆ ਜਾਏਗਾ, ਉਹਨੂੰ ਮਮਟੀ ਦੇ ਉੱਪਰ ਬਿਠਾਇਆ ਜਾਏਗਾ। ਨਾਲ ਬਾਤ ਇਹ ਕੀਤੀ ਗਈ, ਹੁਣੇ ਰਣਸਿੰਘਾ ਵਜਾਇਆ ਜਾਏਗਾ। ਵੱਜਦੇ ਰਣਸਿੰਘੇ ਦੇ ਵਿੱਚ ਗੁਰੂ ਮਹਾਰਾਜ ਫਿਰ ਜਿਹੜਾ ਹੈਗਾ ਮੈਦਾਨੇ ਜੰਗ ਦੇ ਵਿੱਚੋਂ ਜੋ ਪਹਿਲਾਂ ਸਵੇਰ ਦਾ ਭਖਿਆ ਹੋਇਆ ਸੀਗਾ, ਜਿੱਥੇ ਦੁਸ਼ਮਣ ਨੂੰ ਘੇਰਾ ਪਾ ਕੇ ਬਿਠਾ, ਇਹਦੇ ਵਿੱਚ ਦੀ ਲੰਘੇਗਾ। ਨਾਲ ਦੀ ਨਾਲ ਇਹ ਹੁਕਮ ਹੋਇਆ ਕਿ ਮਹਾਰਾਜ ਦੇ ਨਾਲ 3 ਸਿੱਖ ਹੋਰ ਜਾਣਗੇ, ਜਿਨ੍ਹਾਂ 'ਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਦੀ ਬਾਤ ਹੋਈ। ਮਹਾਰਾਜ ਨੇ ਸਾਰੀ ਬਾਤ ਉਸ ਰੂਪ ਵਿੱਚ ਪ੍ਰਵਾਨ ਕੀਤੀ। ਜਿਹੜੇ ਪਹਿਲੇ ਹੁਕਮ ਕੀਤੇ, ਹੁਣ ਮਹਾਰਾਜ ਨੇ ਅਖੀਰ ਦੇ 'ਚ ਇੱਕ ਅਲਟੀਮੇਟਲੀ ਕਹਿ ਲਓ ਇੱਕ ਵਿਨਤੀ ਰੂਪ ਵਿੱਚ ਖਾਲਸੇ ਨੂੰ ਕਿਹਾ, ਖਾਲਸਾ ਜੀ, ਮੈਨੂੰ ਖੁਸ਼ੀ ਹੋਈ ਇਸ ਗੱਲ ਦੀ, ਮੇਰਾ ਖਾਲਸਾ ਆਪਣੇ ਰੋਲ ਨੂੰ, ਆਪਣੇ ਰੂਪ ਨੂੰ ਪਹਿਚਾਨ ਰਿਹਾ ਹੈ। ਪਰ ਮਹਾਰਾਜ ਨੇ ਕਿਹਾ, ਗੱਲ ਇਹ ਹੈ, ਮੈਂ ਮੈਦਾਨੇ ਜੰਗ ਦੇ ਵਿੱਚ ਐਵੇਂ ਨਹੀਂ ਜਾਵਾਂਗਾ, ਬਲਕਿ ਆਵਾਜ਼ ਦੇ ਕੇ ਜਾਵਾਂਗਾ। ਸਿੱਖਾਂ ਨੇ ਜਕਾਰਾ ਛੱਡਿਆ, ਬਿਲਕੁਲ ਮਹਾਰਾਜ ਤੁਹਾਡਾ ਹੁਕਮ ਪ੍ਰਵਾਨ, ਸਿਰ ਮੱਥੇ। ਮਹਾਰਾਜ ਨੇ ਆਪ ਨਰਸਿੰਘਾ ਫੜਿਆ, ਗੜੀ ਦੀ ਮਮਟੀ ਦੇ ਉੱਪਰ ਚੜ ਗਏ, ਜ਼ੋਰ ਆਵਾਜ਼ ਇਸ ਨਰਸਿੰਘਾ ਵਜਾਇਆ। ਰਣਜੀਤ ਨਗਾਰੇ ਤੇ ਅਸਮਾਨ ਚੁਭੀਆਂ ਜਿਹੜੀਆਂ ਨੇ, ਚੋਟਾਂ ਪੈ ਰਹੀਆਂ ਨੇ। ਦੁਸ਼ਮਣ ਦੇ ਕਾਫਲੇ 'ਚ ਹਲਚਲ ਮਚ ਗਈ। ਆਖਰਕਾਰ ਕੀ ਹੋਣ ਲੱਗਾ ਆ? ਉਹ ਇੱਕਦਮ ਜਿਹੜਾ ਠੰਡੀ ਰਾਤ ਦੇ ਵਿੱਚ, ਅੱਧੀ ਰਾਤ ਦਾ ਸਮਾਂ ਆ, ਇੱਕਦਮ ਜਿਹੜਾ ਹਰਕਤ ਵਿੱਚ ਆਏ। ਉਹ ਵੀ ਉਨੀਂਦਰੇ ਨੇ, ਉਹਨਾਂ ਦੇ ਵਿੱਚ ਵੀ ਹਾਲਤ ਹੈ, ਜਿਹੜੇ ਖਾਸ ਕਰਕੇ ਤਨਖਾਹੀਏ ਸਿਪਾਹੀ ਉਹਨਾਂ ਇਕੱਠੇ ਕੀਤੇ। ਉਹਨਾਂ ਕਿਹਾ, ਹੁਣ ਕੀ ਲੱਗਾ? ਹੋ ਸਕਦਾ ਆ ਗੁਰੂ ਮਹਾਰਾਜ ਦੇ ਸਿੱਖ ਸਾਡੇ ਤੇ ਹੱਲਾ ਕਰਨ ਲੱਗੇ ਨੇ। ਇਸ ਤੋਂ ਪਹਿਲਾਂ ਕਿ ਉਹਨਾਂ ਦੇ ਮਸ਼ਾਲ 'ਚ ਕੁਝ ਮਸ਼ਾਲਾਂ ਜਗਾਉਂਦੇ ਕਿਸੇ ਰੂਪ ਦੇ ਵਿੱਚ, ਗੁਰੂ ਮਹਾਰਾਜ ਦੇ ਸਿੱਖਾਂ ਨੇ ਅੰਦਰੋਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਆ। ਮਹਾਰਾਜ ਆਪ ਗੜੀ ਤੋਂ ਥੱਲੇ ਉਤਰੇ, ਦਰਵਾਜ਼ਾ ਖੋਲ੍ਹਿਆ ਆ। ਕੁਝ ਇਤਿਹਾਸਕਾਰ ਕਹਿੰਦੇ ਨੇ ਸਾਹਮਣੇ ਵਾਲਾ, ਕੁਝ ਕਹਿੰਦੇ ਨੇ ਪਿਛਲਾ ਦਰਵਾਜ਼ਾ ਖੋਲ੍ਹਿਆ। ਮਹਾਰਾਜ ਆਪ ਤੇ ਆਪਣੇ 3 ਸਿੱਖਾਂ ਦੇ ਨਾਲ ਜੋ ਨਿਸ਼ਚਾ ਕੀਤਾ ਗਿਆ ਕਿ ਤਾਰੇ ਦੀ ਸੇਧ ਵਿੱਚ ਸਿੱਧੇ ਮਾਛੀਵਾੜੇ ਦੇ ਜੰਗਲ ਨੂੰ ਅਸੀਂ ਜਿਹੜਾ ਹੈਗਾ ਪੜਾਅ ਪਾਉਣਾ ਆ। 3 ਡਿਫਰੈਂਟ ਡਾਇਰੈਕਸ਼ਨ ਸਿੱਖ ਨਿਕਲੇ ਨੇ, ਚੌਥੀ ਡਾਇਰੈਕਸ਼ਨ 'ਚ ਗੁਰੂ ਮਹਾਰਾਜ, ਚਾਰੇ ਦਿਸ਼ਾਵਾਂ ਦੇ ਵਿੱਚ। ਉੱਤੋਂ ਲਗਾਤਾਰ ਗੋਲੀਆਂ ਤੇ ਤੀਰਾਂ ਦਾ ਮੀਂਹ ਵਰ ਰਿਹਾ ਹੈ। ਮਹਾਰਾਜ ਉਹਦੇ 'ਚੋਂ ਲਗਾਤਾਰ ਉਸ ਰੂਪ ਵਿੱਚ ਲੰਘ ਰਹੇ ਨੇ। ਮਹਾਰਾਜ ਕਹਿੰਦੇ ਨੇ ਅੱਧੇ ਕੁ ਜਗ੍ਹਾ ਤੇ ਜਦੋਂ ਪਹੁੰਚੇ ਨੇ, ਉੱਚੀ ਟਿੱਬੀ ਦੇ ਉੱਤੇ, ਤੇ ਮਹਾਰਾਜ ਨੇ ਜ਼ੋਰ ਲਾ ਕੇ ਤਾੜੀ ਮਾਰੀ ਹੈ, ਤੇ ਤਾੜੀ ਮਾਰ ਕੇ ਇਹ ਆਵਾਜ਼ ਦਿੱਤੀ ਏ, ਪੀਰੇ ਹਿੰਦ ਮੇਰਵਦ। ਇਹ ਫਾਰਸੀ ਦੇ ਲਫ਼ਜ਼ ਨੇ, ਜਿਹਦਾ ਮਤਲਬ ਇਹ ਬਣਦਾ ਹੈ ਕਿ ਜਿਹਨੂੰ ਤੁਸੀਂ ਹਿੰਦ ਦਾ ਪੀਰ ਕਹਿੰਦੇ ਸੀਗੇ, ਉਹ ਆ ਦੇਖੋ ਜਾ ਰਿਹਾ ਹੈ। ਜਿਹਦਾ ਮਤਲਬ ਇਹ ਬਣਦਾ ਹੈ, ਤੁਸੀਂ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜਨਾ ਹੈ, ਭਾਈ ਜਿਹਨੇ ਫੜਨਾ ਹੈ ਆ ਕੇ ਫੜ ਲੈ, ਮੈਂ ਇੱਥੇ ਖੜਾ ਵਾਂ। ਇਸੇ ਹੀ ਆਵਾਜ਼ ਦੇ ਵਿੱਚ ਸਿੱਖਾਂ ਨੇ ਵਾਰ-ਵਾਰ ਆਵਾਜ਼ਾਂ ਦਿੱਤੀਆਂ, ਪੀਰੇ ਹਿੰਦ ਮੇਰਵਦ। ਮਹਾਰਾਜ ਨੇ ਦੂਜੀ ਵਾਰ ਤਾੜੀ ਮਾਰੀ ਹੈ, ਫਿਰ ਆਵਾਜ਼ ਦੇ ਕੇ ਕਿਹਾ, ਪੀਰੇ ਹਿੰਦ ਮੇਰਵਦ। ਕਹਿੰਦੇ ਨੇ ਮਹਾਰਾਜ ਫਿਰ ਉੱਥੇ ਕੁਝ ਪਲ ਜਿਹੜੇ ਠਹਿਰੇ ਨੇ, ਫਿਰ ਤੀਸਰੀ ਆਵਾਜ਼ ਦਿੱਤੀ ਹੈ, ਪੀਰੇ ਹਿੰਦ ਮੇਰਵਦ। 4 ਚੁਪੇਰੇ ਹਾਲਤ ਇਹ ਬਣ ਗਈ ਕਿ ਦੁਸ਼ਮਣ ਫੌਜ 'ਚ ਇੱਕਦਮ ਕਮਸਾਨ ਮਚ ਗਿਆ। ਉਹਨਾਂ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਬਾਹਰੋਂ ਕੋਈ ਟੁਕੜੀ ਆ ਕੇ ਅਟੈਕ ਕਰ ਰਹੀ, ਕਿਉਂਕਿ ਬਾਹਰੋਂ ਆਵਾਜ਼ਾਂ ਆ ਰਹੀਆਂ ਨੇ, ਅੰਦਰੋਂ ਸਿੱਖ ਠਹਿਰਨ ਨਹੀਂ ਦੇ ਰਹੇ। ਇਸ ਹੱਬੜ ਵਾਹੇ ਦੇ ਵਿੱਚ, ਹਨੇਰੇ ਦੇ ਵਿੱਚ ਇੱਕ ਦੂਸਰੇ ਦੇ ਵਿੱਚ ਲੜ ਰਹੇ ਨੇ, ਇੱਕ ਦੂਸਰੇ ਨੂੰ ਮਾਰ ਰਹੇ ਨੇ। ਸਾਰਾ ਹਾਲਾਤ ਪੂਰੀ ਤਰ੍ਹਾਂ ਮੈਦਾਨੇ ਜੰਗ ਵਾਲੇ ਬਣ ਗਏ ਨੇ। ਮਹਾਰਾਜ ਉੱਥੋਂ ਲੰਘ ਰਹੇ ਨੇ। ਇਸ ਸਾਰੇ ਮੰਜ਼ਰ ਨੂੰ ਫਿਰ ਸਾਡੇ ਬਹੁਤ ਸਾਰੇ ਡਿਫਰੈਂਟ ਅਦੀਬਾਂ ਨੇ, ਵਲਖਾਰੀਆਂ ਨੇ ਕਈ ਰੂਪਾਂ 'ਚ ਪ੍ਰੈਜ਼ੈਂਟ ਕੀਤਾ। ਇੱਕ ਛੋਟਾ ਜਿਹਾ ਰੰਗ ਮੈਂ ਵੀ ਤੁਹਾਡੇ ਸਾਹਮਣੇ ਬਿਆਨ ਕਰਦਾ, ਹਾਲਾਂਕਿ ਬਹੁਤ ਰੰਗ ਨੇ।
ਜਦੋਂ ਮਹਾਰਾਜ ਕਹਿੰਦੇ ਲੰਘ ਰਹੇ ਨੇ ਤੇ ਮਹਾਰਾਜ ਦੇ ਬਿਲਕੁਲ ਪਿਛਲੇ ਪਾਸੇ ਭਾਈ ਦਇਆ ਸਿੰਘ ਜੀ ਜਾ ਰਹੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਵਰ ਕਰਦੇ ਹੋ ਉਸ ਰੂਪ ਦੇ ਵਿੱਚ। ਤੇ ਵੈਸੇ ਕਿਹਾ ਗਿਆ ਕਿ ਪੁਆਂਦ ਪਿੰਡ ਕੋਲ ਜਾ ਕੇ ਮਹਾਰਾਜ ਜੀ ਦਾ ਜਿਹੜਾ ਸੀਗਾ ਜੋੜਾ, ਇੱਕ ਪੈਰ ਦਾ ਪੱਬ ਦਾ ਜੋੜਾ ਜਿਹੜਾ ਉਹ ਲੈ ਗਿਆ ਤੇ ਮਹਾਰਾਜ ਨੇ ਫਿਰ ਦੂਸਰਾ ਵੀ ਉਤਾਰ ਦਿੱਤਾ। ਤੇ ਇੱਥੇ ਜਿਵੇਂ ਬਿਲੱਗਣ ਜੀ ਪੰਜਾਬੀ ਦੇ ਬੜੇ ਮਕਬੂਲ ਸ਼ਾਇਰ, ਤੁਸੀਂ ਸ਼ਾਇਦ ਕਿਤੇ ਸੁਣਿਆ ਹੋਵੇਗਾ, ਉਹਨਾਂ ਨੇ ਪੂਰੀ ਨਜ਼ਮ ਲਿਖੀ, ਹਾਲਾਂਕਿ ਸਫਰੀ ਜੀ ਨੇ ਬੜੇ ਕਮਾਲ ਦੀਆਂ ਨਜ਼ਮਾਂ ਲਿਖੀਆਂ ਨੇ। ਦੇ ਉੱਤੇ ਰਵਿੰਦਰ ਮਸਰੂਰ, ਦਿਲ ਪੀੜ ਤੋਂ ਲੁਕਾ ਕੇ ਨੈਣੀ ਛੁਪਾ ਕੇ ਪਾਣੀ, ਗੁਜਰੀ ਦੇ ਪੋਤਿਆਂ ਦੀ ਸੁਣਿਓ ਜਰਾ ਕਹਾਣੀ। ਐਕਚੁਅਲੀ ਇਹਨਾਂ ਨੇ ਵੀ ਬੜਾ ਉੱਤੇ ਬੜਾ ਸੁੰਦਰ ਤਰੀਕੇ ਨਾਲ ਕਲਮ ਤਰਾਸ਼ੀ ਕੀਤੀ ਹੈ। ਖੈਰ ਜਿਹੜੀ ਮੈਂ ਮੁਕਤਸਰ ਬੇਨਤੀ ਕਰਨ ਲੱਗਾ ਸੀਗਾ, ਜਦੋਂ ਇਹ ਬਾਤ ਹੋਈ ਮਹਾਰਾਜ ਕਹਿੰਦੇ ਨੇ ਉੱਥੋਂ ਲੰਘ ਰਹੇ ਨੇ ਤੇ ਬਿਲੱਗਣ ਜੀ ਕਹਿੰਦੇ ਨੇ ਕਿ ਇੱਕ ਪਈ ਹੋਈ ਦਿਨ ਦੀ ਲੋਥ ਜਿਹੜੀ ਹੈ, ਉਸ ਲੋਥ ਦੇ ਨਾਲ ਮਹਾਰਾਜ ਜੀ ਦਾ ਪੈਰ ਖਹਿੰਦਾ ਆ ਤੇ ਜੋੜਾ ਲੈ ਜਾਂਦਾ। ਜਿਵੇਂ ਜੋੜਾ ਲੈਂਦਾ ਤੇ ਜਿਹੜੀ ਲੋਥ ਆ ਉਹ ਕੁਝ ਹੋਰ ਬਾਡੀਜ਼ ਦੇ ਨਾਲ, ਸਰੀਰਾਂ ਨਾਲ ਕਵਰ ਆ, ਤੇ ਜਿਵੇਂ ਹੀ ਉਹ ਜੋ ਪੈਰ ਵੱਜਦਾ ਆ ਤੇ ਲੋਥ ਸਿੱਧੀ ਹੋ ਜਾਂਦੀ ਇਸ ਤਰੀਕੇ ਦੇ ਨਾਲ। ਤੇ ਮਹਾਰਾਜ ਅੱਗੇ ਲੰਘ ਰਹੇ ਨੇ, ਪਿੱਛੇ ਭਾਈ ਦਇਆ ਸਿੰਘ ਆਉਂਦੇ ਤੇ ਭਾਈ ਦਇਆ ਸਿੰਘ ਦੀਆਂ ਅੱਖਾਂ ਇੱਕਦਮ ਉਸ ਪਈ ਹੋਈ ਪਾਕ ਮਡੋਲੀ ਨੂੰ ਪਛਾਣ ਲੈਂਦੇ ਤੇ ਉਹ ਮਡੋਲੀ ਕਿਸੇ ਹੋਰ ਦੀ ਨਹੀਂ, ਸਾਹਿਬਜ਼ਾਦਾ ਅਜੀਤ ਸਿੰਘ ਦੀ ਹੈ। ਤੇ ਫਿਰ ਬਿਲੱਗਣ ਜੀ ਕਹਿੰਦੇ, ਇੱਕਦਮ ਕਹਿੰਦੇ ਭਾਈ ਦਇਆ ਸਿੰਘ ਦੇ ਮਨ 'ਚ ਇੱਕਦਮ ਮਲਾਲ ਆਉਂਦਾ ਤੇ ਉਹ ਸੋਚਦਾ ਇਹ ਕੀ ਬਣਿਆ, ਇਹ ਸਾਡਾ ਯੋਧਾ, ਸਾਡੇ ਸਾਹਿਬਜ਼ਾਦਾ ਜੀ। ਤੇ ਉਹਨਾਂ ਦੇ ਪੈਰ ਕਹਿੰਦੇ ਰੁਕ ਜਾਂਦੇ ਉੱਥੇ। ਤੇ ਜਦੋਂ ਰੁਕ ਜਾਂਦੇ ਤੇ ਕਹਿੰਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਆਉਂਦਾ, ਗੁਰੂ ਗੋਬਿੰਦ ਸਿੰਘ ਸਾਹਿਬ, ਇਹ ਯੋਧਾ ਬੀਤੀ ਸਵੇਰ ਤੁਸੀਂ ਹੱਥਾਂ ਨਾਲ ਆਪ ਤਿਆਰ ਕਰਕੇ ਤੋਰਿਆ, ਇਹਨੇ ਤੁਹਾਡੇ ਸਾਹਮਣੇ ਸੀਨੇ ਤੇ ਚੋਟਾਂ ਖਾ ਕੇ ਆਪਣੀ ਜਾਨ ਹਲੂਲੀ। ਮਹਾਰਾਜ ਇਹ ਕਿਹੜੀ ਗੱਲ ਹੋਈ, ਇਹ ਕਿਹੋ ਜਿਹਾ ਤਿਆਗ ਹੋਇਆ? ਤੁਹਾਡੇ ਹੱਥਾਂ ਤੋਂ ਕੋਈ ਤਿਆਗ ਦੀ ਮਹਿੰਦੀ ਲੈ ਜਾਣੀ ਸੀ, ਤੁਸੀਂ ਇਸ ਯੋਧੇ ਦੇ ਇੱਕ ਪਲ ਥੱਲੇ ਗੋਡੇ ਨੀਵੇਂ ਕਰਕੇ ਸਿਰ ਤੇ ਹੱਥ ਫੇਰ ਦਿੰਦੇ ਸੀ। ਮਹਾਰਾਜ ਐਟਲੀਸਟ ਇੱਕ ਵਾਰ ਥੱਲੇ ਬੈਠ ਕੇ ਕਹਿੰਦੇ ਤੁਸੀਂ, ਪੁੱਤ ਤੂੰ ਜਿਵੇਂ ਜੰਗ 'ਚ ਲੜਿਆ, ਮੇਰਾ ਸੀਨਾ ਉਹਦੇ ਨਾਲ ਜਿਹੜਾ ਹੈਗਾ ਖੁਸ਼ਨੁਮਾ ਅਹਿਸਾਸਾਂ 'ਚ ਚਲਾ ਗਿਆ। ਮਹਾਰਾਜ ਇੰਨਾ ਤਿਆਗ, ਮੁੜ ਕੇ ਵੀ ਨਹੀਂ ਦੇਖਿਆ। ਖੈਰ ਇਹ ਕਹਿੰਦਾ ਹੋਇਆ ਭਾਈ ਦਇਆ ਸਿੰਘ ਜੀ ਉੱਥੇ ਖੜਾ ਹੋ ਗਿਆ। ਮਹਾਰਾਜ ਨੇ ਕਹਿੰਦੇ ਅੱਗੇ ਵੱਧਦੇ ਹੋਏ ਕਦਮਾਂ ਨਾਲ, ਹਾਲਾਂਕਿ ਜੋੜਾ ਉਤਰ ਗਿਆ ਆ, ਮਹਾਰਾਜ ਨੇ ਪਿੱਛੇ ਇਸ ਤਰੀਕੇ ਨਾਲ ਜਿਹੜਾ ਹੈਗਾ ਨਜ਼ਰ ਘੁਮਾਈ, ਦੇਖਿਆ ਭਾਈ ਦਇਆ ਸਿੰਘ ਖੜ ਗਏ ਨੇ। ਤੇ ਮਹਾਰਾਜ ਉੱਚੀ ਆਵਾਜ਼ ਦੇ ਕੇ ਕਹਿੰਦੇ, ਦਇਆ ਸਿੰਘ, ਜਿਨ੍ਹਾਂ ਦੇ ਕੋਲ ਖੜਾ ਉਹਨਾਂ ਦਾ ਸਫ਼ਰ ਪੂਰਾ ਹੋ ਗਿਆ, ਸਾਡਾ ਸਫ਼ਰ ਅਜੇ ਬੜਾ ਲੰਮੇਰਾ ਆ, ਇਹਨਾਂ ਕਦਮਾਂ ਨੂੰ ਇੱਥੇ ਠਹਿਰਾ ਨਾ। ਕਹਿੰਦੇ ਜਦੋਂ ਇਹ ਬਾਤ ਕਹੀ ਨਾ ਤੇ ਭਾਈ ਦਇਆ ਸਿੰਘ ਨੇ ਉੱਚੀ ਆਵਾਜ਼ ਦੇ ਕੇ ਕਿਹਾ, ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਦਿਲ ਡਾਢਾ ਕਰਕੇ ਲੰਘ ਗਏ ਹੋ, ਮੇਰੇ ਲਈ ਲੰਘਣਾ ਨਾਮੁਮਕਿਨ ਹੈ। ਮਹਾਰਾਜ ਮੈਂ ਇਹਦੇ ਅੰਤਮ ਸੰਸਕਾਰ ਦਾ ਇੰਤਜ਼ਾਮ ਕਰਾਂਗਾ, ਇਹ ਪਾਕ ਮਡੋਲੀ ਨੂੰ ਸੰਭਾਲਣ ਦਾ ਇੰਤਜ਼ਾਮ ਕਰਾਂਗਾ। ਜਿਵੇਂ ਅਸੀਂ ਅਕਸਰ ਭਾਈ ਵੀਰ ਸਿੰਘ ਦੀ ਨਜ਼ਮ ਪੜ੍ਹਦੇ ਨਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾਂ ਦੀ ਨੀਂਦਰ ਦਿਨੇ ਰਾਤ ਪੇ ਵਹਿੰਦੇ, ਵਸਲੋਂ ਉਰੇ ਮੁਕਾਮ ਨਾ ਕੋਈ, ਉਹਨਾਂ ਦੇ ਮੁਕਾਮ ਰਸਤੇ 'ਚ ਨਹੀਂ, ਉਹ ਦਰਿਆਵਾਂ ਦੀ ਤਰ੍ਹਾਂ ਵਗਦੇ ਨੇ। ਜਿਹੜੇ ਦਰਿਆਵਾਂ ਦੀ ਤਰ੍ਹਾਂ ਵਗਦੇ ਨੇ, ਦਰਿਆ ਸਮੁੰਦਰ ਤੋਂ ਉਰਾ ਕਿਤੇ ਠਹਿਰਾ ਨਹੀਂ ਪਾਉਂਦਾ। ਮਹਾਰਾਜ ਨੇ ਕਿਹਾ, ਦਇਆ ਸਿੰਘ, ਇਹਨਾਂ ਦੀ ਮੰਜ਼ਿਲ ਪੂਰੀ ਹੋ ਚੁੱਕੀ ਹੈ, ਤੂੰ ਤੁਰ ਅੱਗੇ। ਉਹ ਕਹਿੰਦਾ, ਨਾ ਪਾਤਸ਼ਾਹ, ਇਸ ਰੂਪ ਦੇ ਜਿਹੜਾ ਮੈਦਾਨੇ ਜੰਗ 'ਚ ਜੂਝ ਕੇ ਗਿਆ ਹੋਏ, ਉਹਨੂੰ ਆਖਰਕਾਰ ਅੰਤਮ ਵਿਦਾਇਗੀ ਤੇ ਬਣਦੀ ਆ ਉਸ ਰੂਪ ਦੇ ਵਿੱਚ। ਤੇ ਜੋ ਲਫ਼ਜ਼ ਲਿਖੇ ਨੇ ਬਿਲੱਗਣ ਜੀ ਨੇ, ਮੈਂ ਉਹੀ ਕਹਿ ਦੇਣਾ। ਉਹ ਕਹਿੰਦੇ, ਦਇਆ ਸਿੰਘਾ, ਜੇ ਲੋੜ ਹੁੰਦੀ ਇਹਨਾਂ ਨੂੰ ਕਫਨਾਂ ਤੇ ਦਫਨਾਂ ਦੀ, ਇਹ ਘਰੇ ਮਰਦੇ ਪਲੰਘਾਂ ਨਵਾਰੀਆਂ ਤੇ, ਰੋਜ਼ ਲੋਕ ਮਰਦੇ ਨੇ ਨਵਾਰੀ ਪਲੰਘਾਂ ਦੇ ਉੱਤੇ, ਬੜੇ ਜਿਹੜਾ ਹੈ ਰੇਸ਼ਮੀ ਬੈੱਡਾਂ ਦੇ ਉੱਤੇ, ਬਿਮਾਰੀਆਂ ਲੱਗ ਲੱਗ ਕੇ ਤੇ ਅਨੇਕਾਂ ਤਰ੍ਹਾਂ ਦੇ ਭੋਗ ਕੇ ਨਾ। ਕਹਿੰਦੇ ਜੇ ਲੋੜ ਹੁੰਦੀ ਇਹਨਾਂ ਨੂੰ ਕਫਨਾਂ ਤੇ ਦਫਨਾਂ ਦੀ, ਇਹ ਘਰੇ ਮਰਦੇ ਪਲੰਘਾਂ ਨਵਾਰੀਆਂ ਤੇ, ਇਹ ਬੇਕਫਨ ਲਾਸ਼ਾਂ ਪੜਦੇ ਪਾਉਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ। ਇਹ ਬੇਕਫਨ ਲਾਸ਼ਾਂ ਹੀ ਅਸਲ ਦੇ ਵਿੱਚ ਇਸ ਖਿੱਤੇ ਦੀ ਜਿਹੜੀ ਬੇਪਤੀ ਹੋ ਰਹੀ ਹੈ ਨਾ, ਇਸ ਬੇਪਤੀ ਨੂੰ ਬੌੜੀ ਪਾਉਣਗੀਆਂ। ਹੁਣ ਮੈਂ ਤੇ ਇੱਕ ਛੋਟਾ ਜਿਹਾ ਐਵੀਡੈਂਸ ਦੇਣਾ ਚਾਹਾਂਗਾ। ਸਾਡੇ ਬਹੁਤ ਉਮਦਾ ਬੁਲਾਰੇ ਹੋਏ ਨੇ, ਗਿਆਨੀ ਮਾਨ ਸਿੰਘ ਚੌਰ, ਆਪਨੇ ਕਿਤੇ ਸੁਣਿਆ ਹੋ ਸ਼ਾਇਦ ਉਹਨਾਂ ਦਾ ਨਾਮ। ਐਸੇ ਬੁਲਾਰੇ ਤੇ ਐਸੇ ਲਿਖਾਰੀ ਬਾ ਕਮਾਲ। ਕਦੀ ਜ਼ਮਰੌਨ ਦੇ ਕਿਲੇ ਨੂੰ ਸਮਝਣਾ ਹੋਏ
ਕਦੀ ਸਮਝਣਾ ਹੋਏ ਸਰਦਾਰ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ, ਇਸ ਸਰਦਾਰ ਨੂੰ ਸੁਣਿਆ ਜੇ, ਸਰਦਾਰ ਜੋ ਚੌਰ ਸਾਹਿਬ ਨੇ, ਇਹਨਾਂ ਨੇ ਉਸ ਕਿਲੇ ਦੀ ਇੱਕ ਇੱਕ ਇੱਟ ਨੂੰ ਜਾ ਕੇ ਵੇਖਿਆ। ਇਹਨਾਂ ਨੇ ਕਥਾ ਕਰਦਿਆਂ ਦੌਰਾਨ ਜਿਹੜਾ ਡਾਟਾ ਕਲੈਕਸ਼ਨ ਕਰਨ ਦੇ ਦੌਰਾਨ ਕੰਧਾਰ, ਗਜਨੀ, ਤੁਖਾਰਾ, ਬੁਖਾਰਾ, ਇਥੋਂ ਦੇ ਪੱਟਣ, ਮੰਡੀਆਂ 'ਚ ਪਏ ਹੋਏ ਰਿਕਾਰਡ ਚੈੱਕ ਕੀਤੇ। ਉਹ ਕਹਿੰਦੇ ਦੁਨੀਆ ਦੇ ਲੋਕੋ ਅੱਜ ਤੇ ਬੜੀਆਂ ਗੱਲਾਂ ਕਰਦੇ ਕਿ ਜੀ ਆਪ ਜਿਹੜਾ ਹੈਗਾ ਅੱਜ ਇੰਡੀਪੈਂਡੈਂਸ ਡੇ ਹੈ, ਅੱਜ ਫਰੀडम ਡੇ ਹੈ, ਅੱਜ ਆਜ਼ਾਦੀ ਦਾ ਦਿਨ ਆ। ਆਜ਼ਾਦੀ ਹੁੰਦੀ ਕੀ ਹੈ ਤੁਹਾਨੂੰ ਪਤਾ ਵੀ ਹੈ, ਉਸ ਨੂੰ ਕਿਸ ਤਰ੍ਹਾਂ ਮਾਣਿਆ ਜਾਂਦਾ ਤੇ ਕਿਵੇਂ ਉਹਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਹ ਸਾਰੇ ਖਿੱਤੇ ਦੀ ਹਾਲਤ ਕੀ ਸੀਗੀ? ਉਹ ਕਹਿੰਦੇ ਮੈਂ ਖੁਦ ਤੁਖਾਰਾ ਬੁਖਾਰਾ ਦੀਆਂ ਮੰਡੀਆਂ 'ਚ ਗਿਆ, ਮੈਂ 16ਵੀਂ 15ਵੀਂ 16ਵੀਂ 17ਵੀਂ 18ਵੀਂ ਸਦੀਆਂ ਦੇ ਮੈਂ ਖਾਤੇ ਚੈੱਕ ਕੀਤੇ। ਜਨਾਬ